ਆਰੰਭ ਕਰਦੇ ਹਾਂ ਜੀ। ਆਸਾ ਅਮਰਜੋਤ ਸਿੰਘ ਪੂਰੀ ਸਟੂਡੀਓ 'ਚ ਪਹੁੰਚ ਚੁੱਕੇ ਨੇ। ਅਮਰਜੋਤ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕਿਹਾ ਕਿ ਅੰਮਾਂ ਦਾ ਟੋਕਰਾ ਆ ਗਿਆ? ਹਾਂ, ਟੋਕ ਬੜੇ ਜੀ ਉੱਥੇ ਉਹਨਾਂ ਕੋਲ ਬਖਸ਼ੇ ਆਏ। ਅੱਛਾ। ਉੱਥੇ ਇੰਡੀਆ 'ਚ ਹੁੰਦੇ ਸੀ ਜਿਹੜੇ ਟਰੱਕਾਂ 'ਚ ਟੋਕਰੀਆਂ ਆਇਆ ਕਰਦੀਆਂ ਸੀ, ਮੈਨੂੰ ਯਾਦ ਹੈ। ਸਰ ਜੀ, ਗੱਲ ਮੈਨੂੰ ਦੱਸੋ, ਹਾਲੇ ਤੇ ਗਰਮੀ ਤੇ ਆਈ ਨਹੀਂ ਹੈ, ਤੇ ਗਰਮੀ ਦੇ ਬਗੈਰ ਪੱਕੇ ਕਿੱਦਾਂ ਗਏ? ਨਾਰਮਲੀ ਮੈਨੂੰ ਤਾਂ ਇਸ ਤਰ੍ਹਾਂ ਸੀ ਕਿ ਵੀ ਬਹੁਤ ਹੀ ਗਰਮੀ ਹੋਏਗੀ ਤਾਂ ਉਹਨਾਂ ਦਾ ਜੂਸ ਡਿਵੈਲਪ ਹੋਏਗਾ, ਇਸ ਤਰ੍ਹਾਂ ਕੁਛ ਹੈ। ਉਹ ਗੱਲ ਏਦਾਂ ਹੁੰਦੀ ਹੈ ਅਮਰਜੋਤ ਜੀ, ਤੁਸੀਂ ਜੇ ਇਸ ਦੇਸ਼ 'ਚ ਬੈਠੇ ਨਾ, ਉਹ ਜਿਹੜੇ ਇੱਥੇ ਹੋ ਗਏ ਉਹ ਬਾਹਰੋਂ ਆ ਰਹੇ ਨੇ। ਅੱਛਾ। ਉੱਥੇ ਤਾਂ ਗਰਮੀਆਂ ਆਈਆਂ ਹਨ। ਹਾਂ, ਤੁਹਾਨੂੰ ਪਤਾ ਵੀ ਉੱਥੇ ਹੁਣ ਇਹ ਮੈਕਸੀਕੋ ਤੋਂ ਆਉਂਦਾ ਮਾਲ। ਠੀਕ ਹੈ। ਤੇ ਮੈਕਸੀਕੋ ਦੇ ਵਿੱਚ ਤਾਂ ਗਰਮੀ ਬਚੇ ਜਾਂਦੇ ਨੇ, ਜਦੋਂ ਭਰ ਸਿਆਲ ਹੁੰਦਾ ਉਦੋਂ ਵੀ ਲੋਕ ਜਾਂਦੇ ਨੇ। ਠੀਕ ਹੈ। ਸੋ ਉੱਥੇ ਵੀ ਜਿਹੜੇ ਇਹ ਕੰਮ ਕਰਦੇ ਨੇ, ਉੱਥੇ ਮੇਰੇ ਖਿਆਲ ਥੋੜੇ ਬਹੁਤ ਆਪਣੇ ਵੀ ਹੋਣਗੇ। ਉਹਨਾਂ ਨੂੰ ਪਤਾ ਵੀ ਅਸੀਂ ਜਿੰਨਾ ਵੀ ਛੇਤੀ ਤੋਂ ਛੇਤੀ ਉੱਥੇ ਸਮਾਨ ਭੇਜੀਏ, ਐਕਸਪੋਰਟ ਕਰਕੇ ਤਾਂ ਡਾਲਰ ਪੂਰਾ ਸੀਜ਼ਨ ਜਿਹੜਾ ਇਹ ਗਰਮੀਆਂ ਦਾ ਲੋਕ ਮਤਲਬ ਉਹਨਾਂ ਅੰਬਾਂ ਦਾ आनंद मान सकते। ठीक है दोस्तों, काफी लोग ऑलरेडी जुड़ चुके हैं मेरे ख्याल फेसबुक पे लाइव। लखदीप सिंह अंतल मैंने बोलते हैं वाहिगुरू जी खालसा वाहिगुरू जी फतेह। संगरूर तो मेरे ख्याल एंडेवर कैसल has joined, दीप हासरा, राहुल शर्मा, गौतम सिंह धामी भी जुड़ चुके हैं, पता नहीं किस जगह तो। सईद अली जाफरी मेरी गलबात सुन रहे हैं। रंजोत गिल वेलकम टू द शो। सुदीप शटकुली, सोनू वालिया एडमिंटन तो सोनू वालिया जी सत श्री अकाल तुहानू भी। मॉर्निंग सर, तुसी मॉर्निंग संदीप बोल रहे हैं। People are listening into the show. As I always इमिग्रेशन बारे गलबात ਆਪਾਂ ਕਰਦੇ ਜੀ। ਕੋਈ ਵੀ ਤੁਹਾਡਾ ਕੋਈ ਸਵਾਲ ਹੈ ਤੇ ਜਰੂਰ ਟਾਈਪ ਕਰੋ ਫੇਸਬੁੱਕ ਜਾਂ ਕਾਲ ਕਰੋ। ਨੰਬਰ ਸਾਡਾ ਹੈ 7804352762। ਜੇਕਰ ਇੰਡੀਆ ਤੋਂ ਡਾਇਲ ਕਰੋਗੇ 001 ਪਹਿਲਾਂ ਲਾ ਦੇਣਾ, ਉਹਦੇ ਪਹਿਲੇ ਜਗਮੋਹਨ ਦਾਜਵਾਲ ਵੀ ਜੁੜ ਚੁੱਕੇ, ਸ਼ਾਹਨਵਾਜ਼ ਪਾਕਿਸਤਾਨ ਤੋਂ, ਜਗਨੇਸ਼ ਠਾकुर ਵੀ ਸੁਣ ਰਹੇ ਗੱਲਬਾਤ। ਕੁਲਬੀਰ ਜੀ, ਆਪਾਂ ਪਿਛਲੇ ਹਫਤੇ ਇੱਕ ਮੈਨੂੰ ਚੇਤਾ ਆ ਰਿਹਾ ਕਿ ਕਾਲਰ ਸਾਹਿਬ ਪੁੱਛ ਰਹੇ थे कि LGTB लेस्बियन गे ट्रांसजेंडर फलाना जो भी उसका नाम है, ਇਹਦੇ ਬਾਰੇ ਅਗਰ ਕਿਸੇ ਨੇ ਕੋਈ ਰਿਫਿਊਜੀ ਅਪਲਾਈ ਕਰਨਾ ਹੈ, ਰਿਫਿਊਜੀ ਕਲੇਮ ਕਰਨਾ ਹੈ, ਕਿਆ ਉਹ ਕਰ ਸਕਦਾ ਹੈ ਕਿ ਨਹੀਂ? ਸ਼ਾਇਦ ਗੱਲਬਾਤ ਪੁਰਾਣੇ ਜਿਹੜੇ ਪਿਛਲੇ ਸੁਣ ਰਹੇ ਸੀ ਲੋਕਾਂ ਨੂੰ ਯਾਦ ਹੈ। ਬਿਲਕੁਲ ਕਰ ਸਕਦੇ ਆ। ਉਹਦੇ ਇਲਾਵਾ ਮੈਂ ਇਹ ਵੀ ਦੱਸਿਆ ਸੀ ਕਿ ਵੀ ਕੈਨੇਡਾ ਇਜ਼ ਵਨ ਆਫ ਦ ਫਿਊ ਕੰਟਰੀਜ਼ ਐਨੀਵੇਅਰ ਇਨ ਦ ਵਰਲਡ ਜਿਹੜਾ ਇਹ ਇਸ ਤਰ੍ਹਾਂ ਦਾ ਬੈਨੀਫਿਟ ਇਮੀਗ੍ਰੇਸ਼ਨ ਲਈ ਦਿੰਦੀ ਹੈ। ਪਿਛਲੇ ਜਾਂ 2 ਸਾਲ ਤੱਕ ਅਮਰੀਕਾ ਵੀ, ਤੁਸੀਂ ਸੋਚੋ ਕਿ ਅਮਰੀਕਾ ਇੰਨਾ ਉਦਾਰਵਾਦੀ ਆਪਾਂ ਕੰਟਰੀ ਸਮਝਦੇ ਹਾਂ ਕਿ ਜੀ ਲੈਂਡ ਆਫ ਇਮੀਗ੍ਰੈਂਟਸ, ਈਵਨ ਅਮਰੀਕਾ ਵੀ ਇਹ ਜਿਹੜਾ ਸੇਮ ਸੈਕਸ ਮੈਰਿਜ ਜਾਂ LGTB ਵਾਲਾ ਇਸ ਤਰ੍ਹਾਂ ਦੀ ਮੈਰਿਜ ਪਾਰਟਨਰ ਇਮੀਗ੍ਰੇਸ਼ਨ ਦੀ ਅਵੇਲੇਬਲ ਨਹੀਂ ਸੀ। ਜੋ ਕੈਨੇਡਾ ਪਿਛਲੇ ਮੇਰਾ ਖਿਆਲ ਹੈ ਐਟਲੀਸਟ 10-15 ਸਾਲ ਤੋਂ ਇਹ ਉਹਨਾਂ ਦਾ ਸਿਸਟਮ ਚੱਲ ਰਿਹਾ ਹੈ। ਪਿਛਲੇ ਹਫ਼ਤੇ ਇੱਕ ਖਬਰ ਹੋਰ ਆਈ ਹੈ ਕਿ ਸਾਡੇ ਜਿਹੜੇ ਮਿਨਿਸਟਰ ਆਫ ਇਮੀਗ੍ਰੇਸ਼ਨ ਨੇ ਐਡੀਸ਼ਨਲ $1 ਡੋਨੇਟ ਕੀਤਾ ਹੈ ਇੱਕ ਨਾਨ ਪ੍ਰੋਫਿਟ ਸੰਸਥਾ ਨੂੰ, ਕਿ ਜਿਹੜੇ ਸਿਰਫ LGTB ਰੈਫਿਊਜੀ ਕਲੇਮ ਲਈ ਹੀ ਕੰਮ ਕਰਦੀ ਹੈ। ਜਿਹੜਾ ਕੋਈ ਵੀ ਕਿਸੇ ਕੰਟਰੀ ਤੋਂ ਕੋਈ ਆ ਰਿਹਾ ਹੈ, ਅਗਰ ਜੋ ਉਹ ਇਸ ਕੈਟੇਗਰੀ ਵਿੱਚ ਬਿਲੋਂਗ ਕਰਦਾ ਹੈ, ਉਹਨਾਂ ਨੂੰ ਰੈਫਿਊਜੀ ਕਲੇਮ ਦਾ ਇਸੇ ਪੁਆਇੰਟ ਆਫ ਵਿਊ ਤੋਂ ਰੈਫਿਊਜੀ ਕਲੇਮ ਅਗਰ ਕੀਤਾ ਜਾ ਰਿਹਾ ਤੇ ਸਰਕਾਰ ਉਹਨਾਂ ਦੀ ਹੈਲਪ ਕਰਦੀ ਹੈ, ਫੰਡਿੰਗ ਕਰਦੀ ਹੈ ਕਿ ਵੀ ਇਹਨਾਂ ਦੇ ਵਕੀਲ ਇਹਨਾਂ ਦੀ ਅੱਗੇ ਉਹ ਜਾਂਚ ਪੜਤਾਲ ਕਰਕੇ ਐਪਲੀਕੇਸ਼ਨ ਪਾਉਣਗੇ। ਸੋ ਦਿਸ ਇਜ਼ ਅ ਗ੍ਰੇਟ, ਇਹ ਕੈਨੇਡਾ ਦੀ ਬਹੁਤ ਵੱਡੀ ਖੂਬੀ ਹੈ ਜਿਹੜੇ ਕੈਨੇਡਾ ਵਾਲੇ ਕਰਦੇ हैं, बाकी दूसरी कंट्री करते नहीं करते ये नहीं पता। अजय वर्मा भी ज्वाइन कर चुके हैं, हरसिमरन सिंह HBK, आई डोंट नो हु इज HBK, तेजपाल चौधरी भी ज्वाइन कर चुके हैं। दोस्तों कोई भी अगर सवाल पूछना है, एडमिंटन कनाडा से बैठे हुए हैं इस वक्त। ठंड ज़्यादा तो नहीं है, वैसे है, गर्मी तो भी नहीं है, लेकिन कॉल करो तुसी, अगर करना है तो कॉल कर सकते हो, सवाल अपना पूछना है तो पूछ सकते हो। कोई भी होर कोई नवी कोई इन्फॉर्मेशन या कोई केस ਤੁਹਾਡੇ ਕੋਲ ਹੈ ਤਾਂ ਦੁਬਾਰਾ ਪੁੱਛ ਸਕਦੇ ਹੋ। ਮੈਂ ਕੱਲ ਪਰਸੋਂ ਇੱਕ ਵੀਡੀਓ ਬਣਾਇਆ ਹੈ, ਉਸ ਵੀਡੀਓ ਵਿੱਚ ਮੈਂ ਸਿਰਫ ਮੁੱਖ ਉਹੀ ਗੱਲ ਕੀਤੀ ਹੈ ਜਿਹੜੇ ਲੋਕ ਮੈਨੂੰ ਨਿਤ ਕਾਲ ਕਰਦੇ ਹੀ ਕਰਦੇ हैं एवरी डे। ਈਵਨ ਵੀਡੀਓ ਬਣਾਉਣ ਦੇ ਬਾਅਦ ਹੀ ਘੱਟ ਤੋਂ ਘੱਟ 1500 ਵਿਊਜ਼ ਲੋਕਾਂ ਨੇ ਇਸ ਬਾਰ ਦੇਖ ਲਿਆ, ਲੇਕਿਨ ਫਿਰ ਵੀ ਉਹ ਕਾਲ ਕਰ ਹੀ ਦਿੰਦੇ ਆ ਕਿ ਵੀ ਅਸੀਂ ਤਾਂ ਵਿਜ਼ਟਰ ਵੀਜ਼ਾ लेकर आ रहे हैं, ਵਿਜ਼ਟਰ ਵੀਜ਼ਾ ਸਾਨੂੰ ਜਾਂ ਮਿਲ ਗਿਆ ਹੈ, ਇਹਦਾ ਤੁਸੀਂ ਉਹਨੂੰ ਵਰਕ ਪਰਮਿਟ ਕਿੱਦਾਂ ਮੈਨੂੰ ਕਰਾ ਕੇ ਦਿਓਗੇ, ਵਰਕ ਪਰਮਿਟ ਹੋਏਗਾ ਨਹੀਂ ਹੋਏਗਾ। ਇਹਦੇ ਬਾਰੇ ਮੈਂ ਵੀਡੀਓ ਵੀ ਬਣਾ ਚੁੱਕੇ ਹਾਂ ਤੇ ਜਰੂਰ ਦੋਸਤੋ ਅਗਰ ਕਿਸੇ ਨੇ ਦੇਖਿਆ ਹੋਗਾ ਮੇਰੇ ਫੋਲੋ ਕਰਦੇ ਵੀਡੀਓ ਵਿੱਚ ਕਾਫੀ ਮੈਂ ਜਵਾਬ ਦੱਸੇ ਹੋਏ हैं कि भी ਇਹ ਪੋਸੀਬਲ ਹੈ ਕਿ ਨਹੀਂ, तो ਤੁਸੀਂ ਦੇਖ ਸਕਦੇ ਹੋ। ਸਟੂਡੈਂਟ ਇੱਕ ਮੈਨੂੰ ਅੱਜ ਕਾਲ ਆਇਆ ਇੱਕ ਸਿੰਗਾਪੁਰ ਤੋਂ, ਮੈਂ ਇੱਕ ਸ਼ੇਅਰ ਕਰਾਂਗਾ ਤੁਹਾਡੇ ਨਾਲ।
सिंगापुर एक उस तरह की कंट्री है जिथे जाना आसान है बजाय कि कैनेडा या अमेरिका। सो जिन्हों की इंग्लिश बहुत हाई नहीं या जिन्हों की कोल बहुत ज़्यादा कोई बहुत हाई डिग्री या डिप्लोमा नहीं है, 12वीं की है, वो 12वीं के बाद भी अगर 5-6 साल का गैप पै गया उन्होंने कैनेडा दा वीज़ा छेती लगता नहीं। तो कई एजेंट जिहड़े पंजाब बैठे हैं इस तरह उन्होंने कहा भी चलो कैनेडा नहीं बनया तो सिंगापुर भेज देना, चलो जी जाओ सिंगापुर जाके पढ़ाई करो, डिप्लोमा करो, फलाना करो, जो भी कुछ करना है कर लो, उसके बाद फिर देखांगे। घट तो उतों तो पहले उन्होंने कमीशन तो पक्की हो गई, दे डोंट केयर के बाद की होएगा। अज मैनू कॉल आया, किसी का नाम नहीं लेना, नहीं किसी का, अगर सुन रहे हो तो उन्होंने पता लग जाएगा, पर एक जनरल मैं गल एक दस रहा कि उन्होंने मैनू दसिया कि सिंगापुर इन्नी हालत इन्नी माड़ी है, एक एक रूम जो एक फ्लैट है जिहदे 2 बेडरूम है, एक एक फ्लैट 20 तो लेके 22 स्टूडेंट इकट्ठे रह रहे हैं। मैं पहला पूछा तुसीं सौंदे किस तरह हो, किस तरह कहंदे भाजी बुरा हाल है, असीं ते बस किस तरह मतलब दरिया बिछा के एक दूजे पर पए हुए हैं, सानू भी पता है। अच्छा मैं कहा रोटी पानी, कहंदे रोटी पानी गुरुद्वारे तो छक रहे हैं, 1 साल हो गया। एक पहला तो एक जरा डिप्लोमा करा लिया एजेंटा ने, पंजाब के एजेंटा ने उन्होंने एडमिशन कराता जी हॉस्पिटैलिटी मैनेजमेंट। एक पिंडों बंदा आया कोई जो किसानी खेती करता होगा, 5-6 साल के बाद गैप, 12वीं के बाद, ठीक है 12वीं के बाद हाली कोई ट्रेड नहीं आया, उन्होंने तक तो ना कि भी चलो सिंगापुर भेजना, तो हॉस्पिटैलिटी से डिप्लोमा कराता है एडमिशन। हॉस्पिटैलिटी मतलब कि होटल करना। हुण हॉस्पिटैलिटी जी प्रोग्राम हो गया, हुण जी ट्रेनिंग होनी है, ट्रेनिंग वो कहते जी ट्रेनिंग करनी है, तुसीं इदां करो तुहाडे जिहड़ी तुसीं दाढ़ी केस रखे जी पग रखे तुहानूं लानी पैणगी सारी, तुसीं अपना क्लीन शेव होलता तुहानूं होटल जॉब मिल सकती है, कसीनो वाल जॉब करनी अदरवाइज तुहानूं कुछ जॉब नहीं मिल सकती। हार के उन्होंने जॉब मिली है जी जिहड़ी जैनेटोरियल नहीं, जिन्हों कहते जैनेटोरियल की जॉब मिली है, झाड़ू मारन वाली जॉब मिली है, सफाई सफूई करने वाली। तो मैं क्या फिर उसके बाद की फ्यूचर, कहते कोई फ्यूचर नहीं जी, इस तरह हुण उधर भी पंजाब तो भी गए हैं जी, गां कोई रस्ता दिसदा नहीं है, असीं जी स्टक हो गए हैं। ते वो कहंदे मेरा तुसीं ना कनेडा दा कर दो वीज़ा। मैं कहा कनेडा दा मैं किद्दां करदा वीज़ा? नहीं जी सानूं तो एजेंटा ने दस्सिया कि भी कनेडा दा बन जाएगा, तुसीं गां 1 साल आंदे बाद अगे उत्थे कनेडा लोग किसी दा लगे। मैं कहा किसी दा लग्या वा, तुहाडा नहीं लगना, क्योंकि पहली गल तुहाडे कोल एक तो गैप बहुत है, तुहाडी इंग्लिश उस लेवल है नहीं है, ते तीसरा तुसीं जिहड़ा डिप्लोमा वाला जे कर लिया तो हुण गां तुसीं पढ़ना की है। इन फ्यूचर अगर जे तुसीं हॉस्पिटैलिटी डिप्लोमा जे करके तुसीं अगर कनेडा आ भी गए, हॉस्पिटैलिटी डिप्लोमा इत्थे तुसीं कोई 5 स्टार होटल में अपना कोई करियर शुरू करोगे, इत्थे की बनोगे? प्लस एक कम ज्यादा है, फीमेल्स का कम है, कुड़ियां का कम है, जिन्हें रिसेप्शन से कम करना या होर कोई होटल मैनेजमेंट रूम सर्विस वाला रेस्टोरेंट से कम करना, ਤੁਹਾਨੂੰ ਜੌਬ ਇਹਨਾਂ ਨੇ ਦੇਣਾ ਨਹੀਂ, ਤੁਹਾਨੂੰ ਕਿਹਨੇ ਕਿਹਾ ਕਿ ਤੁਸੀਂ ਹਸਪੀਟੈਲਿਟੀ ਕਰੋ? ਮਤਲਬ ਗੱਲ ਇਸ ਤਰ੍ਹਾਂ ਕਿ ਮਤਲਬ ਕਿ ਏਜੰਟਾਂ ਨੇ ਲੋਕਾਂ ਨੂੰ ਫਸਾ ਕੇ ਆਪਣੀ ਜੇਬਾਂ ਗਰਮ ਕਰ ਲਈ ਕਮਿਸ਼ਨ ਲੈ ਕੇ, ਦੇ ਡੋਂਟ ਕੇਅਰ ਅਬਾਊਟ ਕਿ ਬੰਦੇ ਕਿੱਥੇ ਜਾ ਰਹੇ हैं। बड़ा दर्दनाक ਜਿਹੜਾ ਉਹਦਾ किस्सा सुन के ना मेरा दिल हिल गया। मैं सोच रहा ਸੀ ਅੱਜ ਮੈਂ ਇਹਦੇ ਬਾਰੇ ਗੱਲ ਕਰਾਂਗਾ, ਤੇ ਜਸਟ ਵਾਂਟਡ ਟੂ ਕੀਪ ਯੂ ਅਲਰਟ ਕਿ ਵੀ ਕੀ ਕੁਝ ਹੋ ਰਿਹਾ ਹੈ ਇਸ ਤਰ੍ਹਾਂ। ਅਜੇ ਵਰਮਾ ਮਤਲਬ ਉੱਥੇ 20 ਬੰਦਿਆਂ ਦਾ ਰਹਿਣਾ। ਹਾਂਜੀ ਤੇ ਮੈਂ ਉਹਨੂੰ ਪੁੱਛਿਆ ਕਿ ਵੀ ਤਨਖਾਹ ਕਿੰਨੀ ਤੁਹਾਡੀ ਜਿਹੜੀ ਤੁਸੀਂ ਹੁਣ ਸਫਾਈ ਸੂਈ ਦਾ ਕੰਮ ਕਰ ਰਹੇ ਹੋ? ਕਹਿੰਦੇ $900 ਸਿੰਗਾਪੁਰ ਦੇ ਹਰ ਮਹੀਨੇ, मतलब कि $900 ਤੁਹਾਡਾ ਹੋ ਗਿਆ ਕਰੀਬ could be around $600 ਜਾਂ $700 ਹੋਏਗਾ ਸ਼ਾਇਦ ਕੈਨੇਡੀਅਨ, ਮੇਬੀ $700 ਹੋਏਗਾ, ਜ਼ਿਆਦਾ ਨਹੀਂ ਹੋ ਸਕਦਾ ਪਰ ਮੰਥ। ਤੇ ਘੰਟੇ ਦਾ ਪੁੱਛੋ ਨਹੀਂ, ਮੇਰੇ ਖਿਆਲ ਕਿ ਆਈ ਥਿੰਕ ਦੇ ਆਰ ਵਰਕਿੰਗ ਫੁੱਲ ਟਾਈਮ, ਮੋਸਟਲੀ ਫੁੱਲ ਟਾਈਮ। ਸੋ ਉਸ ਤਰ੍ਹਾਂ ਦੀ ਤਨਖਾਹ ਜੀ ਗੁਜ਼ਾਰਾ ਕਰ ਰਹੇ ਹੈ। ਉਹਦੇ ਵਿੱਚ ਜਿਹੜਾ ਰੂਮ ਦਾ ਕਿਰਾਇਆ ਹੈ 200-300 ਦੇ ਕਰ 300 ਬਚਨੇ ਮਜ਼ਾ 500 ਜਾਂ 600 ਬਚਨੇ ਹੈ ਡਾਲਰ। ਉਹਦੇ ਵਿੱਚ ਕੀ ਉਹ ਕਰਦੇ ਹੋਣੇ ਖਰਚਾ, ਕੀ ਕਰਦੇ ਹੋਣੇ, ਕੀ ਕਰਨ ਨੂੰ ਭੇਜਦੇ ਹੋ? ਮੈਂ ਕਿਹਾ ਫਿਰ ਤੁਸੀਂ ਆਏ ਕਿਸ ਤਰ੍ਹਾਂ? ਕਹਿੰਦੇ ਜੀ ਅਸੀਂ ਜ਼ਮੀਨ ਵੇਚਤੀ ਸੀ, ਅਸੀਂ ਤੇ ਲੋਨ ਲੈ ਲਿਆ ਫਲਾਨਾ, ਤੇ ਸਾਡੇ ਤੇ ਜਿਹੜੇ ਫੈਮਿਲੀ ਆਸ ਲਾ ਕੇ ਬੈਠੀ ਹੈ ਜੀ, ਫਲਾਨਾ ਮੁੰਡਾ ਗਿਆ ਹੈ ਜੀ ਸਿੰਗਾਪੁਰ, ਉੱਥੇ ਕਰੇਗਾ ਜੀ, ਪੱਕਾ ਹੋ ਕੇ ਆਏਗਾ ਜੀ, ਫਿਰ ਗਾਂ ਫਿਰ ਕੈਨੇਡਾ ਜਾਏਗਾ, ਫਿਰ ਅਮਰੀਕਾ ਜਾਏਗਾ, ਪੱਕੇ ਹੋ ਕੇ ਆਏਗਾ ਜੀ, ਪਾਸਪੋਰਟ ਲੈ ਕੇ ਆਏਗਾ ਨਾਲ ਨੀਲਾ ਪਾਸਪੋਰਟ ਜਿਹੜੇ ਕੈਨੇਡਾ ਅਮਰੀਕਾ ਦਾ। ਇਸ ਤਰ੍ਹਾਂ ਦੇ ਜਿਹੜੇ ਸਬਜ਼ ਬਾਗ ਦਿਖਾ ਕੇ ਏਜੰਟਾਂ ਨੇ ਲੁੱਟ ਰਹੇ ਆ ਜਿਹੜੀ ਪੰਜਾਬ ਦੀ ਨਸਲ ਨੂੰ। ਆ ਜਸਟ ਵਾਂਟਡ ਟੂ ਵੀ ਕਿ ਵੀ ਦੁਨੀਆ ਕਿੱਥੇ ਜਾ ਰਹੀ ਹੈ। ਅਜੇ ਵਰਮਾ ਕਹਿ ਰਹੇ ਕਿ ਪੰਜਾਬ ਦੇ ਏਜੰਟ ਬੋਲਦੇ ਨੇ ਕਿ ਟੂਰਿਸਟ ਵੀਜ਼ਾ ਨੂੰ ਸਾਡੇ ਐਡਵੋਕੇਟ ਚ ਵਰਕ ਪਰਮਿਟ ਚ ਕਨਵਰਟ ਹੋ ਰਿਹਾ। ਅਜੇ ਵਰਮਾ ਜੀ ਆਈ ਮੈਂ ਗੱਲ ਕਰ ਰਿਹਾ, ਅਜੇ ਵਰਮਾ ਮੈਨੂੰ ਉਹਦੇ ਸੁਣ ਰਹੇ ਹੋ ਲਿਖ ਰਹੇ ਹੈ ਕਿ ਪੰਜਾਬ ਦੇ ਜਿਹੜੇ ਏਜੰਟ ਬੋਲਦੇ ਹੈ ਕਿ ਟੂਰਿਸਟ ਵੀਜ਼ਾ ਅਸੀਂ ਲਵਾ ਕੇ ਤੁਹਾਨੂੰ ਦੇ ਰਹੇ ਹਾਂ, ਤੁਸੀਂ ਕੈਨੇਡਾ ਜਾਓ, ਕੈਨੇਡਾ ਸਾਡਾ ਐਡਵੋਕੇਟ ਬੈਠਾ ਹੋਇਆ ਹੈ,
ਉਹ ਜਾਂਦੇ ਸਾਲ ਤੁਹਾਨੂੰ ਕਨਵਰਟ ਕਰ ਦੇਗਾ, ਪੱਕੇ ਹੀ ਪੱਕੇ, ਤੁਸੀਂ ਕੋਈ ਸ਼ੱਕ ਵਾਲੀ ਕੋਈ ਚਿੰਤਾ ਵਾਲੀ ਗੱਲ ਨਹੀਂ, ਪੱਕੇ ਗਏ ਹੋ ਗਏ ਪੱਕੇ ਬਸ। ਇਸ ਤਰ੍ਹਾਂ ਪੰਜਾਬ ਦੇ ਏਜੰਟ ਜਾ ਕੇ ਆਪਣਾ ਸਮਾਨ ਵੇਚਣੇ ਆ। ਸੋ ਦੈਟਸ ਐਡਵੋਕੇਟ ਮਤਲਬ ਉਹਨਾਂ ਦਾ ਐਡਵੋਕੇਟ ਮਤਲਬ ਇੱਥੇ ਦਾ ਵਕੀਲ, ਉਹ ਜਿਹੜੀ ਉੱਥੇ ਲੋਕ ਬੈਠੋ ਕਹਿੰਦੇ ਐਡਵੋਕੇਟ ਸਾਡਾ ਬੈਠਾ ਇੰਡੀਆ ਵਾਲਾ ਨਹੀਂ, ਉਹ ਸਾਰੇ ਕੈਨੇਡਾ ਬੈਠਾ, ਉਹਨਾਂ ਕੀ ਪਤਾ ਵਾਟ ਇਜ਼ ਐਡਵੋਕੇਟ, ਦੇ ਡੋਨਟ ਨੋ ਵਾਟ ਇਜ਼ ਅ ਬੈਰਿਸਟਰ, ਸੋਲਿਸਿਟਰ ਜਾਂ ਲਾਇਰ ਸਮਥਿੰਗ। ਉਹ ਕਹਿੰਦਾ ਐਡਵੋਕੇਟ ਬੈਠਾ ਜੀ ਸਾਡਾ ਕੈਨੇਡਾ 'ਚ ਨਾ, ਐਡਵੋਕੇਟ ਅਸੀਂ ਬੰਦਾ ਫਿੱਟ ਕੀਤਾ ਹੈ, ਉਹਦੇ ਕੋਲ ਜੌਬ ਵੀ ਹੈ, ਉਹਦੇ ਕੋਲ LMIA ਵੀ ਹੈ, ਤੇ ਬਸ ਤੁਸੀਂ ਜਾਂਦੇ ਸਾਰ ਸੰਪਰਕ ਕਰੋ। ਤੇ ਟੂਰਿਸਟ ਵੀਜ਼ਾ ਤੁਹਾਨੂੰ ਲਗਾ ਦੇਣੇ, ਟੂਰਿਸਟ ਵੀਜ਼ਾ ਪਾਏ ਦੇਵੇ 15-16 ਲੱਖ ਦਾ। ਉੱਥੇ ਜਾ ਕੇ ਜੋ ਸੋ ਕਾਲ ਐਡਵੋਕੇਟ ਹੈ ਉਹਨਾਂ ਨੇ ਹੋਰ ਜਾ ਕੇ ਤੁਹਾਨੂੰ 10 ਗੁਣਾ ਪੈਸੇ ਮਿਲਾਣੇ। ਦਿਸ ਇਜ਼ ਸੋ ਮਚ ਆਫ ਮੈਲ ਪ੍ਰੈਕਟਿਸ, ਮਤਲਬ ਕਿੰਨਾ ਕਰਪਸ਼ਨ ਚੱਲ ਰਿਹਾ ਇਮੀਗ੍ਰੇਸ਼ਨ ਇੰਡਸਟਰੀ, ਮਤਲਬ ਮੈਂ ਹੈਰਾਨ। ਆਈ ਨੋ ਪਰ ਇਹ ਲੋਕਾਂ ਦੀ ਇਦਾਂ ਸ਼ਿਕਾਇਤ ਨਹੀਂ ਉੱਥੇ ਹੋ ਸਕਦੀ ਵੀ ਇਹ ਸਾਨੂੰ ਗਲਤ ਐਡਵਾਈਸ ਦੇ ਰਿਹਾ ਇਸ ਤਰ੍ਹਾਂ? ਸਰ ਜੀ, ਇੱਥੇ ਫਿਰ ਤੁਸੀਂ ਦੱਸੋ ਕਿ ਤੁਹਾਡੇ ਕੋਈ ਅਗਰ ਹੈ ਕੋਈ ਜਿਹੜਾ ਇਸ ਇੰਡਸਟਰੀ ਵਿੱਚ ਹੈ ਉੱਥੇ ਪੰਜਾਬ ਵਾਲਾ, ਉਹੀ ਦੱਸ ਸਕਦਾ ਕਿ ਵੀ ਉੱਥੇ ਕੀ ਕਰਦੇ ਆ। ਮੈਨੂੰ ਲੱਗਦਾ ਨਹੀਂ ਕਿ ਕੋਈ ਇਸ ਤਰ੍ਹਾਂ ਦੀ ਕੋਈ ਸਿਸਟਮ ਹੈ, ਕੰਪਲੇਨ ਸਿਸਟਮ ਹੈ ਪੁਲਿਸ ਵਿੱਚ ਨਾਲ, ਸ਼ਾਇਦ there must be, you know। ਨਹੀਂ ਹੁਣ ਦੇਖੋ ਜਦੋਂ ਆਪਾਂ ਦੇਖਦੇ ਹਾਂ ਕਈ ਵਾਰੀ ਕੀ ਹੁੰਦਾ ਵੀ ਉੱਥੇ ਜੀ ਫਲਾਣੇ ਥਾਂ ਤੇ ਬੰਦੇ ਗਏ, ਉੱਥੇ ਫਸ ਗਏ। ਅੱਜ ਜਿਵੇਂ ਹੁਣ ਸਰਕਾਰ ਦੇਖ ਰਹੇ ਹੋ 39 ਬੰਦੇ ਮਾਰੇ ਗਏ ਇਰਾਕ ਦੇ ਵਿੱਚ, ਫਿਰ ਸਰਕਾਰਾਂ ਪੈਸੇ ਵੀ ਦਿੰਦੀਆਂ ਨੇ ਵੀ ਚੰਗਾ ਜੀ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਤਾਂ ਇਹ ਪਹਿਲਾਂ ਕਿਉਂ ਨਹੀਂ ਜੀ ਲੋਕ ਜਿਹੜੇ ਨੇ ਜਦੋਂ ਜਾਣ ਤੋਂ ਪਹਿਲਾਂ ਉਹਨਾਂ ਨੂੰ ਸਰਕਾਰਾਂ ਕਿਉਂ ਨਹੀਂ ਇਹ ਲੱਭਦੀਆਂ ਵੀ ਭਾਈ ਤੁਸੀਂ ਚੱਲੇ ਆ, ਕਿੱਥੇ ਜਾ ਰਹੇ ਆ? ਬਸ ਮੇਰੇ ਖਿਆਲ ਸਰਕਾਰਾਂ ਕੋਲ ਟਾਈਮ ਹੀ ਨਹੀਂ ਹੈ, ਉਹ ਉਹਨਾਂ ਨੂੰ ਆਪਣੀ ਆਪਣੀ ਕੁਰਸੀ ਦੀ ਪਈ ਹੋਈ ਹੈ ਮੇਰੇ ਖਿਆਲ। ਆਈ ਡੋਂਟ ਥਿੰਕ ਕਿ ਉਹਨਾਂ ਕੋਲ ਇਸ ਤਰ੍ਹਾਂ ਕੋਈ ਪਬਲਿਕ ਦੀ ਜਿਹੜੀ ਸੇਫਟੀ ਜਾਂ ਇਸ ਤਰ੍ਹਾਂ ਦੀ ਕੋਈ ਪਰਵਾਹ ਹੈ ਕਿ ਵੀ ਇਸ ਤਰ੍ਹਾਂ ਪਤਾ ਕਰੀਏ। ਮੇਰੇ ਕੋਲ ਦਿਸ ਇਜ਼ ਦ ਲੀਸਟ ਕੰਸਰਨ ਉਹਨਾਂ ਦਾ ਹੈ ਔਨ ਦ ਲਿਸਟ ਆਫ ਐਕਟੀਵਿਟੀ। ਪਰ ਇਹ ਹੈ ਕਿ ਜਦ ਤੱਕ ਲੋਕਾਂ ਨੇ ਆਪ ਦੁਹਾਈ ਪਾ ਕੇ ਲੋਕਾਂ ਨੂੰ ਮਤਲਬ ਇਹ ਅਟਰੈਕਟ ਨਹੀਂ ਕਰਨਾ ਅਟੈਂਸ਼ਨ ਵੀ ਇੱਥੇ ਵੀ ਤੁਸੀਂ ਦੇਖੋਗੇ ਕਿ ਕੁਝ ਕਰੋ, ਇਟ ਵਿਲ ਟੇਕ ਸਮ ਟਾਈਮ। ਪਰ ਮੈਂ ਤਾਂ ਸਿਰਫ ਜੋ ਆਪਾਂ ਕਰ ਸਕਦੇ ਹਾਂ ਉਦਾਂ ਹੀ ਕਰ ਸਕਦੇ ਹਾਂ। ਜਿੰਨੇ ਵੀ ਲੋਕ ਮੈਨੂੰ ਕਾਲ ਕਰਦੇ ਮੈਂ ਤਾਂ ਉਹਨਾਂ ਨੂੰ ਸਾਫ਼ ਕਹਿੰਦਾ ਕਿ ਵੀ ਤੁਸੀਂ ਵਰਕ ਪਰਮਿਟ ਵਗੈਰਾ ਇਸ ਤਰ੍ਹਾਂ ਦਾ ਕੋਈ ਕੰਮ ਨਾ ਕਰੋ। ਅੱਜ ਹੀ ਮੈਨੂੰ ਕਿਸੇ ਦਾ ਵੀ ਆਇਆ ਇੱਕ, ਉਹਨਾਂ ਨੇ ਇੱਕ ਵਰਕ ਪਰਮਿਟ ਜੌਬ ਆਫਰ ਵਗੈਰਾ ਮੈਨੂੰ ਭੇਜਿਆ ਸੀ। ਜੌਬ ਆਫਰ ਵਗੈਰਾ ਨਾ ਮੈਂ ਦੇਖਿਆ ਇੰਡੀਆ ਮਤਲਬ ਕਈ ਏਜੰਟ ਬੈਠੇ ਉੱਥੇ ਆਪਣੇ ਲੈਟਰ ਹੈਡ ਦੇ ਜੌਬ ਆਫਰ ਬਣਾਈ ਜਾਂਦੇ ਆ ਉੱਥੇ ਇੰਡੀਆ ਬੈਠੇ ਇੱਥੇ ਕੋਈ ਵੀ ਕੰਪਨੀ ਦਾ ਨਾਮ ਦੇਖ ਲਿਆ, ਗੂਗਲ ਤੇ ਦੇਖ ਲਿਆ ਆਪਣਾ, ਮਤਲਬ ਟਰਾਂਸ ਕੈਨੇਡਾ ਜੋ ਵੀ ਕੋਈ ਐਨੀ XYZ ਨੇਮ फलाना कनाडा लिख के LLP LLC कंपनी बनाती, लेटर दिखता ऊपर एक कोई मेपल लीफ का इधर बनाया जी, कुछ ना कुछ लगता भी हाँ भी कनाडा तो कोई आया। फिर थले अपना जॉब लिख के थले साइन करता जी सैम स्मिथ मैकडोनल्ड वाइस प्रेसिडेंट ऑफ रिक्रूटिंग। ते फर्क उत्थे एक नकली जा नोटरी बना के कहता जी टू मिस्टर फलाना फलाना सिंह दिस जॉब इज कन्फर्म, ਤੁਹਾਨੂੰ सैलरी मिलेगी जी $8,000 महीने ਦੀ, ਤੇ ਨਾਲ ਤੁਹਾਨੂੰ ਘਰ ਫ੍ਰੀ ਮਿਲੇਗਾ, ਤੁਹਾਨੂੰ ਕਾਰ ਲੈ ਕੇ ਜਾਏਗੀ, ਕਾਰ ਲੈ ਕੇ ਆਏਗੀ, ਤੇ ਤੁਹਾਡਾ ਟਿਕਟ ਵੀ ਅਸੀਂ ਦਿਆਂਗੇ ਤਿਆਰ। ਤੇ ਇਹ ਜੌਬ ਤੁਸੀਂ ਅਗਰ ਤੁਹਾਨੂੰ ਮਨਜ਼ੂਰ ਹੈ ਤੇ ਸਾਈਨ ਕਰ ਦਿਓ। ਮਿਸਟਰ ਜੌਨ ਮੈਕਡੋਨਲਡ ਦਾ ਵੀ ਸਾਈਨ ਹੈ, ਦੋਨੋਂ ਦਾ ਸਾਈਨ ਹੋ ਗਿਆ। ਤੇ ਉਹਨਾਂ ਨੇ ਜਾ ਕੇ ਜਿਹੜੇ ਕਲਾਇੰਟ ਹੈ ਉਹਨਾਂ ਨੂੰ ਕਹਤਾ ਵੀ ਲਓ ਜੀ ਤੁਹਾਨੂੰ ਜੌਬ ਮੰਗਾਤੀ ਹੈ, ਆਹ ਦੇਖੋ ਜੌਬ ਹੈ, ਇਹ ਤੁਹਾਨੂੰ ਜੌਬ ਪੱਕੀ ਮਿਲੇਗੀ, $8,000 ਦੀ ਤਨਖਾਹ ਹੈ, ਫਲਾਨਾ ਫਲਾਨਾ, ਤੁਸੀਂ ਅਗਰ ਚਾਹੁੰਦੇ ਹੋ ਤੇ ਅਸੀਂ ਤੁਹਾਨੂੰ ਵਰਕ ਪਰਮਿਟ ਕਰਾ ਸਕਦੇ ਹਾਂ। ਕਹਿੰਦੇ ਹਾਂਜੀ ਭਾਜੀ ਕਰ ਦਿਓ। ਉਹਨਾਂ ਨੇ 10-15 ਲੱਖ ਰੁਪਏ ਡਿਪੋਜ਼ਿਟ ਲੈ ਕੇ ਚੱਲ ਪਈ, ਉਹ ਬੰਦਾ ਫਿਰ ਗਾਇਬ ਹੋ ਗਿਆ। ਦਿਸ ਕੀਪਸ ਔਨ ਹੈਪਨਿੰਗ ਐਵਰੀ ਟਾਈਮ। ਅੱਜ ਹੀ ਮੈਨੂੰ ਕਿਸੇ ਨੇ ਦਿਖਾਇਆ ਇੱਕ ਲਾਈਕ ਅ ਫੇਕ ਜੌਬ ਲੈਟਰ, ਐਂਡ ਉੱਥੇ ਇੰਡੀਆ ਤੋਂ ਬਣਾਇਆ ਹੁੰਦਾ ਹੈ। ਇੱਥੇ ਕਿਸੇ ਨੂੰ ਭੇਜਿਆ ਆਪਣੇ ਦੋਸਤ ਨੂੰ ਇੱਥੇ ਟੋਰਾਂਟੋ, ਤੇ ਉਸ ਟੋਰਾਂਟੋ ਜਿਹਨਾਂ ਨੂੰ ਮਿਲਿਆ ਸੀ ਉਹਨਾਂ ਨੇ ਮੈਨੂੰ ਕਾਲ ਕੀਤਾ, ਮੈਨੂੰ ਭੇਜਿਆ WhatsApp ਤੇ ਮੈਂ ਤੇ ਦੇਖਦੇ ਹੀ ਉਹਨਾਂ ਨੂੰ ਕਹਿਤਾ ਕਿ ਵੀ ਦਿਸ ਇਜ਼ ਅ ਫੇਕ, ਇਹ 'ਚ ਕੁਛ ਹੈ ਨਹੀਂ ਹੈ। ਤੇ this is how people are being exploited. Very sad. ਮੈਨੂੰ ਜੀ ਅੱਜ ਇੱਕ ਦਿਨੇ ਇਸੇ ਤਰ੍ਹਾਂ ਹੀ ਫੋਨ ਆਇਆ ਸੀ, ਤੁਹਾਨੂੰ ਭਾਲਦੇ ਸੀਗੇ ਸ਼ਖਸ ਬਰੁਕਸ ਅਲਬਰਟਾ ਤੋਂ। ਉਹ ਕਿਸੇ ਨੂੰ ਮੈਨੂੰ ਲੱਗਦਾ ਜੀ ਪਤਾ ਲੱਗ ਜਾਂਦਾ ਥੋੜਾ ਬਹੁਤ ਵੀ ਹਾਂ ਜੀ ਉੱਥੇ ਫਲਾਣਾ ਇਮੀਗ੍ਰੇਸ਼ਨ ਦਾ, ਤੁਸੀਂ ਇੱਥੇ ਕਾਲ ਕਰ ਲਓ। ਉਹ ਮੈਂ ਕਿਹਾ ਜੀ ਕੋਈ ਗੱਲ ਸੁਣੋ, ਇਹ ਤਾਂ ਰੇਡੀਓ ਸਟੇਸ਼ਨ ਆ, ਇਹ ਮੇਰੇ ਕੋਲ ਏਦਾਂ ਦੀ ਜਾਣਕਾਰੀ ਨਹੀਂ। ਉਹ ਕਹਿੰਦਾ ਜੀ ਮੈਂ ਸਟੂਡੈਂਟ ਆ ਤੇ ਮੇਰੀ ਜਿਹੜੀ ਗਰਲਫ੍ਰੈਂਡ ਆ ਉਹ ਵਿਨੀਪੈਗ ਰਹਿੰਦੀ ਆ, ਆਪ ਉਹ ਬਰੁਕਸ ਅਲਬਰਟਾ 'ਚ ਰਹਿੰਦਾ। ਅੱਛਾ। ਤੇ ਉਹ ਮੈਂ ਜੀ ਉਹਦੇ ਨਾਲ ਮਤਲਬ ਮੈਰਿਜ ਕਰਨੀ ਚਾਹੁੰਦਾ। ਠੀਕ ਹੈ। ਤੇ ਉਸ ਤੋਂ ਬਾਅਦ ਉਹ ਪੱਕੇ ਹੋਣਾ ਚਾਹੁੰਦੇ ਨੇ, PR ਲੈਣਾ ਚਾਹੁੰਦੇ, ਵੀ ਉਹ ਕਿੱਦਾਂ ਹੋ ਸਕਦੀ ਹੈ? ਠੀਕ ਹੈ। ਮੈਂ ਕਿਹਾ ਜੀ ਵੀ ਗੱਲ ਸੁਣੋ, ਮੈਂ ਤੁਹਾਨੂੰ ਕੋਈ ਗਲਤ ਐਡਵਾਈਸ ਦੇਵਾਂ,
ਹਾਂ ਸਰਦਾਰ ਅਮਰਜੋਤ ਸਿੰਘ ਉਹਨਾਂ ਦਾ ਨੰਬਰ ਹੈ, ਉਹਨਾਂ ਨੂੰ ਫੋਨ ਕਰੋ, ਉਹ ਸਲਾਹ ਮਸ਼ਵਰੇ ਦਿੰਦੇ ਨੇ, ਸਹੀ ਸਲਾਹ ਮਸ਼ਵਰੇ ਜਿਹੜੇ ਹੋ ਸਕਦੀ है। That's right, that's right। तो अगर सुन रहे होंगे जरूर कर सकते। केपी सिंह मैनू टाइप कर रहे हैं फेसबुक पे कि अगर पंजाब विच जिहड़े सो कॉल जिहड़े पब्लिक जिहड़े इमिग्रेंट्स है जिहड़े बाहर निकलना चाਹੁੰਦੇ ਉਹਨਾਂ ਨੂੰ अगर दस दईए कि भी तुसीं जुगाड़ी स्टफ ना करो तो ਉਹਨਾਂ ਨੂੰ बुरा लग जाता है, they get offended। ਲੋਕਾਂ ਨੂੰ ਦੱਸੀ ਕਿ ਨਾ ਵੀ ਤੁਸੀਂ ਇਦਾਂ ਜੁਗਾੜ ਵਾਲਾ ਕੰਮ ਨਾ ਕਰੋ ਤੇ ਉਹਨਾਂ ਨੂੰ ਬੁਰਾ ਲੱਗ ਜਾਂਦਾ। ਇੱਕ ਗੱਲ ਤੁਹਾਨੂੰ ਮੈਂ ਹੋਰ ਕਲੀਅਰ ਕਰਦਾ, ਜਿਹੜੇ ਉਹ ਸਿੰਗਾਪੁਰ ਤੋਂ ਵਾਲੇ ਜਿਹੜੇ ਕਾਲ ਕਰ ਰਹੇ ਸੀ ਨਾ ਸਟੂਡੈਂਟ, ਉਹਨਾਂ ਨੇ ਮੈਨੂੰ ਦੱਸਿਆ ਕਿ ਮੇਰੇ ਨਾ ਬੈਕਗ੍ਰਾਉਂਡ ਵਿੱਚ ਗੈਪ ਹੈ ਤੇ ਮੈਂ ਕਿਹਾ ਵੀ ਗੈਪ ਹੈ ਤੇ ਤਾਂ ਕੀ ਹੋਇਆ, ਚਲੋ ਗੈਪ ਤੇ ਹੈ, ਮੈਂ ਕੁਝ ਕਰ ਨਹੀਂ ਸਕਦਾ। ਮਤਲਬ ਕਿ ਜੇਕਰ 12ਵੀਂ ਦੇ ਬਾਅਦ ਅਗਰ ਤੁਹਾਡਾ ਗੈਪ ਹੈ 4-5 ਸਾਲ ਦਾ ਗੈਪ ਹੈ, ਉਹਦੇ ਬਾਅਦ ਤੁਸੀਂ ਫਿਰ ਸਟੱਡੀ ਨਹੀਂ ਕਰ ਸਕੇ ਤੇ ਹੁਣ ਸਟੱਡੀ ਕਰਨ ਗਾਂ ਤੁਸੀਂ ਜਾ ਰਹੇ ਹੋ ਤੇ ਹਮੇਸ਼ਾ ਲੋਕਾਂ ਨੂੰ ਇਹ ਹੁੰਦਾ ਕਿ ਵੀ ਗੈਪ ਕਿੱਦਾਂ ਫਿਲ ਕਰਨਾ ਹੈ, ਗੈਪ ਕਿੱਦਾਂ ਹੁਣ ਕੰਪਰੋਮਾਈਜ਼ ਹੋ ਗਿਆ ਕਿੱਦਾਂ ਸ਼ੋ ਕਰਨਾ ਹੈ। ਦੈਟ ਇਜ਼ ਰਾਈਟ। ਲੇਕਿਨ ਗੱਲ ਦੇਖੋ ਇੰਡੀਆ ਦਾ ਤੁਸੀਂ ਸੈਂਟੀਮੈਂਟ ਦੇਖੋ, ਮੈਨੂੰ ਉਹ ਕਹਿ ਰਹੇ ਕਿ ਮੈਨੂੰ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਵੀ ਗੈਪ ਲਈ ਨਾ ਆਪਾਂ ਕੋਈ ਇੰਡੀਆ ਤੋਂ ਕਾਗਜ਼ ਬਣਾ ਲਾਂਗੇ, ਮਤਲਬ ਕੋਈ ਫਰਜ਼ੀ ਕੋਈ ਡਿਪਲੋਮਾ ਡਿਗਰੀ ਜੁਗਾੜ ਬਣਾ ਕੇ ਉਹਨੂੰ ਫਿਲਅਪ ਕਰ ਦਿਆਂਗੇ ਵੀ ਜੀ ਮੈਂ ਪਹਿਲਾਂ ਇਹ ਸਰਟੀਫਿਕੇਟ ਕਰ ਰਿਹਾ ਸੀ, ਫਿਰ ਉਹ ਕਰ ਰਿਹਾ ਸੀ, ਫਿਰ ਉਧਰ ਕਰ ਰਿਹਾ ਸੀ। ਉਹ ਮੈਂ ਕਿਹਾ ਭਾਜੀ ਮੈਂ ਨਹੀਂ ਕਰ ਸਕਦਾ ਇਸ ਤਰ੍ਹਾਂ ਕੰਮ, ਤੁਸੀਂ ਵੀ ਨਾ ਕਰੋ, ਇਹ ਜੁਗਾੜੀ ਕੰਮ ਇੱਥੇ ਨਹੀਂ ਚੱਲਣਾ। ਜੁਗਾੜੀ ਕੰਮ ਕਰਕੇ ਤੁਸੀਂ ਆਪਣੇ ਪੈਰ ਤੇ ਆਪ ਕੁल्हाड़ा ਮਾਰ ਰਹੇ ਹੋ। ਅਗਰ ਜੇ ਬਾਈ ਚਾਂਸ ਕਿਤੇ ਟਰੈਪ ਹੋ ਗਏ 5 ਸਾਲ ਲਈ ਮਿਸ ਰਿਪਰੈਜ਼ੈਂਟੇਸ਼ਨ ਅੰਦਰ ਬੈਨ ਹੋ ਜਾਓਗੇ। ਪਰ ਇਹ ਆਮ ਹੀ ਇੱਕ ਸੈਂਟੀਮੈਂਟ ਹੈ ਇੰਡੀਆ 'ਚ ਕਿ ਵੀ ਆਪਾਂ ਇਹਨੂੰ ਫੇਸ ਕਰ ਦਾਂਗੇ ਜੀ, ਕੋਈ ਗੱਲ ਨਹੀਂ, ਕੋਈ ਐਜੂਕੇਸ਼ਨ ਬਣਾ ਦੇंगे ਜੀ, ਕੋਈ ਐਕਸਪੀਰੀਅੰਸ ਸਰਟੀਫਿਕੇਟ ਲਾ ਦੇंगे ਜੀ, ਗੈਪ ਕਵਰ ਹੋ ਜਾਏਗਾ, ਤੁਸੀਂ ਫਿਕਰ ਨਾ ਕਰੋ। ਇਸ ਤਰ੍ਹਾਂ ਉਹ ਕਹਿੰਦੇ ਆ। ਜਸਵਿੰਦਰ ਕੌਰ ਮੈਨੂੰ ਪੁੱਛ ਰਹੇ हैं कि जॉब ऑफर फ्रॉम इंडिया इज पॉसिबल गाइड प्लीज। ਆਪਾਂ ਦੇਖਦੇ ਜਦੋਂ ਤੱਕ ਕਾਲ ਦੇਖ ਲਈਏ, ਕਾਲ ਹੈ ਕਿਸੇ ਦੀ, ਦੇਖਦੇ ਹਾਂ ਕਾਲਰ ਸਾਹਿਬ ਕੀ ਕਰੇ। ਹੈਲੋ ਦੇਸ਼ਮਿਆ, ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਗ੍ਰੇਡ 7 ਦੀ ਪੜ੍ਹਦਾ ਬੱਚਾ ਇੱਕ ਸਕੂਲ ਚ ਐਡਮਿਸ਼ਨ ਲੈ ਲਵੇ, ਉਹ ਆ ਪੜ੍ਹ ਸਕਦਾ? ਉਹ ਸਰ ਜੀ ਇਦਾਂ ਹੈ ਕਿ ਗ੍ਰੇਡ 7 ਦਾ ਬੱਚਾ ਹੈ ਨਾ, ਇਹ ਹਾਰਡਲੀ ਮੇਰੇ ਖਿਆਲ 12 ਸਾਲ ਦਾ ਹੈ, ਕਿੰਨੇ ਸਾਲ ਸੇ 11-12 ਸਾਲ ਦਾ, ਇਹ ਮਾਈਨਰ ਜਿਹੜਾ ਸਕੂਲਿੰਗ ਵੀਜ਼ਾ ਅੱਜ ਕੱਲ ਬੜਾ ਪ੍ਰਚਲਿਤ ਹੈ ਜਿਹੜਾ ਪਟਿਆਲੇ ਸਾਈਡ ਜਾਂ ਹੋਰ ਵੀ। ਸੋ ਗੱਲ ਤੇ ਹੈ ਕਿ ਅਗਰ ਐਡਮਿਸ਼ਨ ਮਿਲ ਵੀ ਗਿਆ ਤੇ ਨਾਲ ਅਗਰ ਇੱਥੇ ਕਸਟੋਡੀਅਨ ਵੀ ਹੈ, ਗਾਰਡੀਅਨ ਹੈ, ਤਾਂ ਬੱਚੇ ਨੂੰ ਐਡਮਿਸ਼ਨ ਦੇ ਕੇ ਅਗਰ ਤੁਸੀਂ ਉਹਨੂੰ ਫੰਡਸ ਕਰਕੇ ਤੁਸੀਂ ਸਾਰਾ ਸ਼ੋਅ ਵੀ ਕਰਦੇ ਹੋ, ਵੀਜ਼ਾ ਮਿਲਣਾ ਬਹੁਤ ਔਖਾ ਹੈ। ਮੈਂ ਤੇ ਪਿਛਲੇ 2-3 ਸਾਲ ਤੋਂ ਨਹੀਂ ਸਰ ਜੀ, ਮਾਈਨਰ ਬੱਚੇ ਦੀ ਗੱਲ ਕਰ ਰਹੇ ਹਾਂ ਜਿਹੜਾ 7th ਗ੍ਰੇਡ ਹੈ। 7th ਗ੍ਰੇਡ ਮਤਲਬ ਕਿ 12 years ਮੇਬੀ 13 years, ਕਿਉਂਕਿ ਉਹ 18 ਸਾਲ ਤੋਂ ਥੱਲੇ ਹੈ ਐਂਡ ਦੇ ਆਰ ਗੋਇੰਗ ਇਨਟੂ ਪਬਲਿਕ ਸਕੂਲਿੰਗ ਸਿਸਟਮ। ਜਿਸ ਤਰ੍ਹਾਂ ਹੁਣ ਐਡਮਿੰਟਨ ਪਬਲਿਕ ਸਕੂਲ ਹੈ, ਇੱਥੇ ਤੁਸੀਂ ਉਹ ਫੀਸ ਚਾਰਜ ਕਰਦੇ ਆ, ਉਹਨਾਂ ਦੀ ਇੰਟਰਨੈਸ਼ਨਲ ਫੀਸ ਹੈ ਕਰੀਬ $13,000 ਸਾਲ ਦੀ, ਕਰੀਬ ਪਲੱਸ ਮੈਡੀਕਲ ਫਲਾਣਾ। ਪੈਸੇ ਤੁਸੀਂ ਉਹਨਾਂ ਨੂੰ ਪੜਾ ਦਿਓ, ਤੁਹਾਨੂੰ ਐਡਮਿਸ਼ਨ ਉਹਨੇ ਫਟ ਦੇ ਦੇਣਾ ਕਿਉਂਕਿ ਦੇ ਵਾਂਟ ਮਨੀ, ਉਹਨਾਂ ਨੂੰ ਤਾਂ ਫ੍ਰੀ ਇੰਟਰਨੈਸ਼ਨਲ ਟਿਊਸ਼ਨ ਮਨੀ ਮਿਲ ਰਹੀ ਹੈ। ਚੰਡੀਗੜ੍ਹ ਵਾਲੇ ਜਿਹੜੇ ਵੀਜ਼ਾ ਵਾਲੇ ਅਫਸਰ ਬੈਠੇ ਹੈ ਨਾ, ਉਹਨਾਂ ਦਾ ਕਹਿਣਾ ਇਸ ਤਰ੍ਹਾਂ ਹੈ ਕਿ ਵੀ ਜਿਹੜਾ ਬੱਚਾ ਛੋਟਾ ਹੈ ਨਾ, ਆਪਣੇ ਮਾਤਾ ਪਿਤਾ ਤੋਂ ਤੁਸੀਂ ਉਹਨੂੰ ਵੱਖਰਾ ਕਰਕੇ ਤੁਸੀਂ ਲਿਜਾ ਰਹੇ ਹੋ ਐਜ਼ ਅ ਕਸਟੋਡੀਅਨ ਗਾਰਡੀਅਨ। ਮਤਲਬ 7th, ਫਿਰ ਉਹਦੇ ਬਾਅਦ 8th 9th 10th ਇਸ ਤਰ੍ਹਾਂ 12ਵਾਂ, ਮਤਲਬ ਕਿ 5 years ਤੱਕ ਉਹ ਹਾਈ ਸਕੂਲ ਕਰੇਗਾ, ਉਹ ਕਰੇਗਾ। ਇਟ ਡਜ਼ ਨਾਟ ਮੇਕ ਸੈਂਸ ਕਿ ਇੰਨੇ ਛੋਟੇ ਬੱਚੇ ਨੂੰ ਤੁਸੀਂ ਉਹਨੂੰ ਸੈਪਰੇਟ ਕਰੋ। ਇਟਸ ਕਾਲਡ ਬੈਸਟ ਇੰਟਰਸਟ ਆਫ ਦ ਚਾਈਲਡ। जब वो 12वीं पास कर लेगा, जब कॉलेज जाएगा, then he is +18, then वो मैच्योर हो गया, एडल्ट हो गया, फिर तो कोई। लेकिन वो 7वीं ग्रेड पे जेड़ा बच्चा आएगा, वो मतलब इट इज नॉट रीजनेबल। पिछले 3-4 साल तो मैं नहीं देखा कोई इंडिया तो स्पेशली चंडीगढ़ तो किसी का कोई छोटे बच्चे का वीजा लग्या है तो लग्या होके इत्थे आके पढ़ाई कर रहा, मैं नहीं देखा। मैं अपनी गल दस रहा पर्सनली, मेरा अज तो करीब मेरा ख्याल है कि 3 या 4 साल पहला मैं इत्थे केस लिया सी किसी का एडमिंटन। अगर जे मेरी गलबात सुन रहे उन्होंने पता भी है, मैं उन्होंने एडमिशन भी कराया इत्थे, फिर दोबारा अप्लाई भी किया स्टडी वीजा। एक बार नहीं लग्या, 2 बार नहीं लग्या, ਉਹਨੂੰ ਦੁਬਾਰਾ ਅਪੀਲ ਕਰਕੇ ਮੈਂ ਦੁਬਾਰਾ ਪਾਇਆ, ਦੁਬਾਰਾ ਕਰਕੇ ਲਿਖਿਆ ਤੇ ਹਾਰ ਕੇ ਮੈਨੂੰ ਜਿਨ੍ਹਾਂ ਨੇ ਪੈਸੇ ਮੈਨੂੰ ਦਿੱਤੇ ਸੀ, ਮੈਨੂੰ ਪੈਸੇ ਵਾਪਸ ਕਰਨੇ ਪਏ। ਮੈਂ ਰਿਫੰਡ ਕਰਦਾ, ਮੈਂ ਕਿਹਾ ਸਤਿ ਸ੍ਰੀ ਅਕਾਲ, ਇਸ ਪੋਸੀਬਲ ਨਹੀਂ ਹੈ। ਉਹਨਾਂ ਨੂੰ ਮੈਨੂੰ ਇਹ ਵੀ ਕਿਹਾ ਕਿ ਤੁਸੀਂ ਅਪੀਲ ਕਰੋ, ਫਲਾਣਾ ਕਰੋ। ਮੈਂ ਕਿਹਾ ਇਹ ਅਪੀਲੇਬਲ ਐਪਲੀਕੇਸ਼ਨ ਹੈ ਹੀ ਨਹੀਂ, ਇਹਦੇ ਵਿੱਚ ਅਪੀਲ ਪੋਸੀਬਲ ਦਾ ਕੋਈ ਹੈ ਨਹੀਂ, ਇਹ ਕੋਈ ਕੋਰਟ ਵਿੱਚ ਜਾ ਕੇ ਤੁਸੀਂ ਅਪੀਲ ਨਹੀਂ ਕਰ ਸਕਦੇ। ਐਨੀਵੇ, ਇੱਕ ਕੇਸ ਉਹ ਸੀ ਜਿਹੜਾ ਨਹੀਂ ਹੋਇਆ। ਦੂਸਰਾ ਕੇਸ ਹੋਰ ਸੀ ਮੇਰੇ ਜਾਣਕਾਰ, ਉਹਨਾਂ ਨੇ ਵੀ ਮੈਨੂੰ ਕੇਸ ਦਿੱਤਾ ਸੀ ਇਸ ਤਰ੍ਹਾਂ ਕਿ ਵੀ ਤੁਸੀਂ ਇਹਦਾ ਬੱਚੇ ਦਾ ਕਰੋ। ਉਹਨਾਂ ਦਾ ਵੀ ਟਰਾਈ ਕੀਤਾ, ਫੀਸ ਵੀ $150 ਫੀਸ ਵੀ ਚਲੀ ਗਈ ਤੇ ਬਾਕੀ ਫਿਰ ਵੀ ਵੀਜ਼ਾ ਉਹਨਾਂ ਨੇ ਲੱਗਿਆ ਨਹੀਂ। ਸੋ ਚੰਡੀਗੜ੍ਹ ਵਾਲੇ ਮੈਂ ਸਮਝਦਾ ਕਿ ਟੂਰਿਸਟ ਜਿਹੜੇ ਮਾਈਨਰ ਵੀਜ਼ਾ ਹੈ ਨਾ,
ਉਹ ਦਿੰਦੇ ਨਹੀਂ ਹੈ ਫॉर ਵੈਰਾਈਟੀ ਆਫ ਰੀਜ਼ਨ ਹੁੰਦੇ, ਬਾਕੀ ਹਾਂ ਦੂਸਰੀ ਕੰਟਰੀ ਤੋਂ ਮਿਲ ਰਿਹਾ ਹੈ। ਇੱਕ ਹੋਰ ਪੰਜਾਬ ਪ੍ਰੋਬਲਮ ਹੈ ਕਿ ਜਿਹੜੇ ਕੰਸਲਟੈਂਟ ਇਦਾਂ ਕਹਿ ਰਹੇ ਹੈ ਕਿ ਨਾ ਕੇਵਲ ਤੁਹਾਨੂੰ ਵੀਜ਼ਾ ਮਿਲੇਗਾ ਪਰ ਤੁਸੀਂ ਆਪਣੇ ਮਾਤਾ ਪਿਤਾ ਨੂੰ ਵੀ ਲਿਜਾ ਕੇ ਨਾਲ ਪੱਕਾ ਕਰ ਦੋਗੇ। ਇੱਕ ਹੋਰ ਕੰਪਲਿਕੇਸ਼ਨ ਉਹਨਾਂ ਨੇ ਕ੍ਰੀਏਟ ਕੀਤੀ ਹੈ, ਮਤਲਬ ਲੋਕਾਂ ਨੂੰ ਲੁਭਾਉਣ ਲਈ, ਲੋਕਾਂ ਨੂੰ ਪੈਸੇ ਖਿੱਚਣ ਲਈ ਕਿ ਵੀ ਤੁਸੀਂ ਆਪਣੇ ਬੱਚੇ ਦਾ ਐਡਮਿਸ਼ਨ ਕਰਾਓ। ਕਈ ਤਾਂ ਇਸ ਤਰ੍ਹਾਂ ਵੀ ਕਹਿ ਰਹੇ ਕਿ 5 ਸਾਲ ਦਾ ਬੱਚਾ, 6 ਸਾਲ ਦਾ ਬੱਚਾ ਤੁਸੀਂ ਐਡਮਿਸ਼ਨ ਕਰਾਓ ਜੀ, ਤੇ ਐਡਮਿਸ਼ਨ ਕਰਾਓਗੇ ਜੀ ਇੱਕ ਤੁਹਾਡੇ ਪੇਰੈਂਟ ਨੂੰ ਵੀਜ਼ਾ ਪੱਕਾ ਮਿਲੇਗਾ। ਵੀਜ਼ਾ ਜਾਂਦੇ ਸਾਰ ਉਹ ਪਹੁੰਚ ਵੀ ਜਾਏਗਾ ਜਾਂ ਜਾਏਗੀ ਉੱਥੇ ਮਦਰ ਜਾਂ ਫਾਦਰ, ਤੇ ਜਾਂਦੇ ਉਹਨੂੰ ਵਰਕ ਪਰਮਿਟ ਵੀ ਮਿਲੇਗਾ ਜੀ, ਤੇ ਦੂਸਰਾ ਹੀ ਪੱਕਾ ਹੋ ਜਾਏਗਾ ਤੇ ਤੁਸੀਂ ਸਾਰੇ ਪੱਕੇ ਹੋ ਜਾਓਗੇ। ਇਸ ਪੂਰੇ ਪੈਕੇਜ ਲਈ ਕੋਈ 16 ਲੱਖ, ਕੋਈ 20 ਲੱਖ, ਕੋਈ 25 ਲੱਖ ਇਦਾਂ ਚਾਰਜ ਕਰ ਰਹੇ। ਸਪੈਸ਼ਲੀ ਪਟਿਆਲਾ ਏਰੀਆ 'ਚ ਹਾਲੇ ਵੀ ਤੁਸੀਂ ਦੇਖੋਗੇ ਉਧਰ ਦੇ ਅਖਬਾਰ ਦੇਖਣਾ, ਕੋਈ ਉਸ ਦੇ ਲੋਕਲ ਅਖਬਾਰ 'ਚ ਕਈ ਐਡ ਆ ਰਹੇ ਹੈ ਇਸ ਵੇਲੇ, ਈਵਨ ਔਨ TV। ਪਿਛਲੀ ਵਾਰ ਜਦ ਮੈਂ ਕਰੀਬ ਮੇਰੇ ਖਿਆਲ ਅਗਸਤ ਜਾਂ ਸਤੰਬਰ ਦੀ ਗੱਲ ਹੈ, ਤੇ ਮੈਨੂੰ ਵੀ ਕਈ ਕਾਲ ਆਏ ਕਿ ਭਾਜੀ ਇਸ ਤਰ੍ਹਾਂ ਦੇ ਕਾਲ ਆਏ। ਮੈਂ ਕਿਹਾ ਵੀ ਤੁਸੀਂ ਮੈਨੂੰ ਦਿਖਾਓ ਕਿ ਇਹਦਾ ਕੋਈ ਵੀਜ਼ਾ ਲੱਗਿਆ ਹੈ। ਮੈਂ ਆਪ ਕਾਲ ਕੀਤਾ ਕੁਛ ਏਜੰਟਾਂ ਨੂੰ, ਲੇਕਿਨ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਵੀ ਇਹ ਵੀਜ਼ਾ, ਜਿਹੜੇ ਉਹਨਾਂ ਨੇ ਤਾਂ ਆਪਣਾ ਕਸਟਮਰ ਸਰਵਿਸ 'ਤੇ ਬਿਠਾਇਆ ਹੋਇਆ ਸੇਲ ਸਟਾਫ, ਉਹਨਾਂ ਨੂੰ ਆਪ ਨਹੀਂ ਪਤਾ ਸੀ ਕਿ ਵੀਜ਼ਾ ਕਿੱਦਾਂ ਲੈਣਾ। ਉਹ ਕਹਿੰਦੇ ਹੋ ਜਾਏਗਾ ਜੀ, ਹੋ ਜਾਏਗਾ, ਬਸ ਤੁਸੀਂ ਪੈਸੇ ਜਮ੍ਹਾਂ ਕਰੋ, ਹੋ ਜਾਏਗਾ। ਮੈਂ ਕਿਹਾ ਤੁਸੀਂ ਕਿਸੇ ਦਾ ਵੀਜ਼ਾ ਦਿਖਾ ਦਿਓ ਮੈਨੂੰ, ਕਿਸੇ ਦਾ ਕੋਈ ਬੱਚਾ। ਉਹ ਕਹਿੰਦੇ ਜੀ ਲੱਗੇ ਜੀ, ਬਹੁਤ ਲੱਗੇ ਜੀ, ਦਰਜਨ ਲੱਗੇ ਵੀ। ਮੈਂ ਕਿਹਾ ਇੱਕ ਦਾ ਦੱਸ ਦਿਓ ਮੈਨੂੰ, ਇੱਕ ਨੰਬਰ ਦੱਸ ਦਿਓ, ਕੋਈ ਇੱਕ ਬੱਚਾ ਜਿਹੜਾ ਇਸ ਵਕਤ ਕੈਨੇਡਾ ਬੈਠਾ ਹੈ, ਪੜ੍ਹਾਈ ਕਰ ਰਿਹਾ ਹੈ, ਮੈਂ ਆਪ ਪਤਾ ਕਰ ਲਾਂਗਾ। ਉਹ ਕਹਿੰਦੇ ਨਹੀਂ ਜੀ ਤੁਸੀਂ ਇਦਾਂ ਨਹੀਂ, ਤੁਸੀਂ ਪਹਿਲਾਂ ਆਫਿਸ ਆਓ, ਸਾਡੇ ਆਫਿਸ ਆਓ, ਰੈਜ਼ੀਡੈਂਟ ਬਣਾਓ, ਕੁਝ ਮਾਇਆ ਦਿਓ ਤਾਂ ਗੱਲ ਹੋਏਗੀ। ਪਰ ਐਨੀਵੇ ਇਟ ਇਜ਼ ਆਲ ਬੋਗਸ ਆਈ ਥਿੰਕ। ਸੋ ਕਈ ਲੋਕ ਹੋਰ ਸਵਾਲ ਟਾਈਪ ਕਰ ਰਹੇ, ਬਿਕਰਮ ਜੀ से बोलना है इसमें कुछ नहीं गलत नहीं, हर क्यों LMH के बॉर्डर जाके इमिग्रेशन डिपार्टमेंट तो इंटरव्यू किया कर रहे हो ਚੰਗੀ ਤਰ੍ਹਾਂ ਇਦਾਂ ਆ ਵੀ ਜਿਹੜੇ ਆਪਣੇ ਸੁਣਨ ਵਾਲੇ ਆ। ਹਾਂਜੀ ਮੈਂ ਉਸ ਸਵਾਲ ਦਾ ਚੰਗੀ ਤਰ੍ਹਾਂ ਮੈਂ ਉਹੀ ਪੜ੍ਹ ਰਿਹਾ, ਉਹਨਾਂ ਦੀ ਆਵਾਜ਼ ਲਿਖਿਆ ਨਹੀਂ ਕਿ ਬਿਕਰਮਜੀਤ ਸਿੰਘ ਤੁਸੀਂ ਅਗਰ ਜੇ ਕਾਲ ਕਰ ਲੋਗੇ ਤਾਂ ਵਧੀਆ ਰਹੇਗਾ। ਬਿਕਰਮ ਜੀ ਅਗਰ ਜੇ ਤੁਸੀਂ ਇੱਧਰ ਹੋ ਤੇ ਪਲੀਜ਼ ਕਾਲ ਕਰ ਲਓ ਜਿਹੜੇ ਨੰਬਰ ਤੇ ਨਾ 7804352762, ਪਲੀਜ਼ ਇੱਥੇ ਕਾਲ ਕਰ ਲੈਣਾ ਤੇ ਮੈਂ ਤੁਹਾਡਾ ਸਵਾਲ ਜ਼ਰੂਰ ਲਿਆਂਗਾ ਜੀ। ਸੋ ਹੋਰ ਕੋਈ ਅਗਰ ਕਿਸੇ ਸਵਾਲ ਪੁੱਛਣਾ ਹੈ ਤੇ ਪੁੱਛ ਸਕਦੇ ਹੋ। ਅੰਮ੍ਰਿਤ ਢਿੱਲੋਂ ਪੁੱਛ ਰਹੇ ਹੈ ਜੀ, ਅਸਲ ਇਧਰ ਪੰਜਾਬ ਦੇ ਤਾਂ ਏਜੰਟ 15 ਤੋਂ 20 ਲੱਖ ਰੁਪਏ ਲੈ ਕੇ ਐਮਬੈਸੀ ਚੋਂ ਹੀ ਅਪਡੇਟ ਕਰਾਉਂਦਾ। ਅਪਡੇਟ ਕਿੰਨਾ ਟਾਈਮ ਲੱਗਦਾ ਪਤਾ ਨਹੀਂ। ਅੰਮ੍ਰਿਤ ਢਿੱਲੋਂ ਜੀ ਤੁਸੀਂ ਵੀ ਕਾਲ ਕਰ ਲੈਣਾ। ਦੋਸਤੋ ਅਗਰ ਜੇ ਤੁਹਾਡਾ ਅਗਰ ਸਵਾਲ ਮੇਰੇ ਖਿਆਲ ਕਲੀਅਰ ਮੈਨੂੰ ਲੱਗ ਨਹੀਂ ਰਿਹਾ ਕਿ ਤੁਹਾਡਾ ਹੈ ਕਿ, ਤੇ ਕਾਲ ਕਰੋ ਪਲੀਜ਼ 7804352762 ਨੰਬਰ ਹੈ ਇੱਥੇ ਸਟੂਡੀਓ ਦਾ। ਸੋ ਇਸ ਤਰ੍ਹਾਂ ਚੱਲ ਰਿਹਾ ਜੀ ਪੰਜਾਬ ਦਾ ਮਾਰਕੀਟ ਇਮੀਗ੍ਰੇਸ਼ਨ ਦਾ। ਬੜੀ ਮਾੜੀ ਗੱਲ ਹੈ ਜੀ। ਦੇਖੋ ਜਿਹੜੇ ਲੋਕ, ਅੱਛਾ ਹੁਣ ਉਹ ਜਿਹੜੀ ਇੱਕ ਗੱਲ ਤੁਸੀਂ ਪੜ੍ਹ ਕੇ ਸੁਣਾਈ ਸੀ ਨਾ ਵੀ ਕੋਈ ਸੱਜਣ ਕਹਿ ਰਿਹਾ ਸੀ ਕਿ ਉੱਥੇ ਅਗਰ ਤੁਸੀਂ ਕਿਸੇ ਨੂੰ ਦੱਸੋ ਵੀ ਇਹ ਤੁਸੀਂ ਜੁਗਾੜ ਜਾਂ ਨਾਮ ਕਰੋ ਤਾਂ ਉਹ ਬੁਰਾ ਮਨਾਉਂਦੇ। ਇਹ ਗੱਲ ਉਹਨਾਂ ਦਾ ਫੈਕਟ ਆ, ਜਿਹੜੀ ਉਹ ਕਹਿ ਰਿਹਾ ਨਾ ਕਿ ਬਿਲਕੁਲ ਹਕੀਕਤ ਆ ਕਿ ਜਦੋਂ ਲੋਕਾਂ ਨੂੰ ਤੁਸੀਂ ਸਿੱਧੇ ਰਾਹ ਪਾਉਂਦੇ ਤਾਂ ਉਹ ਕਹਿੰਦੇ ਜੀ ਵੀ ਇਹ ਤਾਂ ਐਵੇਂ ਸਾਨੂੰ ਟਰਕਾਉਂਦੇ ਆ। ਮਤਲਬ ਜਿਹੜਾ ਕੋਈ ਉਹਨਾਂ ਨੂੰ ਪੁੱਠੇ ਰਾਹ ਪਾ ਕੇ ਉਹਨਾਂ ਦੇ ਜੇਬ ਬੋਝੇ ਚੋਂ ਪੈਸੇ ਕਢਾ ਲਵੇ, ਉਹਨਾਂ ਨੂੰ ਲੱਗਦਾ ਵੀ ਇਹ ਬੰਦਾ ਸਾਨੂੰ ਬਹੁਤ ਵਧੀਆ ਗੱਲਬਾਤ ਦੱਸ ਰਿਹਾ, ਔਰ ਮੁੜ ਕੇ ਉਹ ਬੰਦੇ ਲੱਭਦੇ ਨਹੀਂ। ਬਿਲਕੁਲ 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 ਇਹ ਤੇ ਹੈ। ਸੋ ਦੋਸਤੋ ਫੋਨ ਹੈ ਸਾਡਾ 780 435 2762 ਤੁਹਾਡਾ ਕਿਸੇ ਵੀ ਪੱਖ ਤੋਂ ਕੋਈ ਇਮੀਗ੍ਰੇਸ਼ਨ ਬਾਰੇ ਕੋਈ ਸਵਾਲ ਹੈ ਤਾਂ ਤੁਸੀਂ ਜ਼ਰੂਰ ਫੋਨ ਕਰਕੇ ਅਮਰਜੋਤ ਸਿੰਘ ਉਹਨਾਂ ਨੂੰ ਪੁੱਛ ਸਕਦੇ ਹੋ। ਤੁਹਾਨੂੰ ਬਿਲਕੁਲ ਠੀਕ ਤੇ ਨੇਕ ਸਲਾਹ। ਕੋਈ ਵੀ ਕੁਐਸਚਨ ਹੈ, ਭਾਵੇਂ ਐਕਸਪ੍ਰੈਸ ਐਂਟਰੀ ਹੋ, LMIA, ਵਰਕ ਪਰਮਿਟ, ਸਟੱਡੀ ਪਰਮਿਟ, ਮੈਰਿਜ ਵੀਜ਼ਾ, ਸਪਾਂਸਰਸ਼ਿਪ, ਸਿਟੀਜ਼ਨਸ਼ਿਪ, PR ਕਾਰਡ, ਕਿਸੇ ਦੇ ਬਾਰੇ ਵੀ ਕੋਈ ਸਵਾਲ ਹੈ ਤੇ ਜ਼ਰੂਰ ਤੁਸੀਂ ਸਵਾਲ ਕਰੋ। ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਜਵਾਬ ਦੇਣ ਦਾ। ਦੇਖੇ ਕਾਲਰ ਸਾਹਿਬ ਇੰਡੀਆ ਤੋਂ ਕਾਲ ਲੱਗਦੀ ਸਵਾਲ ਪੁੱਛ ਰਹੇ हैं। हेलो देखते आप। हाँ जी सत श्री अकाल जी, ਤੁਹਾਡੀ ਹੋ ਰਹੀ ਹੈ ਗੱਲਬਾਤ ਇਸ ਵੇਲੇ ਅਮਰਜੋਤ ਸਿੰਘ ਨੂੰ ਸੁਣ ਰਹੇ, ਦੱਸੋ। मैं ਤੁਹਾਡੀ ਆਵਾਜ਼ ਸੁਣ ਰਿਹਾ ਜੀ, ਬੋਲੋ ਜੀ, ਇੰਡੀਆ ਤੋਂ ਕਾਲ ਕਰ ਰਹੇ, ਬੋਲੋ ਜੀ। ਸਤਿ ਸ਼੍ਰੀ ਅਕਾਲ। सर मैं वही कमेंट किया था सर, मेरी ना एक समय से मैं गया हूं सर, मेरी वाइफ KTG कॉलेज ਦੇ ਵਿੱਚ ਸਰ ਲਾਸਟ 3 ਮੰਥ ਤੋਂ ਸਟੱਡੀ ਕਰ ਰਿਹਾ ਹੈ। ਕਿਹੜੇ ਕਾਲਜ? KTG ਕॉलेज ਸਟੱਡੀ ਦੇ ਵਿੱਚ ਹੈ, KTG ਯੂਨੀਵਰਸਿਟੀ ਸਟੱਡੀ ਦਾ। ਅੱਛਾ, ਕੁਆਂਟਲੈਂਡ ਪੋਲੀਟੈਕਨਿਕ KPU। ਹੈਲੋ ਹਾਂਜੀ ਹਾਂਜੀ ਸੁਣ ਰਿਹਾ, ਮੈਂ ਸੁਣ ਰਿਹਾ। ਕੁਆਂਟਲੈਂਡ ਕਾਲਜ ਦੇ ਵਿੱਚ ਜੀ ਅਮਰੀਕਾ KTG ਯੂਨੀਵਰਸਿਟੀ ਦੇ ਵਿੱਚ ਸਰ ਉਹਨਾਂ ਦਾ ਸਟੇਟਸ ਮੈਂ ਇਹਨੂੰ ਓਪਨ ਵਰਕ ਪਰਮਿਟ ਦੀ ਫਾਈਲ ਅਪਲਾਈ ਕਰ ਲੱਗਾ ਹਾਂ ਸਰ। ਅੱਛਾ ਅੱਛਾ ਕਰੋ। ਜਿਹੜਾ ਸਟੱਡੀ ਪਰਮਿਟ ਤੇ ਉਹਨਾਂ ਦੇ ਪਾਸਪੋਰਟ ਤੇ ਮੇਰਾ ਨਾਮ ਨਹੀਂ ਲਿਖਿਆ, ਉਹਨਾਂ ਦਾ ਸਿੰਗਲ ਸਟੇਟਸ ਆ ਸਾਰੀ ਜਗ੍ਹਾ ਤੇ। ਹਾਂ ਨਹੀਂ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਪ੍ਰੋਬਲਮ ਉਹਦੇ ਵਿੱਚ ਕੁਝ ਨਹੀਂ ਹੈ। ਤੁਸੀਂ ਮੈਰਿਜ ਤੁਹਾਡੀ
ਮੈਂ ਜਦੋਂ ਇਧਰੋਂ ਫਾਈਲ ਅਪਲਾਈ ਕਰਨ ਲੱਗਾ ਸੀ ਸਰ, ਜਿਹੜਾ ਇਧਰੋਂ ਮੈਂ ਜਿਹਦੇ ਤੋਂ ਅਪਲਾਈ ਕਰ ਲੱਗਾ ਮੈਂ ਏਜੰਟ ਤੋਂ, ਤੇ ਉਹ ਕਹਿ ਰਿਹਾ ਕਿ ਆਪਾਂ ਮੈਨੀਫੈਕਚਰ ਕਰਵਾ ਲਈਏ ਪਹਿਲਾਂ, ਤਾਂ ਇਦਾਂ ਦਾ ਕੋਈ ਹੈਗਾ ਪ੍ਰੋਸੀਜਰ ਕਿ ਪਹਿਲਾਂ ਮੈਨੀਫੈਕਚਰ ਦੇ? ਨਹੀਂ 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 ਮੈਰਿਟਲ, ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਵੀਜ਼ਾ ਅਪਲਾਈ ਕਰ ਰਹੀ ਸੀ ਤਾਂ ਉਸ ਵਕਤ ਉਹ ਮੈਰਿਡ ਸੀ ਕਿ ਨਹੀਂ? ਜਦੋਂ ਪਹਿਲਾਂ ਸੀ ਵੀਜ਼ਾ ਅਪਲਾਈ ਕੀਤਾ ਸੀ ਉਦੋਂ ਮੈਂ ਸਿੰਗਲ ਸੀ ਜਿਹੜਾ, ਤੇ ਪ੍ਰੋਸੈਸਿੰਗ ਟਾਈਮ ਦੇ ਵਿੱਚ ਮੈਰਿਜ ਹੋਈ ਸੀ। ਪ੍ਰੋਸੈਸਿੰਗ ਟਾਈਮ ਵਿੱਚ ਮੈਰਿਜ ਹੋ ਗਈ, ਜਦ ਉਹਨੂੰ ਵੀਜ਼ਾ ਇਸ਼ੂ ਹੋਇਆ ਸਟੂਡੈਂਟ ਵੀਜ਼ਾ, ਆਲਰੇਡੀ ਤੁਸੀਂ ਮੈਰਿਡ ਹੋ ਗਏ ਸੀ? ਹਾਂਜੀ ਹਾਂਜੀ ਸਰ। ਬਾਅਦ ਵਿੱਚ ਜਿਹੜਾ ਸਰ ਉਹਨਾਂ ਦਾ ਜਦੋਂ ਮੈਰਿਜ ਵੀਜ਼ਾ ਆਇਆ ਜਿੱਦਾਂ ਸਰ ਕਿ ਆਇਆ 20 ਨਵੰਬਰ ਨੂੰ ਮੈਰਿਜ ਹੋਈ ਹੈ ਸਰ, 19 ਨੂੰ ਹੋਈ ਹੈ ਸਰ। ਹਾਂ, ਤੁਹਾਡਾ ਫਰਜ਼ ਬਣਨਾ ਸੀ ਐਕਚੁਅਲੀ, ਜਿਹੜੇ ਤੁਹਾਡੇ ਵਾਈਫ ਹੈ ਨਾ, ਵਾਈਫ ਨੇ ਐਮਬੈਸੀ ਨੂੰ ਇਨਫੋਰਮ ਕਰ ਦੇਣਾ ਸੀ ਕਿ ਮੇਰਾ ਸਟੇਟਸ ਚੇਂਜ ਹੋ ਗਿਆ। ਇਹ ਉਹਨਾਂ ਨੇ ਗਲਤ ਕੀਤਾ ਕਿ ਉਹਨਾਂ ਨੇ ਅਪਡੇਟ ਨਹੀਂ ਕਰਵਾਇਆ ਐਮਬੈਸੀ ਨੂੰ ਹੀ, ਜਿਹੜੇ ਕੌਂਸੂਲੇਟ ਹੈ ਉੱਥੇ ਦੱਸਿਆ ਨਹੀਂ ਕਿ ਵੀ ਮੇਰੀ ਸਟੇਟਸ ਮੈਰਿਡ ਹੋ ਗਿਆ। ਜੇ ਉੱਥੇ ਅਗਰ ਜੇ ਭੁੱਲ ਗਏ ਕੋਈ ਗੱਲ ਨਹੀਂ, ਜਦੋਂ ਇੱਥੇ ਪਹੁੰਚੇ ਸੀ ਨਾ, ਜੇ ਆਪਣੇ ਪੋਰਟ ਆਫ ਐਂਟਰੀ 에ਅਰਪੋਰਟ ਤੇ ਪਹੁੰਚੇ, ਇੱਥੇ ਦੱਸ ਦੇਣਾ ਸੀ ਕਿ ਆਈ ਐਮ ਮੈਰਿਡ ਨਾਓ। ਹਾਂ, ਇਹ ਗਲਤੀ ਤੁਸੀਂ ਕਰ ਗਏ ਹੋ। 15,000 ਰੁਪਇਆ ਲੈ ਰਹੇ ਤੇ ਮੈਰਿਜ ਅਪਡੇਟ ਕਰਵਾ ਦਾਂਗੇ ਤੁਹਾਡੀ, ਕੋਈ ਨਾ ਆਪਾਂ ਫਾਈਲ ਅਪਲਾਈ ਕਰ ਦਾਂਗੇ। ਨਹੀਂ ਮੈਰਿਜ ਅਪਡੇਟ ਉਹ ਕਿੱਥੋਂ ਕਰਵਾ ਦੇਣਗੇ? 15,000 ਲੈ ਕੇ ਕਿਹੜੀ ਜਗ੍ਹਾ ਤੋਂ ਮੈਰਿਜ ਅਪਡੇਟ ਕਰਾਉਂਗੇ ਉਹ? ਨਹੀਂ ਨਾ, ਉਹਦਾ ਇਸ ਆਈਡੀਆ ਦਾ ਕੋਈ ਸਿਰ ਪੈਰ ਨਹੀਂ ਹੈ, ਕਿਉਂਕਿ ਐਮਬੈਸੀ ਤੋਂ ਇਹ ਹੁਣ ਸਬਜੈਕਟ ਹਟ ਚੁੱਕਿਆ ਹੈ। ਐਮਬੈਸੀ ਤੋਂ ਉਹ ਤੇ ਵੀਜ਼ਾ ਇਸ਼ੂ ਹੋ ਕੇ ਉਹ ਤੇ ਇਧਰ ਆ ਚੁੱਕੀ ਹੈ। ਜੇ ਕੋਈ ਅਪਡੇਟ ਕਰਾਣਾ ਹੈ ਉਹਨੂੰ ਉਹ ਸਟੂਡੈਂਟ ਨੂੰ ਕਹੋ, ਤੁਸੀਂ ਆਪਣੇ ਵਾਈਫ ਨੂੰ ਕਹੋ ਕਿ ਇੱਥੇ ਹੀ ਲੋਕਲ ਅਪਡੇਟ ਕਰਾਏ ਅਗਰ ਜੇ ਕਰਾਣਾ ਹੈ ਤੇ। ਸਰ ਜੀ, ਅਪਡੇਟ ਤੇ ਹੁਣ ਤੁਸੀਂ ਕਰਾਓਗੇ, ਉਹ ਤੇ ਤੁਹਾਨੂੰ ਇਹ ਜ਼ਰੂਰ ਪੁੱਛਣਗੇ ਪਹਿਲਾਂ ਕਿਉਂ ਨਹੀਂ ਕਰਾਇਆ ਤੁਸੀਂ। ਐਟਲੀਸਟ ਇਹ ਜ਼ਰੂਰ ਹੈ ਕਿ ਵੀ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਇੱਥੇ ਉਹਨਾਂ ਨੂੰ ਦੱਸ ਦਿਓ, ਉਹ ਬੈਟਰ ਹੈ ਇਸ ਤੋਂ ਪਹਿਲਾਂ ਕਿ ਤੁਸੀਂ ਅਪਲਾਈ ਕਰੋ, ਬਾਅਦ ਚ ਉਹਨਾਂ ਨੂੰ ਪਤਾ ਲੱਗੇ ਫਿਰ ਤੁਹਾਨੂੰ ਉਹ ਪੁੱਛਣਗੇ ਵੀ ਕਿਉਂ ਨਹੀਂ ਕਰਾਇਆ। ਇਸ ਤੋਂ ਪਹਿਲਾਂ ਕਿ ਉਹ ਤੁਹਾਨੂੰ ਕੁਝ ਕਹੇ, ਤੁਸੀਂ ਇਹਨਾਂ ਨੂੰ ਸਾਫ਼ ਹੀ ਦੱਸੋ ਕਿ ਵੀ ਅਸੀਂ ਭੁੱਲ ਗਏ ਸੀ, ਸਾਨੂੰ ਪਤਾ ਨਹੀਂ ਸੀ, ਅਸੀਂ ਅਪਡੇਟ ਹੁਣ ਕਰਾਉਣ ਲੱਗੇ ਹਾਂ। ਹਾਂਜੀ ਸਰ, ਪਤਾ ਨਹੀਂ ਇੱਥੇ ਕੀ ਕਰ ਰਹੇ ਨੇ, ਜੈਸੇ ਇੱਥੇ ਉਹਨਾਂ ਨੇ 4-5 ਫਾਈਲਾਂ ਲਗਾਈਆਂ ਹੋਈਆਂ ਏਦਾਂ ਹੀ ਕਿ ਅਸੀਂ ਪਹਿਲਾਂ ਮੈਰਿਜ ਅਪਡੇਟ ਕਰਵਾ ਦਾਂਗੇ। ਕਈ ਜ਼ਿਆਦਾਤਰ ਸਿੰਗਲ ਸਟੇਟਸ ਹੋਇਆ ਨਾ, ਜਿੱਥੇ ਜ਼ਿਆਦਾ ਜਿਹੜੀ ਫਾਈਲ ਅਪਲਾਈ ਕਰਦੇ ਆ। ਅੱਛਾ, ਫਿਰ ਤੇ ਉਹਨਾਂ ਦੇ ਵੀਜ਼ੇ ਆ ਗਏ? ਨਹੀਂ ਤੇ ਉਹਨਾਂ ਨੇ ਜਿਹੜੀ ਉਹਨਾਂ ਨੇ ਫਾਈਲਾਂ ਲਗਵਾਈ ਸੀ, ਜਿਹੜੇ 4-5 ਕੇਸ ਹੈ, ਉਹਨਾਂ ਦੇ ਹਸਬੈਂਡ ਦੇ ਵੀਜ਼ੇ ਆ ਚੁੱਕੇ ਕਿ ਨਹੀਂ? ਹਾਂਜੀ ਸਰ, ਉਸ ਤੋਂ ਕਿੰਨਾ ਤੇ ਆ ਗਿਆ ਸਰ। ਕਿੰਨਾ ਦੇ ਆ ਗਏ? ਅੱਛਾ ਤਿੰਨ ਬੰਦਾ ਦੇ ਆ ਗਿਆ ਸਰ। ਅਤੇ ਚੌਥੇ ਵਾਲੇ ਦੇ? ਹਾਂਜੀ ਸਰ, ਅਜੇ ਬਾਕੀ ਦਾ ਤਾਂ ਪ੍ਰਤੀ ਟਾਈਮ ਲੱਗ ਰਿਹਾ ਹੈ ਸਰ। ਅੱਛਾ। ਹਾਂਜੀ ਸਰ ਜੀ, ਮੈਂ ਇਹ ਜਾਣਕਾਰੀ ਚਾਹੁੰਦਾ ਕਿ ਇਹਦੀ ਫੀਸ ਕਿੰਨੀ ਹੋਵੇਗੀ ਜੇ ਆਪਾਂ ਅਪਡੇਟ ਕਰਾਉਣਾ ਤੇ ਕਿੰਨਾ ਟਾਈਮ ਲੱਗੇਗਾ? ਸਰ, ਅਪਡੇਟ ਕਰਾਉਣ ਦੀ ਕੋਈ ਫੀਸ ਨਹੀਂ ਹੈ। ਅੱਛਾ, ਠੀਕ ਹੈ। ਅਪਡੇਟ ਕਰਾਉਣ ਦੀ ਕੋਈ ਸਰਕਾਰੀ ਫੀਸ? 15,000 ਰੁਪਇਆ ਲੈ ਰਹੇ ਨੇ ਸਰ। ਉਹ 15,000 ਤੇ ਉਹ ਆਪਣੇ ਫਾਰਮ ਭਰਨ ਦੇ ਲੈ ਰਹੇ ਹੋਣਗੇ, ਉਹ ਆਪਣੇ ਪਰਸਨਲ ਲੈ ਰਹੇ ਹੋਣਗੇ, ਬਾਕੀ ਇਹ ਸਰਕਾਰੀ ਕੋਈ ਫੀਸ ਨਹੀਂ ਅਪਡੇਟ ਕਰਾਉਣ ਦੀ। ਹਾਂਜੀ, ਠੀਕ ਹੈ ਸਰ। ਸਰ ਆਪਾਂ ਜਿੱਦਾਂ ਕਿ ਆਪਾਂ ਜਿੱਦਾਂ ਮੈਰਿਜ ਹੋਈ ਬੱਚੇ ਸਟੇਟਸ ਸਿੰਗਲ ਆ, ਇਹਦੇ ਤੇ ਆਪਾਂ ਇੱਧਰ ਪ੍ਰਾਪਰਟੀ ਸ਼ੋ ਕਰਨ ਦੀ ਲੋੜ ਹੈ ਜਾਂ ਫੰਡ ਵਗੈਰਾ ਸ਼ੋ ਕਰਨ ਦੀ ਲੋੜ? ਨਹੀਂ, ਪ੍ਰॉपर्टी ਦਾ ਕੋਈ ਚੱਕਰ ਨਹੀਂ ਹੈ। ਸਿਰਫ ਆਪਣਾ ਮੈਰਿਜ ਸਰਟੀਫਿਕੇਟ ਸ਼ੋ ਕਰਨਾ ਹੈ, ਪ੍ਰੂਫ ਆਫ ਮੈਰਿਜ ਸ਼ੋ ਕਰਨੀ ਹੈ, ਬਸ। ਹੋਰ ਪ੍ਰॉपर्टी ਤਾਂ ਹੈ ਨਹੀਂ, ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਠੀਕ ਹੈ ਜੀ, ਓਕੇ ਜੀ, ਮਿਹਰਬਾਨੀ। ਥੈਂਕ ਯੂ। ਓਕੇ ਜੀ, ਥੈਂਕ ਯੂ ਵੈਰੀ ਮਚ। ਹੁਣ ਦੇਖੋ, ਇੱਕ ਗੱਲ ਜਿਹੜੀ ਨਾ ਬੜੀ ਔਖੀ ਹੈ, ਇੱਕ ਸੀਰੀਅਸ ਹੈ। ਜਦ ਅਸੀਂ ਵੀਜ਼ਾ ਲੈ ਚੁੱਕੇ ਹਾਂ ਐਜ਼ ਅ ਸਿੰਗਲ, ਤੇ ਵੀਜ਼ਾ ਇਸ਼ੂ ਹੋ ਗਿਆ, ਉਸ ਤੋਂ ਪਹਿਲਾਂ ਅਸੀਂ ਮੈਰਿਡ ਹੋ ਗਏ, ਇਹ ਸਾਡਾ ਫਰਜ਼ ਬਣਨਾ ਸੀ ਕਿ ਵੀ ਅਸੀਂ ਉਹਨਾਂ ਨੂੰ ਐਮਬੈਸੀ ਨੂੰ ਦੱਸ ਦਈਏ ਕਿ ਨਾਓ ਆਵਰ ਸਟੇਟਸ ਹੈਜ਼ ਚੇਂਜ। ਗੱਲ ਇਦਾਂ ਨੇ ਵੀ ਜਿਹਦਾ ਹੁਣ 20 ਤਰੀਕ ਨੂੰ ਵੀਜ਼ਾ ਮਿਲਦਾ, 19 ਦਾ ਵਿਆਹ ਹੁੰਦਾ। ਨਹੀਂ, ਪਰ ਉਹ ਤਾਂ ਠੀਕ ਹੈ, ਚਲੋ ਮੈਂ ਸਮਝਦਾ ਕਿ ਉਹਨਾਂ ਨੂੰ ਉਸ ਵਕਤ ਨਹੀਂ ਪਤਾ ਸੀ ਜਾਂ ਨਹੀਂ ਟਾਈਮ ਸੀ, ਦੈਟਸ ਓਕੇ। ਜੇ ਸਪੋਜ਼ ਕਿ ਅਗਲੇ ਹਫਤੇ ਉਹਨਾਂ ਦੀ ਫਲਾਈਟ ਚੜ ਕੇ ਉਹ ਇੱਧਰ ਆ ਗਈ, ਪਰ ਐਟ ਦ ਲੀਸਟ ਜਸਟ ਟੂ ਕੀਪ ਯੋਰਸੈਲਫ ਸੇਫ, ਜਦੋਂ 에ਅਰਪੋਰਟ ਤੇ ਉਤਰਦੀ ਹੈ ਨਾ, ਜਦੋਂ ਇਮੀਗ੍ਰੇਸ਼ਨ ਵਾਲੇ ਤੁਹਾਡਾ ਸਵਾਗਤ ਕਰਦੇ ਆ, ਉਸ ਵਕਤ ਦੱਸਣਾ ਜ਼ਰੂਰੀ ਹੈ ਕਿ ਵੀ ਮੇਰਾ ਸਟੇਟਸ ਚੇਂਜ ਹੋ ਗਿਆ। ਬਟ ਉਹ ਤੁਹਾਡਾ ਇੱਕ ਰਿਕਾਰਡ 'ਚ ਆ ਜਾਂਦਾ ਹੈ ਕੰਮ। ਹੁਣ ਪ੍ਰੋਬਲਮ ਇਹ ਹੈ ਕਿ ਵੀ ਹੁਣ ਅਗਰ ਦੱਸੋਗੇ, ਉਹਨਾਂ ਦੀ ਮਰਜ਼ੀ ਹੈ, ਅਗਰ ਉਹ ਸਮਝਣ ਕਿ ਵੀ ਤੁਹਾਡਾ ਕੋਈ ਬੋਨਾਫਾਈਡ ਇੰਟਰਸਟ ਸੀ ਇਸ ਤਰ੍ਹਾਂ ਕਿ ਤੁਸੀਂ ਨਹੀਂ ਦੱਸਿਆ ਜਾਣ ਕੇ, ਵਾਟ ਐਵਰ ਰੀਜ਼ਨ, ਸੋ ਦੇ ਕੈਨ ਆਲਵੇਜ਼ ਡਿਸਾਈਡ ਕਿ ਤੁਹਾਨੂੰ ਮਿਸਰੈਪਰੈਜ਼ੈਂਟ ਦੀ ਚਾਰਜ ਕਰਨਾ ਨਹੀਂ ਕਰਨਾ। ਦੇਖੋ, ਮੈਂ ਇੱਕ ਤੁਹਾਨੂੰ ਐਗਜ਼ਾਮਪਲ ਲੀਗਲੀ ਐਗਜ਼ਾਮਪਲ ਇੱਕ ਦੱਸਣਾ ਕਿ
ਕੀ ਹੋ ਸਕਦਾ ਹੈ। ਲੈਟਸ ਸੇ ਕਿ ਵਾਈਫ ਦਾ ਵੀਜ਼ਾ ਲੱਗਿਆ ਤੇ ਹਸਬੈਂਡ ਜਿਨ੍ਹਾਂ ਨੇ ਮੈਰਿਜ ਕੀਤੀ ਹੈ ਉਹ ਮੈਰਿਜ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ, ਜਸਟ ਐਨ ਐਗਜ਼ਾਮਪਲ, ਕ੍ਰਿਮੀਨਲ ਰਿਕਾਰਡ ਕਰਕੇ ਉਹ ਕ੍ਰਿਮੀਨਲੀ ਇਨਐਡਮਿਸਿਬਲ ਅਗਰ ਹੈ ਇਨ ਫਿਊਚਰ ਲਈ ਫॉर ਕੈਨੇਡਾ, ਐਸ ਸੂਨ ਐਸ ਉਹਦੀ ਮੈਰਿਜ ਹੁੰਦੀ ਹੈ ਸਟੂਡੈਂਟ ਵੀਜ਼ਾ ਹੋਲਡਰ ਨਾਲ, ਸਟੂਡੈਂਟ ਆਪ ਹੀ ਇਨਐਡਮਿਸਿਬਲ ਬਣ ਜਾਏਗੀ, ਕਿਉਂਕਿ ਉਹ ਹਸਬੈਂਡ ਦੀ ਇਨਐਡਮਿਸਿਬਿਲਿਟੀ ਉਹਨੂੰ ਆਟੋਮੈਟਿਕਲੀ ਟ੍ਰਾਂਸਫਰ ਹੋ ਜਾਂਦੀ ਹੈ। ਅਗਰ ਜੇ ਪੋਰਟ ਆਫ ਐਂਟਰੀ ਜਦੋਂ ਵਾਈਫ ਇੱਥੇ ਪਹੁੰਚੇਗੀ, ਅਗਰ ਇਮੀਗ੍ਰੇਸ਼ਨ ਇੰਸਪੈਕਟਰ ਨੂੰ ਪਤਾ ਹੈ ਕਿ ਵੀ ਤੁਹਾਡੇ ਹਸਬੈਂਡ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ, ਉਹ ਇਨਐਡਮਿਸਿਬਿਲਿਟੀ ਹੈ, ਦੈਟ ਵਿਲ ਆਲਸੋ ਮੇਕ ਯੂ ਇਨਐਡਮਿਸਿਬਲ, ਤੁਹਾਡੀ ਐਂਟਰੀ ਉਸ ਕੋਲ ਰੋਕਣੀ ਚਾਹੀਦੀ ਹੈ, ਅਕੋਰਡਿੰਗਲੀ ਲੀਗਲੀ ਬਲੌਕ ਹੋ ਸਕਦੀ ਸੀ। ਲੇਕਿਨ ਤੁਸੀਂ ਦੱਸਿਆ ਨਹੀਂ ਕਿ ਵੀ ਮੈਰਿਡ ਹੈ ਤੇ ਤੁਸੀਂ ਐਜ਼ ਅ ਸਿੰਗਲ ਆ ਗਏ, ਬਾਅਦ ਚ ਤੁਸੀਂ ਮੈਨੂੰ ਆਪ ਦੱਸ ਰਹੇ ਹੋ ਕਿ ਵੀ ਆਈ ਐਮ ਮੈਰਿਡ ਨਾਓ, ਦੈਟ ਵਿਲ ਕ੍ਰੀਏਟ ਸਮ ਪ੍ਰੋਬਲਮ। ਬਾਕੀ ਉਹ ਜਿਹੜੀ ਗੱਲ ਮੈਨੂੰ ਨਾ ਮੈਂ ਉਸ ਪੱਖ ਤੋਂ ਸੋਚ ਰਿਹਾ ਸੀ ਵੀ ਜਿਹੜੀ ਉਹਨਾਂ ਨੇ ਗੱਲ ਕੀਤੀ, ਉਹ ਕਹਿੰਦੇ ਜੀ ਵੀ ਇੱਥੇ ਹੋਰ ਕਈ ਬੰਦੇ ਆ ਉਹਨਾਂ ਦੇ ਇਸੇ ਤਰ੍ਹਾਂ ਹੀ ਕੇਸ ਆ ਜਿਹੜੇ ਉਹਨਾਂ ਨੇ ਮੈਰਿਜ ਅਪਡੇਟ ਉਹਨਾਂ ਦੀ ਕਰਕੇ ਉਹਨਾਂ ਨੇ ਵੀ ਇੱਥੋਂ ਤਿੰਨਾਂ ਦਾ ਜਿਹਨਾਂ ਦਾ ਉਹਨਾਂ ਨੇ ਕਿਹਾ ਜਵਾਬ ਆ। ਵੈਸੇ ਜਦੋਂ ਤੁਸੀਂ ਏਦਾਂ ਦੀ ਗੱਲਬਾਤ ਸੁਣਦੇ ਤੁਹਾਨੂੰ ਲੱਗਦਾ ਨਹੀਂ ਬੜੇ ਕੋਇਨਸੀਡੈਂਸ ਜਿਹਾ ਹੋ ਰਿਹਾ? ਆਈ ਡੋਂਟ ਨੋ, ਜਦ ਤੱਕ ਅਸੀਂ ਕੇਸ ਸਾਹਮਣੇ ਨਹੀਂ ਆਏਗਾ ਉਹਦਾ ਪੂਰਾ ਇੱਕ ਕਰਕੇ ਇੱਕ ਇੰਡੀਵਿਜੂਅਲ ਬਿਊਰੋ ਅਗਰ ਆਪਾਂ ਚੈੱਕ ਨਹੀਂ ਕਰਾਂਗੇ, ਵੀ ਡੋਂਟ ਨੋ ਕਿ ਵਾਟ ਰੀਅਲੀ ਹੈਪਨਡ ਹੈ। ਇਟ ਇਜ਼ ਪੋਸੀਬਲ ਕਿ ਇੱਕ ਇਨੋਸੈਂਟ ਮਿਸਟੇਕ ਹੋ ਗਈ ਹੋ, ਇਟਸ ਪੋਸੀਬਲ ਕਿ ਵੀ ਉਹ ਜਿਹੜੀ ਮੈਰਿਜ ਦੇ ਬਾਅਦ ਜਦ ਵੀਜ਼ਾ ਇਸ਼ੂ ਹੋਇਆ ਉਹਦੇ ਵਿੱਚ ਜ਼ਿਆਦਾ ਗੈਪ ਨਹੀਂ ਸੀ ਜਾਂ ਜੋ ਕੁਝ ਵੀ ਰੀਜ਼ਨ ਹੈ, ਇਟ ਇਜ਼ ਡਿਸਕ੍ਰਿਸ਼ਨਰੀ। ਅਗਰ ਉਹ ਚਾਹੁੰਦੇ ਹੈ ਤੇ ਤੁਹਾਨੂੰ ਮਤਲਬ ਮਿਸਰੈਪ੍ਰੈਜ਼ੈਂਟੇਟਿਵ ਚਾਰਜ ਵੀ ਕਰ ਸਕਦੇ ਆ, ਜੋ ਵੀ ਕੋਈ ਉਹਨਾਂ ਦੇ ਸਰਕਮਸਟੈਂਸਿਸ ਵੀ ਡੋਂਟ ਨੋ, ਪਰ ਹੋ ਰਹੇ ਤੇ ਦੈਟਸ ਗੁੱਡ, ਅਮਦੇ ਅੱਲਾ ਕੀ ਸੋ ਪਾਸ ਹੋ ਰਿਹਾ। ਪਰ ਉਹਦੀ ਐਕਚੁਅਲੀ ਜਿਹੜੀ ਰਾਈਟ ਵੇ ਆਫ ਅਪਡੇਸ਼ਨ ਹੈ ਉਹ ਵਾਈਫ ਇੱਥੇ ਜਿਹੜੀ ਹੈ ਨਾ ਉਹਨੂੰ ਅਪਡੇਟ ਕਰਾਉਣਾ ਚਾਹੀਦਾ। ਉਹ ਅਪਡੇਟ ਕਰਾਉਣ ਦੇ ਵੀ ਦੋ ਤਰੀਕੇ ਹੈ, ਜਾਂ ਤੇ ਇੱਕ ਲੈਟਰ ਲਿਖ ਕੇ ਆਪਣੇ ਲੋਕਲ ਇਮੀਗ੍ਰੇਸ਼ਨ ਆਫਿਸ ਨੂੰ ਲੈਟਰ ਲਿਖ ਕੇ ਦੱਸ ਸਕਦੀ ਹੈ, ਜਾਂ ਤੇ ਆਨਲਾਈਨ ਉਹਦਾ IRCC ਵੈਬ ਫਾਰਮ ਬਣਿਆ ਤੇ ਵੈਬ ਫਾਰਮ ਤੇ ਵੀ ਉਹ ਕਰਕੇ ਆਪਣਾ ਕਰ ਸਕਦੀ ਹੈ ਕਿ ਮਾਈ ਮੈਰਿਟਲ ਸਟੇਟਸ। 15,000 ਰੁਪਏ ਦੇਣ ਵਾਲੀ 15,000 ਰੁਪਏ ਦੇਣੇ, $300 ਦੇਣ ਦੀ ਲੋੜ ਨਹੀਂ ਹੈ। ਬਾਕੀ ਅਗਰ ਹੈ ਤਾਂ ਦੇ ਸਕਦੇ, ਕਿਉਂਕਿ ਜਦ ਤੱਕ 15,000 ਨਹੀਂ ਮੰਗਦੇ ਤਾਂ ਲੋਕਾਂ ਨੂੰ ਪਤਾ ਲੱਗਦਾ ਵੀ ਕੰਮ ਹੋ ਵੀ ਰਿਹਾ ਕਿ ਨਹੀਂ ਹੈ। ਗੱਲ ਤਾਂ ਇਹ ਹੈ। ਚਲੋ ਆਪਾਂ ਕੋਈ ਸੁਨੇਹੇ ਸੁਣਦੇ ਹਾਂ। ਦੋਸਤੋ ਫੋਨ ਹੈ 780 435 27 ਤੁਸੀਂ ਵੀ ਸ਼ਾਮਲ ਹੋ ਸਕਦੇ ਹੋ। ਔਰ ਡਿਫੈਂਸ ਵਿੱਚ ਕੰਮ ਕਰਦੇ ਆ, ਉਹ ਡਿਫੈਂਸ EMPLOYE ਨੇ। ਅੱਛਾ, ਮਤਲਬ ਉੱਥੇ ਆਰਮੀ ਦਾ? ਦੈਟਸ ਰਾਈਟ, ਆਰਮੀ ਵਿੱਚ ਕੰਮ ਕਰਦੇ ਆ, ਮੇਰੇ ਖਿਆਲ ਸ਼ਾਇਦ ਰਿਟਾਇਰ ਨੇ। ਤੇ ਮੈਨੂੰ ਪੁੱਛ ਰਹੇ ਸੀ ਕਿ ਵੀ ਕੈਨੇਡਾ ਇਮੀਗ੍ਰੇਸ਼ਨ ਵਿੱਚ ਕੋਈ ਡਿਫੈਂਸ ਦਾ ਕੋਈ ਕੋਟਾ ਤੇ ਨਹੀਂ ਕਿ ਵੀ ਅਸੀਂ ਡਿਫੈਂਸ ਵਾਲਿਆਂ ਨੂੰ ਕੁਝ ਪ੍ਰੈਫਰੈਂਸ ਹੈ, ਕੁਝ ਹੈ ਇਸ ਤਰ੍ਹਾਂ। ਤੇ ਮੇਰੇ ਖਿਆਲ ਹੈ ਕਿ ਸ਼ਾਇਦ ਉਹਨਾਂ ਨੂੰ ਕਿਸੇ ਨੇ ਦੱਸਿਆ ਹੋਣਾ ਕਿ ਵੀ ਇੱਥੇ ਡਿਫੈਂਸ ਦਾ ਕੋਈ ਖਾਸ ਕੋਈ ਪ੍ਰੋਗਰਾਮ ਤਹਿਤ ਉਹਨਾਂ ਦਾ ਇਮੀਗ੍ਰੇਸ਼ਨ ਹੁੰਦੀ ਹੈ। ਇੱਦਾਂ ਦੀ ਕੋਈ ਗੱਲ ਨਹੀਂ ਸਰ ਜੀ, ਜੋ ਵੀ ਮੇਰੀ ਗੱਲਬਾਤ ਸੁਣ ਰਿਹਾ, ਤੇ ਪਲੀਜ਼ ਕੋਈ ਇਸ ਤਰ੍ਹਾਂ ਦੀ ਕੋਈ ਡਿਫੈਂਸ ਵਾਲੀ ਸਰਵਿਸ ਸਕੀਮ ਹੈ ਨਹੀਂ ਇੱਥੇ। ਕੁਲਮੀ ਜੀ ਤੁਸੀਂ ਆਪਣਾ ਬੋਲੇ, ਕਹਿ ਰਹੇ ਸੀ ਕਿ ਵੀ ਕਿ ਜਿਨ੍ਹਾਂ ਦਾ ਸਟੂਡੈਂਟ ਵੀਜ਼ਾ ਲੱਗ ਰਿਹਾ ਉਹਨਾਂ ਦੀ ਮੈਰਿਜ ਵੀ ਝੱਟ ਹੋਈ ਜਾ ਰਹੀ ਹੈ ਇਕੱਠੀ, ਮਤਲਬ ਕਿ ਸਟੂਡੈਂਟ ਵੀਜ਼ਾ ਅੱਜ ਲੱਗਿਆ ਤੇ ਮੈਰਿਜ ਹੋਈ ਹੈ 1 ਦਿਨ ਪਹਿਲਾਂ ਜਾਂ 1 ਦਿਨ ਬਾਅਦ ਜਾਂ 1 ਹਫ਼ਤੇ ਬਾਅਦ। ਉਹਨਾਂ ਨੇ ਦੱਸਿਆ ਜੀ ਵੀ ਇੱਥੇ 3 ਉਸੇ ਤਰ੍ਹਾਂ ਦੀ ਗੱਲ ਉਹਨਾਂ ਦੱਸੀ ਸੀ ਨਾ ਵੀ 3 ਵਿਅਕਤੀ ਸੀ ਜਿਨ੍ਹਾਂ ਦੇ ਹੁਣ ਅੱਗੇ ਅਪਡੇਟ ਕਰਾਈ ਤੇ ਇਹ ਐਕਚੁਅਲੀ ਮੈਂ ਇੱਥੇ ਵੀ ਨਾ ਟੋਰਾਂਟੋ ਇੱਕ ਖਬਰ ਆਈ ਸੀ, ਪਤਾ ਨਹੀਂ ਕਿਸੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਇੱਕ ਰਿਪੋਰਟ ਲਿਖੀ ਸੀ, ਕੋਈ ਲੋਕਲ ਅਖਬਾਰ ਹੈ, ਲਾਇਰ ਨੇ, ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਵੀ ਪੰਜਾਬ ਦੇ ਵਿੱਚ ਇੱਕ ਰੁਝਾਨ ਇਸ ਤਰ੍ਹਾਂ ਹੈ ਕਿ ਰਿਸ਼ਤਾ ਕਰਨ ਲਈ ਉਹ ਦੇਖਦੇ ਆ ਕਿ ਵੀ ਰਿਸ਼ਤਾ ਏਦਾਂ ਦਾ ਮਿਲੇ ਜਿਹਦਾ ਸਟੂਡੈਂਟ ਵੀਜ਼ਾ ਮਿਲਣ ਦਾ ਚਾਂਸ ਬਹੁਤ ਹਾਈ ਹੈ। ਸਪੋਜ਼ ਅਗਰ ਮੈਂ ਆਪਣੇ ਲੜਕੀ ਲਈ ਇੱਕ ਰਿਸ਼ਤਾ ਦੇਖ ਰਿਹਾ ਤੇ ਮੈਨੂੰ ਇਸ ਤਰ੍ਹਾਂ ਦਾ ਇੱਕ ਲੜਕੀ ਕੋਈ ਮਿਲ ਜਾਏ ਜਿਹਦੀ ਹਾਈ ਡਿਗਰੀ ਹੋ ਜਾਂ ਹਾਈ ਡਿਪਲੋਮਾ ਹੋ, ਵਧੀਆ ਮਾਰਕਸ ਹੋਣ, ਇੰਗਲਿਸ਼ ਹਾਈ ਹੋਏ, ਗੈਪ ਵੀ ਨਾ ਹੋਏ, ਡੈਟ ਮੀਨਸ ਕਿ ਉਹ ਲੜਕੀ ਦਾ ਸਟੂਡੈਂਟ ਵੀਜ਼ਾ ਮਿਲਣਾ ਸ਼ਰਤੀ ਹੈ, ਮਤਲਬ ਮਿਲ ਹੀ ਜਾਣਾ ਹੈ, ਵੈਰੀ ਪੋਸੀਬਲ ਮਿਲ ਜਾਣਾ ਹੈ। ਤੇ ਮੈਂ ਜਾ ਕੇ ਨਾ ਉਸ ਲੜਕੀ ਨੂੰ ਕਹਿਤਾ ਕਿ ਵੀ ਬੇਬੀ ਜੀ ਏਦਾਂ ਕਰੋ ਪਲੀਜ਼, ਤੁਸੀਂ ਨਾ ਸਾਡਾ ਵਿਆਹ ਦਾ ਪ੍ਰਪੋਜ਼ਲ, ਹਾਂ ਜੀ ਪ੍ਰਪੋਜ਼ਲ ਰਿਸ਼ਤਾ ਹੈ ਜੀ, ਸਾਡਾ ਮੁੰਡਾ ਹੈ ਜੀ, ਤੁਹਾਡੇ ਜਿੰਨਾ ਵੀ ਖਰਚਾ ਹੈ, ਤੁਹਾਡੇ ਕਾਲਜ ਦਾ ਖਰਚਾ, ਹਵਾਈ ਜਹਾਜ਼ ਦਾ ਖਰਚਾ, ਬੋਰਡਿੰਗ ਲਾਜਿੰਗ 2 ਸਾਲ ਲਈ ਅਸੀਂ ਦਿਆਂਗੇ। 12 ਲੱਖ ਹੋਏਗਾ, 15 ਲੱਖ ਹੋਏਗਾ, ਇਸ ਤਰ੍ਹਾਂ ਨਹੀਂ ਹੋ ਸਕਦਾ, ਚਲੋ 15, 20, 25 ਲੱਖ ਹੋਏਗਾ, ਲੈਟਸ ਸੇ ਅਬਾਊਟ 40-50 ਹਜ਼ਾਰ ਡਾਲਰ ਵੀ ਹੋਗਾ, ਲੇਕਿਨ ਸਾਡਾ ਮੁੰਡਾ ਤੁਸੀਂ ਲੈ ਜਾਓ ਨਾਲ, ਕਿਉਂਕਿ ਮੁੰਡੇ ਨੂੰ ਮਿਲੇਗਾ ਓਪਨ ਵਰਕ ਪਰਮਿਟ, ਤੁਸੀਂ ਪੜ੍ਹਾਈਆਂ ਕਰਨੀ ਹੈ ਤੇ ਇਹ ਆਪਣਾ ਕੰਮ ਕਰਕੇ ਆਪਣਾ ਕੰਮ ਕਰੀ ਜੋ ਕਰਨਾ ਕਰੀ ਜਾਏਗਾ। 2 ਸਾਲ ਬਾਅਦ ਤੁਹਾਡੀ ਮਰਜ਼ੀ ਹੋਏਗੀ ਤੇ ਨਾਲ ਪੱਕੇ ਵੀ ਨਾ ਕਰਾ ਦੇं, ਅਸੀਂ ਤੁਹਾਨੂੰ ਹੋਰ ਖੁਸ਼ ਕਰ ਦਿਆਂਗੇ। ਇਹ ਆਰਟੀਕਲ ਆਇਆ ਸੀ ਪਿਛਲੇ ਸਾਲ ਟੋਰਾਂਟੋ ਸਟਾਰ ਦੇ। ਅੱਛਾ ਜੀ, ਹਾਂਜੀ, ਇਦਾਂ ਦਾ ਇੱਕ ਸਿਸਟਮ ਲੋਕੀ ਕਹਿ ਰਹੇ ਸੀ ਕਿ ਇਹ ਚੱਲ ਰਿਹਾ ਆਲਰੇਡੀ, ਤੇ ਮਤਲਬ ਜਿਹੜਾ ਕਾਲ ਆਈ ਸੀ ਨਾ ਉਹਨੂੰ ਲੱਗਦਾ ਹੈ ਕਿ ਵੀ ਉਹ ਫੁੱਲ ਰਫਤਾਰ ਸੇ ਚੱਲ ਰਹੀ ਹੈ ਇਸ ਤਰ੍ਹਾਂ ਦੀ ਗੱਲ।
ਹੈਲੋ ਦੇਖਦੇ ਹਾਂ ਜੀ, ਸਤਿ ਸ਼੍ਰੀ ਅਕਾਲ। आवाज क्लियर नहीं आ रही सर, आवाज थोड़ी घट आ रही है जरा। हेलो हाँ जी, मैं सवाल एक बार फिर करो जरा। ਤੁਸੀਂ ਨਾ ਰੇਡੀਓ ਬੰਦ ਕਰੋ ਜਰਾ, ਪਹਿਲਾਂ ਤਾਂ ਰੇਡੀਓ ਤੇ ਨਾ ਗੜਬੜ ਹੋ ਰਹੀ ਹੈ। ਰੇਡੀਓ ਬੰਦ ਕਰਤਾ ਜੀ ਮੈਂ। ਹਾਂਜੀ ਹੁਣ ਕਰੋ ਗੱਲ, ਹੁਣ ਦੱਸੋ। ਮੇਰੀ ਜਾਂਦੀ ਹੋਇਆ ਫਿਰ ਸਾਹਿਬ ਦੀ ਮਨਜ਼ੂਰੀ ਮੈਂ ਇੱਥੇ ਕੈਨੇਡਾ ਜੀ ਸ਼ਿਡਿਊਲ ਸੁਪਨਾ ਚਾਹੁੰਦਾ ਜੀ। ਅੱਛਾ 63 ਸਾਲਾਂ ਦੇ ਆ, ਕੈਨੇਡਾ ਦੀ ਸਿਟੀਜ਼ਨਸ਼ਿਪ ਲੈਣਾ ਚਾਹੁੰਦੇ ਆ। ਹਾਂਜੀ ਮੈਂ ਇੰਡੀਆ ਦੀ ਕੋਲੋਂ ਥੋੜੀ ਨਾਗਰਿਕਤਾ ਲੈ ਜਾਂਦੀ ਆਪਾਂ, ਤੇ ਮਤਲਬ ਦੋਹਰੀ ਨਾਗਰਿਕਤਾ ਲੈਣੀ ਚਾਹੁੰਦੇ ਆ। ਹਾਂਜੀ ਸਰ ਗੱਲ ਜਿਹੜੀ ਹੈ, ਤੁਸੀਂ ਆਲਰੇਡੀ ਪੀਆਰ ਹੋ ਕਿ ਨਹੀਂ? ਵਾਈ ਨਹੀਂ ਜਾਂਦੀ ਹੈਗੇ ਜੀ, ਇਹ ਆਪ ਪੀਆਰ ਨੇ। ਪੀਆਰ ਆ। ਤੁਹਾਨੂੰ ਜਿਹੜੀ ਇੰਡੀਆ ਦੀ ਸਿਟੀਜ਼ਨਸ਼ਿਪ ਹੈ ਨਾ, ਉਹ ਡੂਅਲ ਸਿਟੀਜ਼ਨਸ਼ਿਪ ਕਿਸ ਨੂੰ ਵੀ ਨਹੀਂ ਮਿਲਦੀ। ਤੁਹਾਨੂੰ OCI ਕਾਰਡ ਮਿਲੇਗਾ। ਤੁਸੀਂ ਉਹ ਲਾਈਫ ਟਾਈਮ ਵੀਜ਼ਾ ਹੁੰਦਾ ਹੈ ਐਕਚੁਅਲੀ, ਉਹਨੂੰ ਲੈ ਕੇ ਤੁਸੀਂ ਜਾ ਕੇ ਇੰਡੀਆ ਜਾਣਾ ਹੈ ਤੇ ਵੀਜ਼ਾ ਲੈਣ ਦੀ ਲੋੜ ਨਹੀਂ ਹੈ। ਆਵਾਜ਼ ਕਲੀਅਰ ਨਹੀਂ ਆ ਰਹੀ ਸੀ ਉਹਨੂੰ। ਟੈਲੀਫੋਨ ਤੁਹਾਡੇ ਟੈਲੀਫੋਨ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਜਨਾਬ। ਉਹਨਾਂ ਦੱਸਿਆ ਵੀ ਜਿੱਦਾਂ ਨਾ ਦੇਖੋ, ਜਿਹੜਾ ਬੰਦਾ ਇੱਥੇ PR ਤੋਂ ਬਾਅਦ ਤੁਸੀਂ ਸਿਟੀਜ਼ਨਸ਼ਿਪ ਲੈਂਦੇ ਹੋ ਤਾਂ ਤੁਹਾਡੇ ਉਹ ਹਿੰਦੁਸਤਾਨ ਵਾਲੀ ਜਿਹੜੀ ਹੈ ਨਾ ਸਿਟੀਜ਼ਨਸ਼ਿਪ, ਉਹ ਮੇਰਾ ਖਿਆਲ ਹੈ ਆਟੋਮੈਟਿਕਲੀ ਜੀ ਉਹ ਡੂਅਲ ਸਿਟੀਜ਼ਨਸ਼ਿਪ ਇੰਡੀਆ ਨਹੀਂ ਦਿੰਦਾ। ਇੰਡੀਆ ਤੁਹਾਨੂੰ ਇੱਕ OCI ਕਾਰਡ ਜਿਹੜਾ ਉਹ ਲੈਣਾ ਪੈਂਦਾ। ਤੁਸੀਂ ਜਦ ਤੁਸੀਂ ਸਿਟੀਜ਼ਨ ਬਣਦੇ ਹੋ ਨਾ ਤੇ ਕੈਨੇਡਾ ਦੇ ਸਿਟੀਜ਼ਨ ਬਣਦੇ ਹੋ, ਫਿਰ ਤੁਹਾਨੂੰ ਸਿਰਫ OCI ਕਾਰਡ ਅਗਰ ਜੇ ਐਲੀਜੀਬਲ ਹੋ ਤੁਸੀਂ, ਤੁਹਾਨੂੰ OCI ਕਾਰਡ ਮਿਲ ਸਕਦਾ। ਬਾਕੀ ਪਾਸ ਤੁਹਾਡੇ ਟੈਲੀਫੋਨ 'ਚ ਨੁਕਸ ਹੈ ਜੀ, ਫਿਰ ਤੁਸੀਂ ਏਦਾਂ ਕਰੋ ਉਹਦੇ ਤੇ ਸੁਣ ਲਓ, ਰੇਡੀਓ ਤੇ ਸੁਣ ਲਓ ਜਵਾਬ। ਤੁਹਾਡੇ ਪ੍ਰੋਬਲਮ ਆ ਰਹੀ ਹੈ। ਥੈਂਕ ਯੂ। ਇਹ ਮਤਲਬ ਹੁਣ ਮਸਲਾ ਜੀ ਦੇਖੋ, ਹਿੰਦੁਸਤਾਨ ਵਾਲੇ ਤੇ ਇਹ ਆ ਵੀ ਉਹ ਜੇ ਤੁਸੀਂ ਇੱਥੋਂ ਦੀ ਸਿਟੀਜ਼ਨਸ਼ਿਪ ਲੈ ਲੈਂਦੇ ਹੋ, ਮੇਰੇ ਕੋਲ ਪਹਿਲਾਂ ਤਾਂ ਹਜੇ ਨਹੀਂ ਸੀ ਹੁੰਦਾ, ਹੁਣ ਤਾਂ ਉਹ ਹਿੰਦੁਸਤਾਨ ਵਾਲਿਆਂ ਨੂੰ ਝੱਟ ਖਬਰ ਪਹੁੰਚ ਜਾਂਦੀ ਕਿ ਉਸ ਗੱਲ ਦੀ ਵੀ ਕਿਸੇ ਵਿਅਕਤੀ ਨੇ ਜਿਹੜੀ ਆ ਸਿਟੀਜ਼ਨਸ਼ਿਪ ਲੈ ਲਈ ਹੈ ਇੱਥੋਂ ਦੀ। ਅੱਛਾ, ਮੈਨੂੰ ਨਹੀਂ ਪਤਾ ਕਿਸ ਤਰ੍ਹਾਂ ਇਹ ਪਹਿਲਾਂ ਨਹੀਂ ਸੀ ਹੈ, ਹੁਣ ਤਾਂ ਉਹ ਇੰਡੀਆ ਵਾਲੇ ਤਾਂ ਝੱਟ ਦੀ ਚਿੱਠੀ ਮੰਗਦੇ ਆ ਤੁਹਾਤੋਂ। ਈਵਨ ਜੇ ਤੁਹਾਡੀ ਹਜੇ ਸਿਟੀਜ਼ਨਸ਼ਿਪ ਨਹੀਂ ਵੀ ਨਾ ਲਈ ਤੇ ਉਹ ਤੁਹਾਤੋਂ ਚਿੱਠੀ ਭਾਲਦੇ ਆ ਵੀ have you applied or not। ਅੱਛਾ, ਤੇ ਉਹਦੇ ਚਲੋ ਮੈਂ ਸਮਝ ਸਕਦਾ ਕਿ ਠੀਕ ਹੈ, ਉਹ ਤੇ ਉਹਨਾਂ ਦਾ ਇੱਕ ਹੈ ਕਿ ਪਤਾ ਕਰਨਾ ਕਿ ਵੀ ਤੁਸੀਂ ਇਸ ਤਰ੍ਹਾਂ ਤਾਂ ਨਹੀਂ ਕਿ ਸਿਟੀਜ਼ਨਸ਼ਿਪ ਲੈਣ ਦੇ ਬਾਵਜੂਦ ਤੁਹਾਡਾ ਇੰਡੀਅਨ ਪਾਸਪੋਰਟ ਚੱਲ ਰਿਹਾ ਕਿ ਤੁਸੀਂ ਉਹ ਤੋਂ ਤੁਸੀਂ ਲੈ ਕੇ ਤੁਸੀਂ ਵੀਜ਼ਾ ਜਾ ਰਹੇ ਹੋ। ਹਾਂ, ਉਹ ਫਿਰ ਉਹ ਸਰੈਂਡਰ ਕਰੋ, ਤੁਸੀਂ ਉਹਨੂੰ ਦੱਸੋ ਜੋ ਵੀ ਕੁਛ ਹੈ ਓਪਨ ਕਰਕੇ ਆਪਣਾ ਕਲੀਅਰ ਆਊਟ ਕਰਨਾ, ਉਹ ਤਾਂ ਠੀਕ ਹੈ। ਪਰ ਉਹ ਐਨੀਵੇ, ਅਗਰ ਜੇ ਕਾਲਰ ਸਾਹਿਬ ਮੇਰੇ ਜਵਾਬ ਸੁਣ ਰਹੇ ਤੇ ਡੂਅਲ ਸਿਟੀਜ਼ਨਸ਼ਿਪ ਦੇ ਬਾਰੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਇੱਕ ਡਾਊਟ ਹੈ ਕਿ ਵੀ ਸਾਨੂੰ ਡੂਅਲ ਸਿਟੀਜ਼ਨਸ਼ਿਪ ਮਿਲੇਗੀ ਨਹੀਂ ਮਿਲੇਗੀ। ਦੇयर इज नो सच थिंग एज डुअल ਸਿਟੀਜ਼ਨਸ਼ਿਪ ਇਨ ਇੰਡੀਆ। ਤੁਹਾਨੂੰ ਸਿਰਫ OCI ਕਾਰਡ ਹੀ ਮਿਲੇਗਾ। OCI ਕਾਰਡ ਦੇ ਵਿੱਚ ਇੱਕ ਹੈ ਤੁਹਾਨੂੰ ਫਾਇਦਾ ਹੈ, ਪਰ ਮਤਲਬ ਤੁਸੀਂ ਪ੍ਰਾਪਰਟੀ ਖਰੀਦਣਾ ਹੈ ਖਰੀਦ ਸਕਦੇ ਹੋ, ਤੁਹਾਨੂੰ ਜਿਹੜੇ ਜੌਬ ਕਰਨੀ ਹੈ ਉਹ ਸਭ ਲਾਈਫ ਟਾਈਮ ਵੀਜ਼ਾ ਹੈ, ਦੁਬਾਰਾ ਵੀਜ਼ਾ ਲੈਣ ਦੀ ਲੋੜ ਨਹੀਂ ਹੈ। ਲੇਕਿਨ ਇੰਡੀਅਨ ਪਾਸਪੋਰਟ ਤੁਹਾਨੂੰ ਦੁਬਾਰਾ ਨਹੀਂ ਮਿਲ ਸਕਦਾ ਅਗਰ ਜੇ ਤੁਸੀਂ ਸੋਚ ਰਹੇ ਹੋ ਕਿ ਡੂਅਲ ਸਿਟੀਜ਼ਨਸ਼ਿਪ ਮਿਲ ਜਾਏ। ਇੰਡੀਅਨ ਪਾਸਪੋਰਟ ਇੱਕ ਵਾਰ ਗਿਆ ਤੇ ਗਿਆ, ਫਿਰ ਦੁਬਾਰਾ ਇੰਡੀਅਨ ਪਾਸਪੋਰਟ ਨਹੀਂ ਮਿਲ ਸਕਦਾ। ਫਿਰ ਗੀਤ ਹੀ ਗਾਉਣਾ ਪਏਗਾ ਮੇਰੇ ਪਿਆਰੇ ਬੱਚੇ। ਹੋ ਇੱਕ ਤਰੀਕਾ ਹੈ ਵੈਸੇ ਇੰਡੀਅਨ ਪਾਸਪੋਰਟ ਦੁਬਾਰਾ ਲੈਣ ਲਈ। ਇੱਕ ਤਰੀਕਾ ਹੈ, ਅਗਰ ਤੁਸੀਂ ਕੈਨੇਡੀਅਨ ਪਾਸਪੋਰਟ ਤੇ ਨਾਲ ਤੁਹਾਡੇ OCI ਕਾਰਡ ਹੈ, OCI ਕਾਰਡ ਤੁਹਾਡੇ ਕੋਲ ਹੈ, ਕੈਨੇਡੀਅਨ ਪਾਸਪੋਰਟ ਤੁਸੀਂ ਜਾ ਕੇ ਇੰਡੀਆ ਗਏ, ਇੰਡੀਆ ਉੱਥੇ ਤੁਸੀਂ ਲਗਾਤਾਰ ਨੌਨ ਸਟਾਪ ਵਿਦਾਊਟ ਬ੍ਰੇਕ ਤੁਸੀਂ ਅਗਰ 5 ਸਾਲ ਰਹਿ ਲਓ, ਫਿਰ ਤੁਸੀਂ ਆਪਣਾ ਕੈਨੇਡੀਅਨ ਪਾਸਪੋਰਟ ਨੂੰ ਜੇਕਰ ਸਰੈਂਡਰ ਕਰਦੇ ਹੋ, ਕੈਨੇਡੀਅਨ ਸਿਟੀਜ਼ਨਸ਼ਿਪ ਰਿਨਾਊਂਸ ਕਰਦੇ ਹੋ, ਫਿਰ ਤੁਸੀਂ ਦੁਬਾਰਾ ਰੀਕਲੇਮ ਕਰ ਸਕਦੇ ਹੋ ਇੰਡੀਅਨ ਸਿਟੀਜ਼ਨਸ਼ਿਪ ਨੂੰ। ਰੀਕਲੇਮ ਕਰ ਸਕਦੇ ਜਾਂ ਰੀਅਪਲਾਈ ਕਰੋਗੇ, ਉਹਨਾਂ ਦੀ ਮਰਜ਼ੀ ਹੈ ਤੁਹਾਨੂੰ। that's right ਰੀਕਲੇਮ ਮੀਨਸ ਤੁਸੀਂ ਉਸ ਐਪਲੀਕੇਸ਼ਨ ਫॉर ਇੰਡੀਅਨ ਸਿਟੀਜ਼ਨਸ਼ਿਪ ਦਾ ਇੱਕ ਫਾਰਮ ਭਰ ਕੇ ਮਿਨਿਸਟਰ ਆਫ ਹੋਮ ਅਫੇਅਰਸ ਦੋਗੇ ਕਿ ਬਈ ਕਿ ਸਰ ਜੀ ਮੈਨੂੰ ਬਖਸ਼ੋ ਪਲੀਜ਼, ਇੰਡੀਅਨ ਸਿਟੀਜ਼ਨਸ਼ਿਪ ਇੰਡੀਅਨ ਨਾਗਰਿਕਤਾ ਮੈਨੂੰ ਦੇ ਦਿਓ ਜੇ ਤੁਹਾਡੀ ਮਰਜ਼ੀ ਹੈ। ਤਾਂ ਅਗਰ ਤੁਹਾਡੇ ਤੇ ਅਗਰ ਮਿਹਰਬਾਨ ਹੋਗੇ ਤਾਂ ਤੁਹਾਨੂੰ ਦੁਬਾਰਾ ਬਖਸ਼ ਸਕਦੇ ਹੈ। ਚਲੋ ਜੀ ਅਸੀਂ ਤੁਹਾਡੇ ਤੇ ਪ੍ਰਸੰਨ ਹੋਏ, ਤੁਹਾਨੂੰ ਇੰਡੀਅਨ ਨਾਗਰਿਕਤਾ ਤੁਹਾਨੂੰ ਦੇ ਰਹੇ ਹਾਂ ਦੁਬਾਰਾ, ਤੇ ਆ ਲਓ ਜੀ ਸ਼ੇਅਰ ਵਾਲਾ ਇੰਡੀਅਨ ਪਾਸਪੋਰਟ, ਤੁਸੀਂ ਹੁਣ ਇੰਡੀਅਨ ਸਿਟੀਜ਼ਨ ਬਣ ਗਏ। ਦੈਟ ਇਜ਼ ਅ ਪੋਸਿਬਿਲਿਟੀ। ਮਿਨਿਸਟਰੀ ਆਫ ਹੋਮ ਅਫੇਅਰਸ ਦੀ ਵੈਬਸਾਈਟ ਤੇ ਲਿਖੀ ਹੋਈ ਹੈ ਸਾਰੀ।
ਵੈਸੇ ਨਾ ਮੈਂ ਕਈ ਵਾਰੀ ਏਦਾਂ ਦੇਖਦਾ ਵੀ ਸਾਡੀ ਨਾ ਹਿਊਮਨ ਬੀਇੰਗ ਦੀ ਖਾਸ ਕਰਕੇ ਜਿਹੜੇ ਹਿੰਦੁਸਤਾਨ ਤੋਂ ਆਏ ਨੇ ਇੱਕ ਬਹੁਤ ਵੱਡੀ ਤਰਾਸਦੀ ਆ ਕਿਉਂਕਿ ਜਦੋਂ ਅਸੀਂ ਉੱਥੇ ਹੁੰਦੇ ਸੀ ਤੇ ਸਾਡੇ ਤਲੋ ਮੱਛੀ ਸੀ ਬਾਹਰ ਚੱਲੀਏ ਦੇਖੋ ਨਾ ਤੁਸੀਂ ਲੋਕੀ ਅੱਡੀਆਂ ਵੱਢਣ ਦੇ ਇੱਕ ਦੂਜੇ ਦੀਆਂ ਵੀ ਮੈਨੂੰ ਕਿਸੇ ਨਾ ਕਿਸੇ ਤਰ੍ਹਾਂ ਚੜਾ ਦਿਓ ਹੈ ਨਾ ਮੈਂ ਜਾਵਾਂ ਉੱਥੇ ਜਾ ਕੇ ਤਾਂ ਮੈਂ ਜਿਹੜਾ ਕੱਦੂ ਚ ਤੀਰ ਮਾਰਨਾ ਮੈਨੂੰ ਹੋਰਾਂ ਨੇ ਨਹੀਂ ਮਾਰਿਆ ਮੈਂ ਮਾਰੂ ਜਾ ਕੇ ਤੇ ਮੈਨੂੰ ਇੱਕ ਵਾਰੀ ਭੇਜੋ ਸਹੀ। ਅੱਛਾ ਹੁਣ ਜਦੋਂ ਵੀ ਇੱਥੇ ਆ ਕੇ ਉਹ ਸਬਜ਼ ਬਾਗ ਜਾਂ ਜਿਹੜੇ ਉੱਥੇ ਇੰਡੀਆ 'ਚ ਏਜੰਟਾਂ ਨੇ ਦਿਖਾਲੇ ਹੁੰਦੇ ਆ ਉਹ ਆ ਕੇ ਇੱਥੇ ਦੇਖਦੇ ਯਾਰ ਇੱਥੇ ਤਾਂ ਕੰਮ ਕਰਨਾ ਪੈਂਦਾ ਸਵੇਰੇ ਸ਼ਾਮ। ਇੰਡੀਆ 'ਚ ਲੋਕੀ ਫੜ ਮਾਰਦੇ ਸੀ ਵੀ ਵਿਹਲੇ ਰਹਿ ਕੇ ਲਓ ਜੀ ਇੱਥੇ ਤਾਂ ਕੰਮ ਹੀ ਕੋਈ ਨਹੀਂ ਬਸ ਤੇਰਾ ਤੋਰਾ ਕਰਕੇ ਆਈ ਤਾਂ ਮੌਜਾਂ ਆ ਇੱਥੇ ਸਵੇਰੇ। ਅੱਛਾ ਫੇਰ ਜਦੋਂ ਇੱਥੇ ਆ ਕੇ ਕੰਮ ਕਰਨਾ ਪੈਂਦਾ ਤੇ ਉਹ ਬੰਦਾ ਕਿਤੇ ਵਿਹਲਾ ਬੈਠਾ ਵੀ ਉਹਨੂੰ ਐਂ ਲੱਗਦਾ ਵੀ ਯਾਰ ਮੈਂ ਤਾਂ ਫਜ਼ੂਲ ਜਿਹਾ ਹੀ ਆ ਜਿਹੜਾ ਮੈਂ ਇਸ ਵੇਲੇ ਕੰਮ ਨਹੀਂ ਕਰ ਰਿਹਾ। ਫੇਰ ਉਹ ਕੰਮ ਲਈ ਭੱਜਦਾ ਔਰ ਉਹ ਜਦੋਂ ਫਿਰ ਕੰਮ ਵਾਲੇ ਚੱਕਰ 'ਚ ਪੈਂਦਾ ਫੇਰ ਉਹਨੂੰ ਚੇਤਾ ਆਉਂਦਾ ਵੀ ਉਹ ਮੌਜ ਨਹੀਂ ਲੱਭਣੀ ਪੰਜਾਬ ਨਾਲ ਦੀ। ਸਰ ਜੀ ਉਹ ਗੱਲ ਤੇ ਚਲੋ ਸਾਰੀ ਯਾਤਰਾ ਪੂਰੀ ਕਰਕੇ ਇੱਥੇ ਸਟੂਡੈਂਟ ਬਣ ਕੇ ਜਾਂ ਵਰਕ ਪਰਮਿਟ ਲੈ ਕੇ ਫਿਰ PR ਬਣ ਜਾਣ ਕੇ ਬਾਅਦ ਵੀ ਸਿਟੀਜ਼ਨ ਬਣ ਗਏ ਫਿਰ ਮੁੜ ਕੇ ਉਹ ਫਿਰ ਕਹਾਣੀ ਫਿਰ ਸ਼ੁਰੂ ਹੋ ਗਈ ਵੀ ਹੁਣ ਇੰਡੀਆ ਦਾ ਸਾਨੂੰ ਵੀਜ਼ਾ ਕਿੱਦਾਂ ਮਿਲਣਾ ਹੈ, ਇੰਡੀਆ ਦੀ ਨਾਗਰਿਕਤਾ ਕਿੱਦਾਂ ਮਿਲਣੀ ਹੈ, ਇੰਡੀਆ 'ਚ ਸਾਡਾ ਜਿਹੜਾ ਕਨੈਕਸ਼ਨ ਸੀ ਉਹ ਕਿੱਦਾਂ ਦੁਬਾਰਾ ਸ਼ੁਰੂ ਹੋਏਗਾ। ਮਤਲਬ ਕਿ ਉਹ ਗੱਲ ਏਦਾਂ ਹੈ ਨਾ ਕਿ ਸਾਡਾ ਮਨ ਜਿਹੜਾ ਹੈ ਨਾ ਇਹ ਕਦੇ ਵੀ ਨਹੀਂ ਟਿਕਿਆ ਹਮੇਸ਼ਾ ਭਟਕਦਾ ਹੀ ਰਹੇਗਾ। ਕਈ ਵਾਰ ਤੇ ਮੈਂ ਇੱਕ ਵਾਰ ਐਗਜ਼ਾਮਪਲ ਦੱਸਿਆ ਸੀ ਮੇਰੇ ਕੋਲ ਇੱਕ ਕਲਾਇੰਟ ਵੀ ਆਇਆ ਸੀ ਜਿਹਦੇ ਕੋਲ 4 ਪਾਸਪੋਰਟ ਸੀ 4 ਡਿਫਰੈਂਟ ਕੰਟਰੀ ਦਾ ਪਾਸਪੋਰਟ। ਅੱਛਾ ਜੀ। ਇੱਕ ਤੇ ਕੈਨੇਡਾ ਦਾ ਫਿਰ ਉਹਨੇ US ਦੀ ਵਿਆਹ ਕਰਾਇਆ ਫਿਰ US ਦਾ ਫਿਰ ਉਹ ਕੁਝ ਸਾਲ ਇਜ਼ਰਾਈਲ ਕੰਮ ਕਰ ਰਿਹਾ ਸੀ ਉੱਥੇ ਕੋਈ ਹਾਈਟੈਕ ਵਿੱਚ ਇਜ਼ਰਾਈਲ ਦਾ ਪਾਸਪੋਰਟ। ਇਹ ਸਾਰਾ ਕਰਨ ਦੇ ਬਾਅਦ ਫਿਰ ਸਾਰੀ ਫੈਮਿਲੀ ਨੇ ਕਿਹਾ ਨਹੀਂ ਜੀ ਸਾਰੀ ਕੰਟਰੀ ਬੇਕਾਰ ਆਪਾਂ ਆਸਟ੍ਰੇਲੀਆ ਚੱਲਦੇ ਹਾਂ ਆਸਟ੍ਰੇਲੀਆ ਜਾ ਕੇ ਫਿਰ ਲਈ ਫਿਰ ਆਸਟ੍ਰੇਲੀਅਨ ਦਾ ਪਾਸਪੋਰਟ। ਮੈਂ ਕਿਹਾ ਤੁਹਾਡਾ ਮਨ ਨਹੀਂ ਭਰ ਰਿਹਾ ਕਿੰਨੇ ਪਾਸਪੋਰਟ ਲੈ ਕੇ ਤੁਸੀਂ ਤੁਰੋਗੇ। ਉਹ ਕਹਿੰਦੇ ਨਹੀਂ ਜੀ ਬਸ ਹੀ ਹੁਣ ਸੋਚ ਰਹੇ ਸਵਿਟਜ਼ਰਲੈਂਡ ਦੇਖ ਲਿਆ ਕਿੱਦਾਂ ਚੱਲ ਰਿਹਾ। ਬਾਕੀ ਇਹ ਹੈ ਕਿ ਮੇਰੀ ਇੱਕ ਮੈਂ ਆਰਟੀਕਲ ਵੀ ਲਿਖਿਆ ਸੀ ਕਈ ਸਾਲ ਪਹਿਲਾਂ ਕਿ ਸਪੈਸ਼ਲੀ ਜਿਹੜੀ ਇੰਡੀਅਨ ਸਾਈਕੋਲੋਜੀ ਹੈ ਨਾ ਇੰਡੀਅਨ ਸਾਈਕੋਲੋਜੀ ਅੱਜ ਤੋਂ ਮੈਂ 20-25 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਕਿ ਨਾਰਮਲੀ ਇੱਕ ਜਿਹੜਾ ਯੰਗ ਇੱਕ ਨੌਜਵਾਨ ਜਿਹੜਾ ਇੰਡੀਆ ਤੋਂ ਬਾਹਰ ਨਿਕਲ ਕੇ ਇੱਧਰ ਨੂੰ ਆ ਰਿਹਾ ਮੇਰੇ ਖਿਆਲ ਉਹਦਾ ਇਹੀ ਹੁੰਦਾ ਹੈ ਕਿ ਸਾਡੇ ਜਿਹੜਾ ਪਾਸਪੋਰਟ ਹੈ ਇੰਡੀਅਨ ਪਾਸਪੋਰਟ ਪਹਿਲਾਂ ਤਾਂ ਇਹ ਹੁੰਦਾ ਕਿ ਇੰਡੀਅਨ ਪਾਸਪੋਰਟ ਜਿਹੜਾ ਨਾ ਉੱਤੇ ਵੀਜ਼ਾ ਕੋਈ ਮਿਲਦਾ ਨਹੀਂ ਈਜ਼ੀਲੀ ਕੋਈ ਵੀਜ਼ਾ ਨਹੀਂ ਮਿਲਦਾ। ਇੱਕ ਨਾਰਮਲ ਇੰਡੀਅਨ ਪਾਸਪੋਰਟ ਜਿੱਥੇ ਮਤਲਬ ਕਿਸੇ ਕੋਲ ਜ਼ਿਆਦਾ ਕੋਈ ਇਨਕਮ ਨਹੀਂ ਹੈ ਜਾਂ ਕੋਈ ਪ੍ਰਾਪਰਟੀ ਨਹੀਂ ਹੈ ਕੁਝ ਨਹੀਂ ਹੈ ਨਾਰਮਲੀ ਉਹਨੂੰ ਅਮਰੀਕਾ ਕੈਨੇਡਾ ਜਾਂ ਯੂਰਪ ਦਾ ਵੀਜ਼ਾ ਮਿਲਦਾ ਨਹੀਂ। ਪਹਿਲਾਂ ਤੇ ਸਾਡਾ ਇਹੀ ਮਕਸਦ ਹੁੰਦਾ ਸੀ ਕਿ ਵੀ ਪਾਸਪੋਰਟ ਕਿਸੇ ਤਰੀਕੇ ਨਾਲ ਕਾਲੇ ਹੋ ਜਾਣ ਮਤਲਬ ਠੱਪੇ ਲੱਗ ਜਾਣ ਕਿ ਅਸੀਂ ਜੇ ਵਰਲਡ ਵਾਈਡ ਟਰੈਵਲ ਹੈ ਕਿਉਂਕਿ ਸਾਰੀ ਕੰਟਰੀ ਪਹਿਲਾਂ ਮੰਗਦੇ ਸੀ ਵੀ ਤੁਹਾਡੇ ਕੋਲ ਕੋਈ ਟਰੈਵਲ ਐਕਸਪੀਰੀਅੰਸ ਹੈ ਨਹੀਂ ਤੁਸੀਂ ਹੁਣ ਅਮਰੀਕਾ ਦਾ ਵੀਜ਼ਾ ਲੈ ਜਾਓ। ਸੋ ਇੱਕ ਰਿਸਪੈਕਟੇਬਲ ਹੁੰਦਾ ਕਿ ਹਾਂ ਵੀ US ਵੀਜ਼ਾ ਲੱਗਿਆ ਜੀ ਲਾਓ ਜੀ ਪਾਸਪੋਰਟ ਦੇ ਵਾਹ ਜੀ ਵਾਹ। ਮੈਂ ਕਿਹਾ ਜੀ ਸਾਡਾ ਜਿਹੜੇ ਉੱਥੇ ਨਾ ਮੈਂ ਜਿੱਥੇ ਰਹਿਣਾ ਸੀ ਦਿੱਲੀ ਮੇਰੇ ਕਲਾਸ 'ਚ ਬੰਦਾ ਸੀ ਇੱਕ ਜਿਹੜਾ ਪਹਿਲਾਂ US ਵੀਜ਼ਾ ਲੱਗਿਆ ਤੇ ਉਹ ਜਿਸ ਦਿਨ US ਵੀਜ਼ਾ ਲੱਗਿਆ ਉਹ ਸਾਰੇ ਕਾਲਜ 'ਤੇ ਖਬਰ ਪੈ ਗਈ ਕਿ ਫਲਾਣੇ ਦਾ US ਵੀਜ਼ਾ ਲੱਗਿਆ ਪਾਸਪੋਰਟ ਤੇ। ਉਹ ਸਾਰੇ ਨੂੰ ਦਿਖਾਉਣ ਲੱਗਿਆ ਵੀ ਆਹ ਦੇਖੋ ਇਦਾਂ ਹੁੰਦਾ US ਵੀਜ਼ਾ ਮਤਲਬ ਇਟਸ ਅ ਮੈਟਰ ਆਫ ਬਹੁਤ ਰਿਸਪੈਕਟ ਹੈ ਕਿ ਪਤਾ ਨਹੀਂ ਜੇ US ਵੀਜ਼ਾ ਮਿਲ ਗਿਆ ਪਤਾ ਨਹੀਂ ਕਿਹੜੇ ਜੁਪੀਟਰ ਮਾਰਸ ਦਾ ਵੀਜ਼ਾ ਮਿਲ ਗਿਆ। ਉਹਦੇ ਬਾਅਦ ਫਿਰ ਹੌਲੀ ਫਿਰ ਇੰਗਲੈਂਡ ਦਾ ਵੀਜ਼ਾ ਫਿਰ ਫਲਾਣਾ ਇਸ ਤਰ੍ਹਾਂ ਦਾ ਪਾਸਪੋਰਟ ਕਾਲਾ ਹੋਈ ਜਾ ਰਿਹਾ। ਫਿਰ ਇਹਦੇ ਬਾਅਦ ਫਿਰ ਉਹ ਥੋੜਾ ਟਰੈਵਲ ਕਰਨ ਦੇ ਬਾਅਦ ਇੱਕ ਹਫ਼ਤੇ ਦਾ ਗੇੜਾ ਕਰਕੇ ਫਿਰ ਵਾਪਸ ਆ ਗਿਆ ਜੀ ਐਂਟਰੀ ਐਗਜ਼ਿਟ ਦੀ ਸਟੈਂਪ ਲੱਗ ਗਈ ਤੇ ਜਿਹੜਾ ਪਾਸਪੋਰਟ ਭਰਿਆ ਹੁੰਦਾ ਉਹ ਕਹਿੰਦੇ ਬਹੁਤ ਹੀ ਰਿਸਪੈਕਟੇਬਲ ਬੰਦਾ ਹੈ ਜੀ ਲੱਕੀ ਹੈ ਵੀ ਇਹਦਾ ਪਾਸਪੋਰਟ ਭਰਿਆ ਹੈ ਸਾਰੇ ਦੁਨੀਆ ਦੇ ਵੀਜ਼ੇ ਲੱਗੇ ਹੋਏ ਹੈ। ਸੋ ਇੱਕ ਪਹਿਲਾਂ ਵੀ ਇਹ ਵੀ ਸਾਈਕੋਲੋਜੀ ਸਾਡੀ ਹੁੰਦੀ ਸੀ ਕਿ ਵੀ ਕਿ ਕਿਉਂਕਿ ਇੰਡੀਅਨ ਪਾਸਪੋਰਟ ਦੀ ਉਦਾਂ ਕੋਈ ਰਿਸਪੈਕਟ ਨਹੀਂ ਹੈ ਰਿਸਪੈਕਟ ਹੈ ਪਾਸਪੋਰਟ ਦੀ। ਹੁਣ ਵੀਜ਼ਾ ਤੇ ਲੱਗੇ ਸਾਰੇ ਹੁਣ ਇਦਾਂ ਦਾ ਪਾਸਪੋਰਟ ਲਿਆ ਜਾਏ ਜਿਹੜਾ ਪਾਸਪੋਰਟ ਨੂੰ ਹੀ ਰਿਸਪੈਕਟ ਹੈ। ਜਿਹੜਾ ਹੁਣ ਵੱਡੇ ਕੰਟਰੀ ਦਾ ਪਾਸਪੋਰਟ ਹੈ ਅਮਰੀਕਾ ਪਾਸਪੋਰਟ ਫਲਾਨਾ ਪਾਸਪੋਰਟ ਬ੍ਰਿਟਿਸ਼ ਪਾਸਪੋਰਟ ਇਹਨਾਂ ਦੀ ਰਿਸਪੈਕਟ ਕਿਉਂ ਹੈ ਕਿਉਂਕਿ ਇਹਨਾਂ ਦੇ ਵੀਜ਼ਾ ਫ੍ਰੀ ਟਰੈਵਲ ਹੈ ਬੰਦੇ ਦੀ ਕੋਈ ਵੈਲਿਊ ਨਹੀਂ ਪਾਸਪੋਰਟ ਦੀ ਵੈਲਿਊ ਹੈ। ਤੇ ਸਾਡੀ ਦੌੜ ਸਿਰਫ ਪਾਸਪੋਰਟ ਤੱਕ ਹੀ ਹੈ ਕਿ ਵੀ ਹੁਣ ਕਰਨ ਦੇ ਬਾਅਦ ਕੈਨੇਡਾ ਰਹਿ ਕੇ ਜੀ ਅਮਰੀਕਾ ਰਹਿ ਕੇ ਪਾਸਪੋਰਟ ਤੇ ਲੈ ਲਿਆ ਹੁਣ ਕਿੱਥੇ ਜਾਈਏ ਹੁਣ ਕਿਹੜਾ ਕੋਈ ਕੰਟਰੀ ਤੋਂ ਬਚਿਆ ਨਹੀਂ ਹੁਣ ਕਿਹੜਾ ਮਾਰਸ ਜੁਪੀਟਰ ਜਾ ਕੇ ਲੈਣਾ ਪਾਸਪੋਰਟ ਹੁਣ ਜਾ ਕੇ ਮੁੜ ਕੇ ਦੁਬਾਰਾ ਫਿਰ ਇੰਡੀਆ ਜਾ ਕੇ ਫਿਰ ਉਹ ਕਹਾਣੀ ਸ਼ੁਰੂ ਕਰਨਾ। ਇਹ ਸਾਈਕੋਲੋਜੀ ਘੁੰਮ ਕੇ ਇਸ ਲਾਈਫ ਸਾਈਕਲ ਗੋਇੰਗ ਔਨ ਦੈਟਸ ਆਲ। ਮੈਨੂੰ ਤਾਂ ਇਦਾਂ ਲੱਗਦਾ ਜੀ ਵੀ ਕਈ ਵਾਰੀ ਅਸੀਂ ਨਾ ਜਦੋਂ ਉੱਥੋਂ ਪਹਿਲੀ ਵਾਰੀ ਪੰਜਾਬ ਨੂੰ ਬਾਹਰ ਨੂੰ ਆਉਣਾ ਉਦੋਂ ਵੀ ਕੋਈ ਏਡੀ ਵੱਡੀ ਸੋਚ ਵਿਚਾਰ ਨਹੀਂ ਲੰਮੀ ਚੌੜੀ ਸਿਰਫ ਇਹੀ ਹੁੰਦਾ ਇੱਕੋ ਹੀ ਨਿਸ਼ਾਨਾ ਜਿਹਾ ਵੀ ਅਸੀਂ ਪੈਸੇ ਕਮਾਉਣੇ ਆ।
ਇੰਨੇ ਪੈਸੇ ਕਮਾ ਕੇ ਤੇ ਵਾਪਸ ਆ ਜਾਣਾ। ਦਿਸ ਇਜ਼ ਦ ਮੇਨ ਆਬਜੈਕਟਿਵ। ਨਾ ਤੇ ਉਦੋਂ ਬਾਹਲੀ ਸੋਚ ਨੇ ਕੰਮ ਕੀਤਾ ਤੇ ਨਾ ਹੀ ਜਦੋਂ ਫਿਰ ਇੱਥੇ ਆਏ ਨੇ ਉਦੋਂ ਮਗਰੋਂ ਜਿਹੜੀ ਹੁੰਦੀ ਆ ਕਾਹਲ, ਉਦੋਂ ਵੀ ਨਹੀਂ ਇੰਨੀ ਸੋਚ ਵਿਚਾਰ ਹੁੰਦੀ। ਇਹ ਮਤਲਬ ਇਨ ਡੈਪਥ ਜੇ ਕੋਈ ਗੱਲਬਾਤ ਕਰਕੇ ਬੰਦਾ ਉੱਥੇ ਆਉਂਦਾ, ਆਲਾ ਦੁਆਲਾ ਸੋਚ ਵਿਚਾਰ ਕਰਕੇ ਵੀ ਭਾਈ ਉੱਥੇ ਕਿਸ ਤਰ੍ਹਾਂ ਦਾ ਰਹਿਣ ਸਹਿਣ ਆ, ਕੀ ਆ, ਕੀ ਅਸੀਂ ਗੇਨ ਕਰਨਾ ਉੱਥੇ ਜਾ ਕੇ, ਕੀ ਕੁਝ ਗਵਾਉਣਾ ਹੈ। ਕਿਉਂਕਿ ਲੋਕਾਂ ਨੂੰ ਏਦਾਂ ਲੱਗਦਾ ਹੁੰਦਾ ਵੀ ਅਸੀਂ ਸਭ ਕੁਝ ਗੇਨ ਹੀ ਕਰਨਾ, ਕਿਉਂਕਿ ਪੈਸੇ ਆ ਗਏ ਇਹਦਾ ਮਤਲਬ ਬੜਾ ਕੁਝ ਗੇਨ ਕਰ ਲਿਆ, ਸਾਡੀ ਗਰੀਬੀ ਕੱਟੀ ਗਈ, ਅਮੀਰ ਹੋ ਜਾਣਾ। ਪਰ ਕਦੇ ਕਿਸੇ ਨੇ ਮੈਨੂੰ ਲੱਗਦਾ ਵੀ ਇਸ ਪੱਖ ਤੋਂ ਨਹੀਂ ਸੋਚਿਆ ਹੁੰਦਾ ਕਿ ਅਸੀਂ ਗਵਾਉਣਾ ਕੀ ਆ। ਬਿਲਕੁਲ ਬਿਲਕੁਲ। ਉਹ ਉਸ ਗੱਲ ਤੇ ਕਦੇ ਕਿਸੇ ਨੇ ਕਿਸੇ ਨਾਲ ਵੀ ਮੇਰਾ ਖਿਆਲ ਨਹੀਂ ਜੀ ਕਦੇ ਕੋਈ ਗੱਲ ਕੀਤੀ ਹੋਏਗੀ ਉਹ ਬੰਦੇ ਨੂੰ ਇਹ ਜਿਹੜੀ ਚੀਜ਼ ਹੈ ਹੱਦ ਹੋ ਗਈ ਗੱਲ ਵਾਲੀ। ਉਹ ਲੋਕੀ ਸੋਚਦੇ ਕਿ ਜੇ ਸਿਹਤ ਜਾਏ ਤੇ ਜਾਏ, ਫੈਮਿਲੀ ਰਿਸ਼ਤੇ ਜਾਏ ਤੇ ਜਾਏ, ਜ਼ਮੀਨ ਨਾਲ ਜਿਹੜੇ ਜੁੜੇ ਹੋਏ ਆ ਉਹ ਜਾਏ ਤੇ ਜਾਏ, ਡਾਲਰ ਤੇ ਆ ਰਿਹਾ ਬਸ ਚਲੋ ਇੰਨੀ ਗੱਲ ਹੈ, ਬਸ ਇੰਨੀ ਗੱਲ ਹੈ। ਮਤਲਬ ਇਹ ਜਿਹੜੀ ਚਮਕ ਦਮਕ ਲੋਕਾਂ ਨੂੰ ਉਧਰੋਂ ਇਸ ਪੱਖ ਤੋਂ ਮਿਠਾਈ ਨੇ, ਅਸੀਂ ਇਹ ਨਹੀਂ ਕਹਿੰਦੇ ਵੀ ਆਓ ਨਾ, ਆਉਣਾ ਚਾਹੀਦਾ, ਜੀ ਸਦਕੇ ਆਓ। ਇੱਕ ਤਾਂ ਜਿਵੇਂ ਹੁਣ ਕਿਸੇ ਸ਼ਖਸ ਨੇ ਜੀ ਇੱਕ ਏਦਾਂ ਗੱਲ ਕੀਤੀ ਵੀ ਅੱਜ ਕੱਲ੍ਹ ਦੇਖੋ ਜਿਹੜੇ ਸਟੂਡੈਂਟ ਵੀਜ਼ੇ ਮਿਲਦੇ ਨੇ, ਜੇ ਤੁਹਾਡੀ ਅੰਗਰੇਜ਼ੀ ਵਧੀਆ ਹੈ, ਚੰਗੇ ਕਿਸੇ ਤੁਸੀਂ ਕੋਰਸ ਵਿੱਚ ਐਡਮਿਸ਼ਨ ਲੈਣੀ ਆ ਤੇ ਤੁਹਾਨੂੰ ਐਡਮਿਸ਼ਨ ਮਿਲ ਜਾਏ, ਤੁਸੀਂ ਇੱਥੇ ਆ ਜਾਓ, ਚਾਹੇ ਲੜਕੀ ਆ ਚਾਹੇ ਲੜਕਾ ਆ, ਉਹ ਆਪਣੇ ਹਸਬੈਂਡ ਨੂੰ ਵੀ ਬਾਅਦ ਵਿੱਚ ਸੱਦ ਸਕਦੇ ਵੀ ਭਾਈ ਉਹਨਾਂ ਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ। ਜੇ ਲੜਕਾ ਹੈ ਤਾਂ ਉਹ ਆਪਣੀ ਵਾਈਫ ਨੂੰ ਸੱਦ ਸਕਦਾ, ਜੇ ਵਾਈਫ ਹੈ ਤਾਂ ਉਹ ਆਪਣੇ ਹਸਬੈਂਡ ਨੂੰ ਸੱਦ ਸਕਦੀ ਹੈ। ਉਹ ਆ ਕੇ ਇੱਥੇ ਕੰਮ ਕਰ ਸਕਦੇ ਨੇ। ਫਿਰ ਚਲੋ 2 ਸਾਲਾਂ ਦਾ ਕੋਰਸ ਕੀਤਾ, ਤੁਸੀਂ ਆਪਣਾ PR ਲਈ ਅਪਲਾਈ ਕਰ ਲਓ, ਉਸ ਤੋਂ ਬਾਅਦ ਤੁਸੀਂ ਪੱਕੇ ਹੋ ਜਾਓ, ਤੁਹਾਡੀ ਨੌਕਰੀ ਵੀ ਵਧੀਆ ਬਣ ਜਾਊਗੀ ਤੇ ਧੱਕੇ ਧੋੜੇ ਵੀ ਨਹੀਂ ਖਾਣੇ ਪੈਂਦੇ। ਮਤਲਬ ਅਸੀਂ ਉਹ ਜਿਹੜਾ 2 ਸਾਲ ਦਾ ਪੀਰੀਅਡ ਹੈ ਜਿਹੜਾ ਦੁੱਖ ਤਕਲੀਫ ਵਾਲਾ ਹੁੰਦਾ ਵੀ ਥੋੜੀ ਮਿਹਨਤ ਕਰਨੀ ਪੈਂਦੀ ਆ, ਉਹਦੇ ਤੋਂ ਏਦਾਂ ਭੱਜਦੇ ਆ ਵੀ ਨਹੀਂ ਕੋਈ ਹੋਰ ਸੌਖਾ ਜਿਹਾ ਤਰੀਕਾ ਦੱਸੋ ਉਹਦੇ ਨਾਲ ਕੰਮ ਬਣ ਜਾਏ ਤਾਂ ਚੰਗੀ ਗੱਲ ਹੈ। ਫਿਰ ਸਾਰੀ ਉਮਰ ਦੇ ਧੱਕੇ ਉਸ ਤੋਂ ਬਾਅਦ। ਸਰ ਜੀ ਇਹ ਤੇ ਲੰਬੀ ਕਹਾਣੀ, ਇਹ ਤੇ ਇਨਸਾਨ ਦੀ ਕਹਾਣੀ ਜਿਹੜੀ ਨਾ ਕਦੀ ਸਾਡੇ ਮਨ ਨਾਲ ਬਾਕੀ ਦੇਸ਼ਾਂ ਤੋਂ ਵੀ ਲੋਕ ਆਉਂਦੇ ਜੀ ਏਦਾਂ ਹੀ ਆ। ਤੁਸੀਂ ਸਾਰੀ ਦੁਨੀਆ ਤੋਂ ਜਿਹੜੇ ਲੋਕਾਂ ਦੀ ਇੱਕੋ ਹੀ ਸੋਚ ਹੈ, ਭਾਵੇਂ ਉਹ ਇੰਡੀਆ ਤੋਂ ਆ ਰਿਹਾ ਹੈ ਜਾਂ ਕਿਸੇ ਹੋਰ ਅਫਰੀਕਾ ਤੋਂ ਆ ਰਿਹਾ ਹੈ ਜਾਂ ਇਵਨ ਅਮਰੀਕਾ ਤੋਂ ਲੋਕ ਕਰਦੇ ਆ, ਮੈਕਸੀਕੋ ਵਾਲਾ ਤੇ ਇੱਥੇ ਤੇ ਤੁਹਾਨੂੰ ਪਤਾ ਹੈ ਕਿ ਲਹਿਰ ਦੀ ਲਹਿਰ ਚੱਲ ਆ ਰਹੀ ਹੈ, ਜਿਹੜੇ ਕ੍ਰਾਸ ਕਰਦੇ ਅਮਰੀਕਾ ਨੂੰ ਫਿਰ ਇੱਧਰ ਨੂੰ ਆ ਰਹੇ ਜਿੱਥੇ ਆ ਰਹੇ, ਐਵਰੀਵੇਅਰ ਇਜ਼ ਦ ਸੇਮ ਸੈਂਟੀਮੈਂਟ। ਗੱਲ ਐਕਚੁਅਲੀ ਇਹ ਸਿਰਫ ਸਾइकोलॉजिकल बहुत ही कॉम्प्लेक्स है। एक तो गरीबी की चीज है, एक तो पैसे की काट करके लोग करते हैं, दूसरा एक स्टेटस करके, तीसरा कई बार उस मुल्क च हालात सही नहीं है, समाजिक हालात उन्होंने जेरे सही नहीं है, स्टेबल पोलिटिकल कायदे कानून सिस्टम नहीं है। कोई जी कह रहे हैं जी फलाना नौकरी नहीं मिलती जी, उत्थे करप्शन बहुत है, कोई कह रहा है जी गंदी हवा करके या फलाना जो भी कुछ है पोल्यूशन करके कुछ है। इस करके हर एक इंसान भज्या फिरदा है कि भी दूसरी थां चलिए उधर वधिया है। लेकिन जिस तरह ਹੁਣ ਕੈਨੇਡਾ ਅਮਰੀਕਾ ਜਿਹੜੇ ਵੱਡੇ ਮੁਲਕ ਹੈ, ਇੱਥੇ ਤੁਸੀਂ ਦੇਖ ਲਓ ਕਿ ਹਰ ਇੱਕ ਇਨਸਾਨ ਤੇ ਸੁਖੀ ਨਹੀਂ ਹੈ, ਹਰ ਇੱਕ ਇਨਸਾਨ ਤੇ ਖੁਸ਼ਹਾਲ ਹੈ ਨਹੀਂ। ਇੱਥੇ ਤੁਸੀਂ ਇੱਥੇ ਲੋਕਾਂ ਨੂੰ ਦੇਖ ਲਓ ਕਿ ਵੀ ਤੁਸੀਂ ਹੁਣ ਅਗਰ ਜੇ ਇਸ ਵੱਡੇ ਕੰਟਰੀ 'ਚ ਬੈਠ ਕੇ ਖੁਸ਼ਹਾਲ ਨਹੀਂ ਹੋ, ਹੁਣ ਇਸ ਤੋਂ ਗਾਂ ਕਿਹੜੇ ਹੁਣ ਕੰਟਰੀ ਜਾ ਕੇ ਇਮੀਗ੍ਰੇਸ਼ਨ ਲੈਣੀ ਹੈ। ਸਹੀ ਗੱਲ ਹੈ। ਸੋ ਖੁਸ਼ੀ ਵਾਲਾ ਜਿਹੜੀ ਪ੍ਰੋਸਪੈਰਿਟੀ ਜਿਹੜੀ ਹੈ ਨਾ ਉਹ ਕੰਟਰੀਆਂ 'ਚ ਨਹੀਂ ਹੈ, ਆਪਣੇ ਦਿਲਾਂ ਵਿੱਚ ਹੈ। ਐਕਚੁਅਲੀ ਗੱਲ ਤੇ ਇਹ ਹੈ। ਬਾਕੀ ਚਲੋ ਹੁਣ ਜਿਹੜਾ ਦਾਣਾ ਪਾਣੀ ਹੈ ਉਹਨੇ ਜਾਣਾ ਹੀ ਪੈਣਾ, ਜਹਾਂ ਦਾਣੇ ਤਾਂ ਖਾਣੇ ਨਾਨਕਾ ਸੱਚ ਹੈ, ਉੱਥੇ ਜਾਣਾ ਹੀ ਪੈਣਾ ਕਿਸੇ ਨੂੰ। काफी लोग ज्वाइन कर चुके, मंजिल सिंह में, जसविंदर कौर, राजमीत पटेल, दीप्ति जय, can you share a number? I've written my number मेरा है 7804352762। on this number on you can call, ਤੁਸੀਂ ਨੰਬਰ ਤੇ ਕਾਲ ਕਰ ਸਕਦੇ ਹੋ। ਇੱਥੇ ਕਾਲ ਕਰਕੇ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ। ਰੇਡੀਓ ਸਟੇਸ਼ਨ ਤੇ ਬੈਠੇ ਹੋਏ ਤੁਹਾਡੀ ਆਵਾਜ਼ ਸਾਰੀ जिथे से लोग सुन रहे हैं, ऑडियंस इंटरनेट पे या ऑल ओवर कैनेडा सुन सकते हैं, लोग बड़ी आवाज अपना सवाल पूछ सकते हो। 780 435 27 62 ਸਾਡਾ ਨੰਬਰ ਹੈ। ਤੁਸੀਂ ਡਾਇਲ ਕਰਕੇ ਆਪਣਾ ਸਵਾਲ ਜਿਹੜਾ ਅਮਰਜੋਤ ਸਿੰਘ ਹੋਰਾਂ ਤੋਂ ਪੁੱਛ ਸਕਦੇ ਹੋ। ਐਕਸਪ੍ਰੈਸ ਐਂਟਰੀ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਐਕਸਪ੍ਰੈਸ ਐਂਟਰੀ ਜਿਹੜੇ ਲੋਕ ਕੁਆਲੀਫਾਈਡ ਹਨ, ਜਿਹਨਾਂ ਕੋਲ ਐਜੂਕੇਸ਼ਨ, ਲੈਂਗੁਏਜ, ਏਜ ਵੀ ਜ਼ਿਆਦਾ ਨਹੀਂ, ਇੰਗਲਿਸ਼ ਹਾਈ ਹੈ, ਤੇ ਉਹ ਅਪਲਾਈ ਕਰ ਸਕਦੇ हैं। ਇਹਨਾਂ ਦਾ ਡਰਾ ਹਮੇਸ਼ਾ ਮਹੀਨੇ 'ਚ 1 ਵਾਰ 2 ਵਾਰ ਨਿਕਲਦਾ ਹੀ ਨਿਕਲਦਾ ਹੈ। ਇਸ ਵਾਰ ਜਿਹੜਾ ਡਰਾ ਨਿਕਲਿਆ ਉਹਦੇ ਵਿੱਚ ਜਿਹੜਾ ਮਿਨੀਮਮ ਸਕੋਰ ਹੈ ਉਹ ਘਟ ਗਿਆ ਹੈ। ਇਟ ਵਾਸ ਯੂਜ਼ਡ ਟੂ ਬੀ 450,
ਹੁਣ ਮੇਰੇ ਖਿਆਲ 445 ਜਾਂ 446 ਤੱਕ ਹੈ। ਸੋ ਉਹਦੀ ਡਰੋ ਘਟੀ ਹੈ। ਇਸ ਤਰ੍ਹਾਂ ਲੋਕਾਂ ਦੀ ਆਸ ਵੱਜੀ ਹੈ ਕਿ ਵੀ ਹਾਂ ਇਹ ਪੁਆਇੰਟਸ ਵਿਲ ਕਮ ਡਾਊਨ। 440 या 450 जितने पॉइंट्स हैं वो एप्लीकेशन भर के PR अप्लाई कर सकते हैं। कई लोग मैनू पूछते हैं कि भी जॉब ऑफर के बगैर कितना होएगा, और कोई तरीका नहीं, तुसी या तो इंग्लिश इंप्रूव करो, जॉब इत्थे ईजिली मिलती नहीं है। कॉलर कोई कॉल करते हैं रेडियो से, सुनने की कह रहे हैं। हेलो देश में आप जी सत श्री अकाल। कल परसों फोन करके हटिया यही पता लगता भी इतने जिन्ने भी पिंड के मुंडे आ ग्रेड 12 करके नंबर 6 पता नहीं किवें लै जांदे आ ओह ते करके सब इधर बाहर आई जांदे। ਅਸੀਂ ਤਾਂ ਬਾਹਰ ਚੱਲੇ ਆ ਜੀ, ਅਸੀਂ ਤਾਂ ਬਾਹਰ ਚੱਲੇ ਆ ਜੀ, ਤੇ ਇੱਥੇ ਆ ਕੇ ਪਤਾ ਨਹੀਂ ਉਹ ਕੀ ਕਰਦੇ ਆ। ਇੰਗਲਿਸ਼ ਉਹਨਾਂ ਨੂੰ ਬੋਲਣੀ ਨਹੀਂ ਆਉਂਦੀ। ਬਸ ਇੱਥੇ ਪਤਾ ਨਹੀਂ ਕਿਵੇਂ ਸਰਵਾਈਵ ਕਰ ਰਹੇ ਆ। ਪਤਾ ਨਹੀਂ। ਦੇਖੋ ਇਹੀ ਤੇ ਮੈਂ ਮਤਲਬ ਕਈ ਵਾਰ ਇਮੀਗ੍ਰੇਸ਼ਨ ਲਾਇਰਸ ਹੈ ਇੱਥੇ, ਜਿਹੜੇ ਕੰਸਲਟੈਂਟ ਹੈ, ਸਟੱਡੀ ਏਜੰਟ ਹੈ, ਇੰਗਲਿਸ਼ ਦੇ ਜਿਹੜੇ ਟੀਚ ਕਰਨ ਵਾਲੇ ਜਿਹੜੇ ਉਹਨਾਂ ਨੂੰ ਮੈਂ ਪੁੱਛਦਾ ਕਿ ਵੀ ਇਹਨਾਂ ਦੀ ਇੰਗਲਿਸ਼ ਹਾਈ ਕਿੱਦਾਂ ਹੋ ਗਈ। ਬਾਕੀ ਤੁਸੀਂ ਜਿਨ੍ਹਾਂ ਦੀ ਇੰਗਲਿਸ਼ ਹਾਈ ਹੈ ਨਾ 6 ਬੈਂਡ ਹੈ, ਉਹਨਾਂ ਨਾਲ ਤੁਸੀਂ ਅਗਰ ਇੰਗਲਿਸ਼ ਗੱਲ ਕਰ ਲਓ ਤੇ ਲੱਗਦਾ ਨਹੀਂ ਹੈ ਕਿ ਉਹਨਾਂ ਨੂੰ ਕੁਝ ਪੱਲੇ ਪੈ ਰਿਹਾ। ਸ਼ਾਇਦ ਟਾਈਮ ਲੱਗੇਗਾ ਕਿਉਂਕਿ ਹੋ ਸਕਦਾ ਐਕਸੈਂਟ ਦਾ ਫਰਕ ਹੈ, ਲੇਕਿਨ ਇੰਗਲਿਸ਼ ਸਿੱਖ ਲੈਣਾ ਕੋਈ ਉੱਥੇ ਜਿਹੜੇ ਪੰਜਾਬ ਵਿੱਚ ਨਾ ਹਜ਼ਾਰਾਂ ਤਰ੍ਹਾਂ 'ਚ ਇੰਗਲਿਸ਼ ਸੈਂਟਰ ਖੁੱਲੇ ਹੋਏ ਹੈ। ਉਹਨਾਂ ਦਾ ਕੰਮ ਹੈ ਕਿ ਰੋਜ਼ ਦੇ ਉਹ ਪ੍ਰੈਕਟਿਸ ਕਰਾਉਂਦੇ ਹੈ ਤੇ ਉਹ ਪ੍ਰੈਕਟਿਸ ਕਰਕੇ ਐਗਜ਼ਾਮੀਨੇਸ਼ਨ ਵਿੱਚ ਆ ਗਿਆ ਨੰਬਰ ਤੇ ਚਲੋ ਬਈ ਵੀਜ਼ਾ ਲੱਗ ਗਿਆ। ਉਹ ਤੇ ਐਕਚੁਅਲੀ ਕੈਨੇਡਾ ਸਰਕਾਰ ਦੀ ਪਾਲਿਸੀ ਇੱਦਾਂ ਹੈ ਕਿ ਉਹ ਸਟੂਡੈਂਟਾਂ ਨੂੰ ਐਨਕਰੇਜ ਕਰਦੀ ਹੈ। ਇਸ ਵਕਤ ਪਿਛਲੇ ਸਾਲ ਕਰੀਬ 3 ਲੱਖ ਸਟੂਡੈਂਟ, शायद 3.25 लाख होंगे, मिनिमम 3 लाख स्टूडेंट ऑल ओवर द वर्ल्ड कनेडा आए हैं। तो वो आके इतने एक स्टूडेंट करीब 30-35 हज़ार डॉलर लेकर आ रहा है। तुसी हुण मल्टीप्लाई करके देख लो कि किन्ने बिलियंस ऑफ डॉलर दा न्यू मनी कैनेडियन इकोनॉमी विच एंटर हो रही है। कैनेडियन सरकार नूं, कैनेडियन गवर्नमेंट नूं, जिहड़े कॉलेजां नूं, हवाई जहाज के सफर वाले नूं, हाउसिंग वाले, फलाना वाले, किताबें, बुक्स, कंप्यूटर, किन्ने एक न्यू मनी होके इकोनॉमी जनरेट हो रही है स्टूडेंट करके। मैं तो कई बार ये भी कह चुके हैं कि कई कॉलेज इस तरह के भी हैं कि अगर स्टूडेंट ने आना बंद करता तो कॉलेज का दिवालिया निकल जाना है। साडे जिहड़े कई कॉलेज हैं, कॉलेज यूनिवर्सिटी हैं, सिर्फ इंटरनेशनल स्टूडेंट ते सिर्फ हाँ जी ਉਹਦੇ ਸਿਰ ਚੱਲੇ ਹੈ। ਕਈ ਕਾਲਜਾਂ ਦਾ ਇਦਾਂ ਹਾਲ ਹੈ ਕਿ ਵੀ ਉਹਨਾਂ ਦੇ ਲੋਕਲ ਕੈਨੇਡੀਅਨ ਸਟੂਡੈਂਟ ਨਹੀਂ ਦੇ ਬਰਾਬਰ ਹੋਣ ਕਰਕੇ ਉਹਨਾਂ ਦਾ ਸਟੈਂਡਰਡ ਵੀ ਘਟ ਗਿਆ, ਕਿਉਂਕਿ ਫੋਰਨ ਸਟੂਡੈਂਟ ਹੈ, ਫੋਰਨ ਸਟੂਡੈਂਟ ਦਾ ਇੰਨਾ ਸਟੈਂਡਰਡ ਨਹੀਂ ਹੈ ਜਿੰਨਾ ਇੱਕ ਕੈਨੇਡੀਅਨ ਸਟੂਡੈਂਟ। ਅਨਫੋਰਚੂਨੇਟਲੀ ਦੈਟਸ ਅ ਫੈਕਟ। ਜਿੰਨਾ ਕੈਨੇਡੀਅਨ ਦੱਸੋ ਗੁਰਮੀਤ ਜੀ। देखो जी गल ये आ भी वो एक किस्म की ਜਿਹੜੀਆਂ ना रिक्वायरमेंट आ समहाउ वो पूरियां कर रहे ने। उन्होंने ये नहीं, उन्होंने ये लगता भी इदा करके चलो उत्थे लोड़ तो है नहीं इस गल की। बस उन्होंने सिर्फ यही है भी कागज की जी पूर्ति है वो करो, अंग्रेजी की वैसे सानू लोड़ नहीं है, असीं उत्थे उदा गुजारा कर लेना। ये उन्होंने मन के यही गल्लां बैठियां ते वो जी पूर्ति करने लई फिर ਜਿਹੜੇ ਵੀ ਢੰਗ ਤਰੀਕੇ ਹੈਗੇ ਜੀ। ਹੁਣ ਆਪਾਂ ਨੂੰ ਦੇਖੋ, ਮੈਂ ਕੋਈ ਤਾਂ ਸਾਹਮਣੇ ਤਾਂ ਹੈ ਨਹੀਂ ਕੋਈ ਇਦਾਂ ਦੀ ਗੱਲ, ਪਰ ਆਪਾਂ ਸਾਰੇ ਜਾਣਦੇ ਹਾਂ ਇਹਨਾਂ ਗੱਲਾਂ ਤੋਂ ਕਿ ਉੱਥੇ ਉਹ ਕਿਵੇਂ ਪੂਰੀਆਂ ਕੀਤੀਆਂ ਜਾਂਦੀਆਂ। ਕੁਲਵੀਰ ਜੀ ਪੈਸੇ ਦੀ ਪੂਰਤੀ ਤਾਂ ਉਹਨਾਂ ਨੇ ਜਿਹੜੇ ਪੈਸੇ ਆਏ ਉਹਨਾਂ ਤੋਂ ਕਰਵਾ ਲਈ ਹੈ। ਬਿਲਕੁਲ ਆਪਣੇ ਬੱਚਿਆਂ ਨੂੰ ਤਾਂ ਫ੍ਰੀ ਭੇਜ ਰਹੇ ਆ। ਬਿਲਕੁਲ ਕੁਲਵੀਰ ਜੀ ਮੈਂ ਇੱਕ ਵਾਰੀ ਇਹ ਵੀ ਮੈਂ ਬਿਆਨ ਮੈਂ ਕਰ ਚੁੱਕਿਆ ਕਿ ਜਿਹੜਾ ਸਹੀ ਮਾਨੇ 'ਚ ਜੈਨੂਇਨ ਸਟੂਡੈਂਟ ਹੈ ਨਾ, ਜਿਹੜਾ बहुत ही पढ़ाकू स्टूडेंट है, जिन्हें वाकई कुछ करना है पढ़ाई का, मतलब बाकी ट्रेन नहीं करना है, मतलब जिसने इंजीनियर, डॉक्टर, वकील वगैरह इस तरह बनना है, तुसी ये सोचते हो कि भी वो वाकई इन्नी दूर आएगा पढ़ाई करने ਲਈ, ਉੱਥੇ ਹੀ ਨਹੀਂ ਪੜ੍ਹ ਦੇਗਾ, ਉੱਥੇ ਹੀ ਉਹਨੂੰ ਵਜ਼ੀਫਾ ਜਾਂ ਸਕਾਲਰਸ਼ਿਪ ਨਹੀਂ ਮਿਲ ਜਾਏਗੀ। यूनिवर्सिटी ऑफ ਵੱਡੇ ਜਿਹੜੇ IIT, IIM इंजीनियरिंग कॉलेज हैं दिल्ली, बॉम्बे, मद्रास वगैरह ਵੱਡੇ शहरों से बने हुए टॉप दी यूनिवर्सिटियां। पहली गल तो उत्थे एजुकेशन सस्ती है कंपेयर टू कि भी तुसी 10-15 लाख रुपए 2 साल का, उत्थे यूनिवर्सिटी कॉस्ट इज वेरी लो कंपेयर। तो दूसरा तुहानू किसी दूसरे मुल्क नहीं जाना, ठीक है, लोकल ही पढ़ रहे हो,
ਤੇ ਲੋਕਲ ਤੁਹਾਨੂੰ ਜ਼ਿਆਦਾ ਹਾਈ ਇੰਗਲਿਸ਼ ਸਿੱਖਣ ਦੀ ਵੀ ਲੋੜ ਨਹੀਂ ਹੈ। ਮਤਲਬ ਈਜ਼ੀ ਹੈ ਕਿ ਵੀ ਤੁਸੀਂ ਅਗਰ ਜੇ ਕੋਈ ਜਲੰਧਰ ਤੋਂ ਉੱਠ ਕੇ ਅਗਰ ਕੋਈ ਦਿੱਲੀ ਚਲਾ ਜਾਏ, ਜਲੰਧਰ ਉੱਠ ਕੇ ਕੋਈ ਬੰਬਈ ਚਲਾ ਜਾਏ ਤੇ ਡਿਗਰੀ ਆਪਣੀ ਪੂਰੀ ਕਰਕੇ ਆਪਣੀ ਨੌਕਰੀ ਕਰਕੇ ਫਿੱਟ ਹੋ ਜਾਏ। क्या कोई जेन्युइन स्टूडेंट ਜਿਹੜਾ ਬਹੁਤ ਹੀ ਹਾਈ ਲੈਵਲ ਦਾ ਮੈਰਿਟੋਰੀਅਸ ਸਟੂਡੈਂਟ ਹੈ, ਜਿਹੜਾ ਦਿਮਾਗ ਤੋਂ ਤੇਜ਼ ਹੈ ਬਹੁਤ ਹੈ, ਜਿਹੜਾ IIT IIM ਮਟੀਰੀਅਲ ਹੈ, ਉਹ ਵਾਕਈ ਕੈਨੇਡਾ ਆਏਗਾ ਇੱਥੇ ਜੀ ਲੋਕਲ ਕਾਲਜ ਧੱਕੇ ਖਾਣ ਲਈ ਜੀ ਹਸਪਿਟੈਲਿਟੀ ਡਿਪਲੋਮਾ ਜਾਂ ਫਲਾਨਾ ਕੋਈ ਟਰੈਵਲ ਏਜੰਸੀ ਡਿਪਲੋਮਾ ਕਰਨ ਆਏਗਾ ਇੰਨੀ ਦੂਰ? ਨਹੀਂ, ਜਿਹੜੇ ਉਸ ਤਰ੍ਹਾਂ ਦੀ ਜਿਨ੍ਹਾਂ ਦੀ ਪੜ੍ਹਾਈ ਕੀਤੀ ਹੈ ਜੀ ਉਹ ਹਾਇਰ ਐਜੂਕੇਸ਼ਨ ਲਈ ਯੂਨੀਵਰਸਿਟੀਆਂ 'ਚ ਜਾਂਦੇ ਨੇ। ਲੋਕ ਭਾਲਦੇ ਆ ਵੀ ਬਾਹਰ ਵੀ ਯੂਨੀਵਰਸਿਟੀ ਦਾ ਟੈਗ ਸਾਡੇ ਲੱਗਾ ਹੋਵੇ ਤੇ ਉਹਨਾਂ ਨੂੰ ਹਿੰਦੁਸਤਾਨ 'ਚ ਵੀ ਜੇ ਉਹ ਅਗਰ ਵਾਪਸ ਜਾਂਦੇ ਆ ਤਾਂ ਉੱਥੇ ਜਾ ਕੇ ਉਹਨਾਂ ਨੂੰ ਵਧੀਆ ਨੌਕਰੀਆਂ ਮਿਲਦੀਆਂ ਨੇ। ਪਰ ਉਹ ਜਿਹੜੇ ਤੁਸੀਂ ਜੂਨੀਅਰ ਕਾਲਜ ਦੀ ਗੱਲ ਕਰ ਰਹੇ ਨਾ, ਜਿਹੜਾ ਤੁਸੀਂ ਇਧਰ ਦੇਖੋ ਟੋਰਾਂਟੋ ਵਾਲਾ ਬਰੈਂਪਟਨ ਮਿਸਾਗਾ ਸਾਈਡ, ਇੱਥੇ ਜਿਹੜੇ ਨਾ ਉਹ ਇੱਕ ਮੰਡੀ ਹੈ ਕਾਲਜਾਂ ਦੀ। ਮੈਂ ਸਮਝਦਾ ਕਿ ਇੱਥੇ ਐਟਲੀਸਟ ਅਬਾਊਟ 10-15 ਕਾਲਜ ਹੈ ਪੂਰੇ ਉਸੇ ਏਰੀਆ ਦੇ, ਮਤਲਬ ਪ੍ਰੋਬਬਲੀ ਇਨ ਦ ਰੇਡੀਅਸ ਆਫ 100 ਮੀਲ ਦੇ ਰੇਡੀਅਸ ਵਿੱਚ 70 ਤੋਂ 50% ਬੱਚਾ ਜਿਹੜਾ ਹੈ ਨਾ ਉੱਥੇ ਪੰਜਾਬ ਦਾ ਹੀ ਹੈ, ਹੋਰ ਕੋਈ ਬੱਚਾ ਹੈ ਹੀ ਨਹੀਂ। ਫੋਰਨ ਸਟੂਡੈਂਟ ਜਿਹੜੇ ਪੋਪੂਲੇਸ਼ਨ ਹੈ ਮਿਨੀਮਮ 50 to 70% ਪੋਪੂਲੇਸ਼ਨ ਹੈ ਪੰਜਾਬ ਤੋਂ ਆ ਰਹੀ ਹੈ, ਨਾ ਆਂਧਰਾ ਤੋਂ, ਨਾ ਅਸਾਮ ਤੋਂ, ਨਾ ਬੰਬਈ ਤੋਂ, ਨਾ ਗੁਜਰਾਤ ਤੋਂ, ਸਿਰਫ ਪੰਜਾਬ ਦੀ ਪੋਪੂਲੇਸ਼ਨ ਭਰੀ ਪਈ ਹੈ। ਸਾਰੇ ਡਿਪਲੋਮਾ ਕਰਦੇ ਆ ਇਸ ਤਰ੍ਹਾਂ, ਕੋਈ ਕਿਸੇ ਨੇ ਟਰੈਵਲ ਏਜੰਸੀ ਡਿਪਲੋਮਾ, ਕਿਸੇ ਨੇ ਕੋਈ ਕੁਕਿੰਗ ਡਿਪਲੋਮਾ, ਕੋਈ ਹਸਪਿਟੈਲਿਟੀ ਡਿਪਲੋਮਾ, ਕਿਸੇ ਨੇ ਕੋਈ IT ਟਾਈਪ ਡਿਪਲੋਮਾ, ਕੁਛ ਨੇ ਇਸ ਤਰ੍ਹਾਂ ਡਿਪਲੋਮਾ ਕਰਕੇ ਕਲਾਸਾਂ ਭਰੀ ਹੋਈ ਹੈ, ਕਾਲਜਾਂ ਨੂੰ ਟਿਊਸ਼ਨ ਪਹੁੰਚ ਰਿਹਾ ਹੈ, ਉਹਨਾਂ ਦਾ ਵੀ ਰੋਜ਼ਗਾਰ ਚੱਲ ਰਿਹਾ ਹੈ, ਸਿਸਟਮ ਚਲੀ ਜਾ ਰਿਹਾ। ਦੈਟ ਇਜ਼ ਆਲ ਇਟ ਇਜ਼। ਤੇ ਆ ਜਿਹੜੀ ਕੁਆਲਿਟੀ ਥੱਲੇ ਨੂੰ ਆ ਰਹੀ ਹੈ, ਕੁਆਲਿਟੀ ਡਾਇਲੂਟ ਹੋ ਰਹੀ ਹੈ ਗਾਂ। ਉਹਨਾਂ ਨੂੰ ਫਿਰ ਮੁੜ ਕੇ ਫਿਰ ਜਦ ਉਹਨਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ ਉਹ ਫਿਰ ਉਹ ਭੱਜਦੇ ਆ ਕਿ ਕੋਈ BC ਨੂੰ ਜਾਏ, ਕੋਈ ਜੀ ਅਲਬਰਟਾ ਨੂੰ ਆਏ, ਕੋਈ ਇੱਧਰ ਨੂੰ ਆਏ, ਕੋਈ ਵਾਲਮਾਰਟ ਕੰਮ ਕਰੇ, ਕੋਈ ਗਰੋਸਰੀ ਸਟੋਰ ਕੰਮ ਕਰੇ, ਕੋਈ ਰਿਟੇਲ ਕੰਮ ਕਰੇ। ਉਹਨਾਂ ਨੇ ਆਪਣੇ ਪੂਰੇ ਕਰਨੇ ਕਿ ਘੰਟੇ ਪੂਰੇ ਕਰਨੇ ਕਿ ਨਾਲ ਕਿਸੇ ਨੇ ਚਿੱਠੀ ਲਿਖਵਾ ਲਈ ਕਿ ਜੀ ਹਾਂ ਵੀ ਸੁਪਰਵਾਈਜ਼ਰੀ ਜॉब ਹੈ, ਸਕਿੱਲ ਜॉब ਹੈ, ਫਿਰ ਜਾ ਕੇ CEC ਕਲਾਸ ਵਿੱਚ ਉਹਨਾਂ ਨੇ PR ਲੈਣੀ ਹੈ। इज दिस द रियल कैनेडा ਜਿਹੜਾ ਕੁਆਲਿਟੀ ਆਫ ਮੇਨਟੇਨ ਆਪਾਂ ਕਰ ਰਹੇ ਹਾਂ? ਇਹ ਵਾਕਈ ਉਹ ਚੀਜ਼ ਹੈ? ਕੋਈ ਪੁੱਛਣ ਵਾਲਾ ਹੈ? ਕੋਈ ਇਮੀਗ੍ਰੇਸ਼ਨ ਮੰਤਰੀ ਹੈ? ਕੋਈ ਹੈ ਇੰਡਸਟਰੀ ਜਿਹੜਾ ਜਵਾਬਦੇਹੀ ਹੈ? ਕੋਈ ਨਹੀਂ। ਗਵਰਨਮੈਂਟ ਨੇ ਸੋਚਿਆ ਹੋਇਆ ਕਿ ਅਸੀਂ ਸਾਲ ਦਾ ਇੰਨੇ ਸਟੂਡੈਂਟ 3 ਲੱਖ ਸਟੂਡੈਂਟ ਲੈਣਾ ਹੀ ਲੈਣਾ, ਤੇ ਉਹ ਹਰ ਸਾਲ ਉਹ ਆਪਣਾ ਕਰੀ ਜਾ ਰਹੀ ਹੈ। ਇੰਡੀਆ ਤੋਂ ਆ ਰਹੇ हैं, कुछ चाइना तो आ रहे हैं। चाइना भी यही हाल है। चाइना इस तरह नहीं कि चाइना साढ़े से दूर है, चाइना भी यही हाल है। तो तीसरा है अपने फिलीपींस, वियतनाम वगैरह, वियतनाम तो भी कई आ जा रहे हैं। ਸੋ ਉਹ ਸਿਸਟਮ ਚੱਲੀ ਜਾ ਰਿਹਾ। ਜਿਹੜੇ ਕਿਹੜੇ ਦੇਸ਼ ਤੋਂ ਮੈਨੂੰ ਲੱਗਦਾ ਵੀ ਹਿੰਦੁਸਤਾਨ ਤੋਂ ਸਭ ਤੋਂ ਜ਼ਿਆਦਾ ਆ ਰਿਹਾ? ਚਾਈਨਾ ਥੋੜਾ ਹਾਂ, ਚਾਈਨਾ ਦੇ ਬਾਅਦ ਫਿਰ ਇੰਡੀਆ ਹੈ, ਫਿਰ ਉਹਦੇ ਬਾਅਦ ਸ਼ਾਇਦ ਆਈ ਥਿੰਕ ਕੋਰੀਆ ਹੈ, ਫਿਲੀਪੀਨਸ ਹੈ, ਇਸ ਤਰ੍ਹਾਂ ਦੇ ਮੈਨੂੰ ਪਤਾ ਨਹੀਂ, ਲੇਕਿਨ ਚਾਈਨਾ ਦੇ ਬਾਅਦ ਇੰਡੀਆ ਹੈ। ਚਾਈਨਾ ਨੰਬਰ 1 ਚਾਈਨਾ ਐਂਡ ਇੰਡੀਆ ਨੰਬਰ 2। ਜਿਹੜੇ ਟੌਪ ਲੈਵਲ ਦੇ ਜਿਹੜੇ ਡਿਪਾਰਟਮੈਂਟ ਜਿਸ ਤਰ੍ਹਾਂ ਯੂਨੀਵਰਸਿਟੀ ਆਫ ਐਲਬਰਟਾ ਹੈ, ਯੂਨੀਵਰਸਿਟੀ ਆਫ ਟੋਰਾਂਟੋ, ਜਿਹਨੇ ਉਹਦੇ ਬਹੁਤ ਹਾਈ ਲੈਵਲ ਦੀ ਫੈਕਲਟੀਆਂ ਜਿੱਥੇ ਇੰਜੀਨੀਅਰਿੰਗ ਜਿਹੜੇ ਰਿਸਰਚ ਚੱਲ ਰਹੀ, ਜਿਸ ਮਾਸਟਰਸ ਇਨ ਇੰਜੀਨੀਅਰਿੰਗ ਪ੍ਰੋਗਰਾਮ ਜਾਂ PhD, ਉਹਦੇ ਵਿੱਚ ਤੁਸੀਂ ਪੰਜਾਬੀ ਸਟੂਡੈਂਟ ਕਦੇ ਦੇਖੋਗੇ ਨਹੀਂ। ਬਹੁਤ ਹੀ ਰੇਅਰ ਹੈ ਤੁਹਾਨੂੰ ਪੰਜਾਬੀ ਸਟੂਡੈਂਟ ਮਿਲ ਜਾਏਗਾ ਕਿ ਜੀ ਫਲਾਨਾ ਜੀ ਉਹ PhD ਇਨ ਮੈਥਮੈਟੀਕਲ ਸਾਇੰਸ ਕਰ ਰਿਹਾ ਜੀ। ਇਟਸ ਇੰਪੋਸੀਬਲ ਤੁਹਾਨੂੰ ਕੋਈ ਮਿਲ ਜਾਏ। ਉੱਥੇ ਤੁਹਾਨੂੰ ਮਿਲੇਗਾ ਬਾਹਰ ਦਾ ਬੰਦਾ ਮਿਲੇਗਾ, ਕੋਈ ਚਾਈਨਾ ਦਾ ਜਾਂ ਕੋਈ ਸਾਊਥ ਇੰਡੀਆ ਦਾ ਕੋਈ ਬਹੁਤ ਤਗੜਾ ਕੋਈ ਲੱਗ ਰਿਹਾ ਕਿ ਵੀ IIT ਤੋਂ ਕਰਕੇ ਆਇਆ ਜੀ, ਉਹਨੂੰ ਸਕਾਲਰਸ਼ਿਪ ਮਿਲਿਆ ਜੀ, ਇੱਥੇ ਆਉਂਦੇ ਹੀ ਸਾਰੋ PhD ਇਨ ਕੰਪਿਊਟਰ ਸਾਇੰਸ ਕਰ ਰਿਹਾ। ਇਸ ਤਰ੍ਹਾਂ ਦੇ ਬੰਦੇ ਤੁਹਾਨੂੰ ਬਹੁਤ ਹੀ ਰੇਅਰ ਹੈ ਯੂ ਵਿਲ ਗੈਟ ਐਟ ਦ ਲੈਵਲ ਆਫ ਕਿ ਜਿਹਨੇ ਵੀ 12ਵੀਂ ਦੇ ਬਾਅਦ ਦੀ ਕੈਪ ਦੇ ਬਾਅਦ ਦੀ ਸਮਥਿੰਗ ਕਰਕੇ ਆ ਗਿਆ। ਉਹ ਸਾਰੇ ਆਪਣੇ ਉਹ ਹੋਲਸੇਲ ਮੰਡੀ ਜਿਹੜੀ ਲੱਗੀ ਹੈ ਬਰੈਂਪਟਨ ਵਾਲੀ, ਉੱਥੇ ਪਹੁੰਚੇ ਆ ਸਾਰੇ। ਵੈਸੇ ਇਹ ਜਿਹੜੇ ਕਾਲਜਸ ਹੈਗੇ ਜੀ ਜਿਨ੍ਹਾਂ ਤੋਂ ਇਹ ਮਤਲਬ ਸਾਲ ਦਾ ਮਤਲਬ ਕੋਰਸ ਕਰਾਉਂਦੇ ਜਾਂ 2 ਸਾਲ ਦਾ, ਇਹਨਾਂ ਦੇ ਜਿਹੜੀਆਂ ਜੌਬਸ ਪਲੇਸਮੈਂਟ ਹੈਗੀਆਂ ਜੀ ਬਾਅਦ ਦੇ ਵਿੱਚ, ਕਦੇ ਕੋਈ ਰੈਕੋਰਡ ਤੁਹਾਡੇ ਕੋਲ ਇੱਥੇ ਹੈ? ਕੋਈ ਕਿਸੇ ਕੋਲ ਰਿਕਾਰਡ ਨਹੀਂ ਹੈ, ਲੇਕਿਨ ਆਮ ਇਹ ਸਾਨੂੰ ਪਤਾ ਹੈ ਕਿ ਲੋਕੀ ਜਦ ਸਟੂਡੈਂਟ ਨਿਕਲਦੇ ਹੈ, ਸਟੂਡੈਂਟ ਉਹਨਾਂ ਦੇ ਗਰੁੱਪਸ ਬਣੇ ਹੋਏ ਫੇਸਬੁੱਕ ਤੇ ਦੇਖਿਓ, ਉੱਥੇ ਉਹ ਜੌਬ ਉਹਨਾਂ ਕੋਲ ਹੈ ਨਹੀਂ ਹੈ। ਈਵਨ ਏਜੰਟਾਂ ਨੂੰ ਪਤਾ ਹੈ, ਪੰਜਾਬ ਏਜੰਟ ਨੂੰ ਪਤਾ ਹੈ ਕਿ ਬਰੈਂਪਟਨ ਟੋਰਾਂਟੋ ਜਿਹੜੀ ਜੌਬਸ ਹੈ ਉਹ ਸਾਰੀ ਉਹੀ ਜੌਬਸ ਹੈ, ਜੈਨੀਟੋਰੀਅਲ ਜੌਬਸ ਹੈ ਜੀ, ਕੋਈ ਕਿਚਨ ਦੇ ਕੋਈ ਭਾਂਡੇ ਸਾਫ਼ ਕਰ ਲਓ ਜੀ, ਫਲਾਨਾ ਕੋਈ ਟੈਕਸੀ ਚਲਾ ਲਓ, ਇਸ ਤਰ੍ਹਾਂ ਦਾ। ਮਤਲਬ these are not a supervisory level jobs ਕਿ ਜਿਹਦੇ ਥਰੂ ਤੁਹਾਨੂੰ PR ਮਿਲ ਜਾਏਗੀ। ਮਤਲਬ ਜਿਹੜੀ ਉਹਨਾਂ ਪੜ੍ਹਾਈ ਕੀਤੀ ਹੈ ਉਹਦੇ ਨਾ ਕੋਈ ਸਵਾਲ ਹੀ ਨਹੀਂ ਹੈ। ਦੇਖੋ ਜਿਹੜਾ ਇੱਕ 12ਵੀਂ ਦੇ ਬਾਅਦ ਇੱਕ ਪਿੰਡੋਂ ਉੱਠ ਕੇ ਆ ਕੇ ਹਸਪਿਟੈਲਿਟੀ ਡਿਪਲੋਮਾ ਕਰ ਰਿਹਾ 1 ਸਾਲ ਦਾ ਜਾਂ 2 ਸਾਲ ਦਾ ਕਰ ਰਿਹਾ ਹੈ, ਉਹਨੂੰ ਜੌਬ ਕਿਹੋ ਜਿਹੀ ਮਿਲ ਸਕਦੀ ਹੈ? ਤੁਸੀਂ ਇੱਕ 5 ਸਟਾਰ ਹੋਟਲ 'ਤੇ ਜਾ ਕੇ ਕੋਈ ਹਸਪਿਟੈਲਿਟੀ ਮੈਨੇਜਰ ਲੱਗ ਜਾਊਗਾ ਜਾਂ ਕੋਈ ਰੈਸਟੋਰੈਂਟ ਮੈਨੇਜਰ ਲੱਗ ਜਾਏਗਾ? ਕਿਸ ਤਰ੍ਹਾਂ ਦੀ ਜੌਬ ਮਿਲ ਸਕਦੀ ਹੈ? ਇਟਸ ਇੰਪੋਸੀਬਲ। ਇੱਥੇ ਦੇ ਜਿਹੜੇ ਲੋਕਲ ਕੈਨੇਡੀਅਨ ਸਿਟੀਜ਼ਨ ਹੈ, ਜਿਹੜੇ ਇੱਥੇ ਦੇ ਬੱਚੇ ਬੋਰਨ ਹੋਏ ਹੈ ਕੈਨੇਡੀਅਨ ਸਿਟੀਜ਼ਨ, ਜਿਹੜੇ ਹਾਈ ਸਕੂਲ ਕਰਨ ਦੇ ਬਾਅਦ ਅਗਰ ਜੇ ਕਾਲਜ ਚਲਾ ਵੀ ਜਾਏ ਫਿਰ ਵੀ ਉਹਨੂੰ ਇਸ ਤਰ੍ਹਾਂ ਦੀ ਜੌਬ ਮਿਲਣਾ
इट्स नॉट लाइकलीहुड कि ਈਜ਼ੀਲੀ ਜੌਬ ਮਿਲ ਜਾਏ। ਤੇ ਹੁਣ ਬਾਹਰੋਂ ਜਿਹੜਾ ਫੋਰਨ ਸਟੂਡੈਂਟ ਆ ਕੇ ਉਹਨੂੰ ਇਸ ਤਰ੍ਹਾਂ ਦੀ ਜੌਬ ਮਿਲ ਜਾਏਗੀ, ਹਾਊ ਇਜ਼ ਇਟ ਪੋਸੀਬਲ? ਮਿਲ ਹੀ ਨਹੀਂ ਸਕਦੀ। ਇਸ ਕਰਕੇ ਫਿਰ ਇੱਧਰ ਉੱਧਰ ਆਪਣਾ ਕੰਮ ਦੇਖਦੇ ਆ, ਕੋਈ ਕਿੱਧਰ ਕੰਮ ਕਰ ਰਿਹਾ, ਕੋਈ ਕਿੱਧਰ ਟਾਈਮ ਪਾਸ ਕਰ ਰਿਹਾ। ਉਹ ਗੱਲ ਖੇਡ ਸਾਰੀ ਜਿਹੜੀ ਖੇਡ ਸਾਰੀ PR ਦੀ ਹੈ, ਉਹ ਕੁਛ ਨਹੀਂ ਹੈ। ਪੜ੍ਹਾਈ ਦਾ ਸਿਰਫ ਇੱਕ ਬਹਾਨਾ ਹੈ, ਅਸਲੀ ਨਿਸ਼ਾਨਾ ਹੈ ਕਿ PR ਕਿੱਦਾਂ ਮਿਲੇ। ਸਾਡਾ ਤੇ ਧਰਮ, ਸਾਡਾ ਮਜ਼ਹਬ, ਸਾਡਾ ਜਿਹੜਾ ਈਮਾਨ, ਸਾਡਾ ਧਰਮ, ਸਭ ਕੁਝ ਹੈ PR ਤੇ ਟਿਕਿਆ ਹੋਇਆ ਹੈ। ਅੱਜ ਮੇਰੇ ਖਿਆਲ ਇਦਾਂ ਦਾ ਰੂਲ ਅਗਰ ਅਨਾਉਂਸ ਹੋ ਜਾਏ ਕਿ ਵੀ ਕਿਸੇ ਨੂੰ PR ਅਗਲੇ 2-3 ਸਾਲ ਤੱਕ ਕਿਸੇ ਨੂੰ PR ਨਹੀਂ ਮਿਲਣੀ, ਦੇਖੋ ਕਿੱਦਾਂ ਦੇ ਹਲਚਲ, ਇੱਕ ਜ਼ਲਜ਼ਲਾ ਆ ਜਾਏ ਪੂਰੇ ਸਟੂਡੈਂਟ ਕਮਿਊਨਿਟੀ। ਗੱਲ ਤੇ PR ਦਾ ਹੀ ਹੈ ਨਾ, ਚੱਕਰ ਤੇ PR ਦਾ ਹੈ। ਉੱਥੋਂ ਪਲੈਨਿੰਗ ਕਰਦੇ ਆ ਕਿ ਵੀ ਆਪਾਂ ਕਿੰਨੇ ਪੈਸੇ ਲਾ ਕੇ ਇਨਵੈਸਟਮੈਂਟ ਕਰਾਂਗੇ ਜੀ, ਫਿਰ ਇੰਨਾ ਖਰਚਾ ਹੋਏਗਾ, ਫਿਰ 2 ਸਾਲ 3 ਸਾਲ ਫਿਰ PR ਮਿਲੇਗੀ। ਹਾਂ ਜੀ, ਹੁਣ ਤੱਕ ਹਿੱਸਾ ਆਇਆ ਜੀ, PR ਮਿਲ ਗਈ। ਸਾਡਾ ਜਿਹੜਾ ਈਮਾਨ, ਸਾਡਾ ਜਿਹੜਾ ਧਰਮ, ਸਾਡਾ ਮਜ਼ਹਬ, ਸਾਡੀ ਸੋਚ, ਸਾਡੀ ਆਤਮਾ, ਸਭ ਕੁਝ PR ਤੇ ਟਿਕੀ ਹੋਈ ਹੈ, ਔਰ ਕੁਝ ਨਹੀਂ। ਹਾਂ ਤਾਂ ਤੁਸੀਂ ਬੜੀ ਗੱਲ ਕੀ ਕਹਿੰਦੇ ਦੂਰ ਲੈ ਗਏ ਜਨਾਬ। ਸਰ ਜੀ ਤੁਸੀਂ ਮੈਨੂੰ ਦੱਸੋ ਅਗਰ ਜੇ ਮੈਂ ਗਲਤ ਹੈ, ਤੁਸੀਂ ਮੈਨੂੰ ਅਗਰ ਮੈਂ ਕਰੈਕਟ ਕਰ ਦਿਓ। ਮੇਰੀ ਆਪਣੀ ਪਰਸਨਲ ਸੋਚ ਹੈ ਕਿ ਸਾਡਾ ਜਿਹੜਾ ਅਸੀਂ ਤੇ ਮਤਲਬ ਹੁਣ ਮੈਂ ਹੋ ਸਕਦਾ ਕਿ ਜ਼ਿਆਦਾ ਮੈਂ ਕਹਿ ਜਾਵਾਂਗਾ, ਕਿਉਂਕਿ ਸਾਨੂੰ ਤੇ ਅੰਗਰੇਜ਼ਾਂ ਨੇ ਤੇ ਗੁਲਾਮ ਬਣਾਇਆ ਸੀ 300 ਸਾਲ। ਫਿਰ ਅਸੀਂ ਮੁੜ ਕੇ ਇੱਧਰ ਆ ਗਏ ਵੀ ਅੰਗਰੇਜ਼ ਤੁਸੀਂ ਛੱਡ ਗਏ ਸੀ, ਸਾਨੂੰ ਅੰਗਰੇਜ਼ ਫਿਰ ਗੁਲਾਮ ਬਣਾ ਸੀ, ਤੇ ਫਿਰ ਆ ਗਏ ਸਾਨੂੰ ਆਪਣੇ ਕੰਟਰੀ 'ਚ, ਫਿਰ ਸਾਨੂੰ ਪਨਾਹ ਦੇ ਦਿਓ। ਹਾਂ, ਇਹ ਸਵਾਲ ਤਾਂ ਜੀ ਕਈ ਵਾਰੀ ਆਇਆ ਭਈ ਇਹਨਾਂ ਨੂੰ ਉੱਥੋਂ ਹਜੇ ਤਾਂ ਗਾਲਾਂ ਕੱਢੀ ਜਾਂਦੇ ਨੇ ਲੋਕ, ਗੋਰਿਆਂ ਨੇ ਸਾਨੂੰ ਐਕਸਪਲੋਇਟ ਕੀਤਾ, ਆਜ਼ਾਦੀ ਚਾਹੀਦੀ ਸੀਗੀ। ਦੇਖੋ ਸ਼ਹੀਦਾਂ ਨੇ ਜਾਨਾਂ ਵਾਰ ਦਿੱਤੀਆਂ ਆਪਣੀਆਂ, ਸੁਪਨਾ ਲਿਆ ਸੀ ਕਿ ਵਧੀਆ ਦੇਸ਼ ਹੋਵੇਗਾ, ਪਰ ਜਿਹੜੇ ਉੱਥੇ ਹੁਕਮਰਾਨ ਬੈਠੇ ਆ ਗੋਰਿਆਂ ਤੋਂ ਬਾਅਦ, ਉਹਨਾਂ ਨੇ ਦੇਸ਼ ਨੂੰ ਕਿੱਥੇ ਲਿਆ ਕੇ ਖੜਾ ਕਰ ਦਿੱਤਾ। ਤੇ ਹੁਣ ਜਿੱਧਰ ਨੂੰ ਜਾ ਰਿਹਾ ਜੀ ਇਸ ਵੇਲੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ, ਬੜਾ ਮਤਲਬ ਦੁੱਖ ਹੁੰਦਾ ਉਹਨਾਂ ਗੱਲਾਂ ਦਾ। ਔਰ ਬਹੁਤ ਸਾਰੇ ਲੋਕ ਵੀ ਹੁਣ ਹੋ ਸਕਦਾ ਪੰਜਾਬ ਇਸ ਗੱਲ ਦੇ ਵਿੱਚ ਨਾ, ਮੈਨੂੰ ਏਦਾਂ ਲੱਗਦਾ ਵੀ ਜਿਹੜਾ ਪਿੱਛੇ ਜਿਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਰਿਹਾ, ਉਸ ਮਾਹੌਲ ਕਰਕੇ ਲੋਕਾਂ ਨੂੰ ਤਾਂ ਇਹ ਸੀ ਵੀ ਅਸੀਂ ਰਿਸ਼ਤੇਦਾਰੀਆਂ ਦੇ ਵਿੱਚ ਹੀ ਪ੍ਰਦੇਸ਼ਾਂ ਨੂੰ ਚਲੇ ਜਾਣਾ, ਤੇ ਉਹ ਪੜ੍ਹਾਈ ਲਿਖਾਈ ਵਾਲਾ ਕੰਮ ਕਰ ਜਿਹੜਾ ਨਾ ਪਿੱਛੇ ਪੈ ਗਿਆ। ਲੋਕਾਂ ਨੇ ਛੱਡ ਦਿੱਤਾ ਵੀ ਕੋਈ ਨਹੀਂ, ਇਹਦਾ ਕਿਹੜਾ ਫਾਇਦਾ ਹੈਗਾ। ਪਰ ਹੁਣ ਜਿੱਦਾਂ ਜਿੱਦਾਂ ਪਤਾ ਲੱਗ ਰਿਹਾ ਉੱਥੇ ਵੀ ਨਹੀਂ ਬਈ ਪੜ੍ਹਾਈ ਲਿਖਾਈ ਕਰਕੇ ਵੀ ਤੁਸੀਂ ਜਾ ਸਕਦੇ ਆ, ਤੇ ਉਹ ਜਿਹੜੀ ਨਾ ਹੁਣ ਜਿੱਦਾਂ ਕਹਿੰਦੇ ਜਿਹੜੀ ਉਹ ਲੇਟ ਪਈ ਆ, ਉਹ ਦੂਰ ਕਰਨ ਦੀ ਕੋਸ਼ਿਸ਼ ਆ ਵੀ ਜਿੱਥੇ ਵੀ ਕਿਸੇ ਦਾ ਦਾ ਲੱਗਦਾ ਉਹ ਕਹਿੰਦਾ ਲਾਓ ਸਹੀ ਚੱਲੀਏ। ਪਰ ਬਹੁਤ ਸਾਰੇ ਕਈ ਵਧੀਆ ਸਟੂਡੈਂਟ ਵੀ ਹੈਗੇ ਜਿਹੜੇ ਇੱਥੇ ਆ ਕੇ ਜਿਨ੍ਹਾਂ ਨੇ ਪੜ੍ਹਾਈ ਲਿਖਾਈ ਕੀਤੀ ਹੈ ਚੰਗੀ, ਉੱਥੋਂ ਮਤਲਬ ਉਹ ਪਰਸੈਂਟੇਜ ਘੱਟ ਹੈ ਸਰ ਜੀ, ਪਰਸੈਂਟੇਜ ਘੱਟ ਹੈ। ਮੈਨੂੰ ਇੱਕ ਗੱਲ ਹੋਰ ਤੁਸੀਂ ਮੈਨੂੰ ਇੱਕ ਗੱਲ ਹੋਰ ਇਹਦੇ ਬਾਰੇ ਦੱਸੋ। ਮੇਰਾ ਸੋਚਣਾ ਹੈ ਜਿਹੜੇ ਤੇ ਸਟੂਡੈਂਟ ਆ ਗਏ ਜਿਹਨਾਂ ਨੇ ਹੌਲੀ ਹੌਲੀ ਪੱਕੇ ਬਣ ਜਾਣਾ, 10 ਸਾਲ 15 ਸਾਲ 20 ਸਾਲ ਬਾਅਦ ਜਦ ਪੱਕੇ ਹੋਣ ਦੇ ਬਾਅਦ ਫਿਰ PR ਸਿਟੀਜ਼ਨ ਬਣ ਗਏ ਸਾਰਾ ਜੀ, ਫਿਰ ਜਦੋਂ 50 ਕ੍ਰਾਸ ਕਰ ਗਏ 60 ਕ੍ਰਾਸ ਕਰ ਗਏ, ਫਿਰ ਇੱਕ ਲਾਲਚ ਹੋਰ ਸ਼ੁਰੂ ਹੋ ਗਿਆ ਕਿ ਜੀ ਹੁਣ ਪੈਨਸ਼ਨ ਸ਼ੁਰੂ ਹੋਣ ਵਾਲੀ ਹੈ ਜੀ। ਇਹ ਤਾਂ ਜੀ ਫਿਰ ਦੇਖੋ ਕਿ ਜੀ ਹੁਣ ਪੈਨਸ਼ਨ ਮਿਲੇਗੀ ਜੀ, ਹੁਣ ਆਪਾਂ ਕਿੱਥੇ ਜਾ ਸਕਦੇ ਹਾਂ ਜੀ, ਹੁਣ ਉੱਥੇ ਜਿਹੜਾ ਕੋਈ ਸਾਨੂੰ ਕੌਣ ਟੇਕ ਕਰ ਕਰੇਗਾ ਜੀ। ਇੱਥੇ ਹੁਣ 1000 1200 1500 ਜਿੰਨੇ ਵੀ ਮਿਲਨੇ ਹੈ ਉਹਦਾ ਲਾਲਚ ਪੈ ਗਿਆ ਜੀ। ਹੁਣ ਮੁੜ ਕੇ ਉੱਥੋਂ ਗੁਲਾਮੀ ਤੋਂ ਨਿਕਲ ਕੇ ਇੱਥੇ ਦੀ ਕੰਟਰੀ 'ਚ ਗੁਲਾਮੀ ਅੱਜ ਤੋਂ ਸ਼ੁਰੂ ਹੋਇਆ, ਸਟੂਡੈਂਟ ਤੋਂ ਲੈ ਕੇ ਸਿੱਧੇ 70 80 ਸਾਲ 90 ਸਾਲ ਤੱਕ ਗੁਲਾਮੀ 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 ਗੁਲਾਮੀ। ਇੱਥੋਂ ਤਾਂ ਡੱਬਾ ਬੰਦ ਹੋ ਕੇ ਹੀ ਜਾਏਗਾ, ਬਸ ਉਹ ਤੋਂ ਪਹਿਲਾਂ ਨਹੀਂ ਜਾ ਸਕਦੇ ਵਾਪਸ। ਨਹੀਂ ਡੱਬਾ ਜਾਣਾ ਕਿੱਥੇ ਨਹੀਂ, ਬੰਦਾ ਡੱਬਾ ਉਹਦਾ ਸਿਲਸਿਲਾ ਵਧ ਉੱਥੋਂ ਹੀ ਬੰਦ ਹੋਣਾ ਕੰਮ। ਕਿਉਂਕਿ ਕਈ ਮੈਂ ਹੈਰਾਨ ਹੁੰਦਾ, ਮੈਂ ਬਜ਼ੁਰਗਾਂ ਨੂੰ ਜਦ ਮਿਲਦਾ ਉਹਨਾਂ ਦੇ ਮਨ 'ਚ ਸਿਰਫ ਇਹੀ ਹੁੰਦਾ ਹੈ, ਬਾਕੀ ਚਲੋ ਬੈਨੀਫਿਟ ਤਾਂ ਹੈ ਹੀ ਹੈ, ਫੈਮਿਲੀ ਫੁਮਲੀ ਹੈ, ਲੇਕਿਨ ਪੈਨਸ਼ਨ ਇਜ਼ ਵਨ ਆਫ ਦ ਬਿਗੇਸਟ ਬੈਨੀਫਿਟ ਕਿ ਵੀ ਹਾਂ ਪੈਨਸ਼ਨ ਤਾਂ ਮਿਲ ਰਹੀ ਜੀ, ਉੱਥੇ 2 ਪੈਸੇ ਕਿਸਨੇ ਦੇਣੇ ਜੀ, ਇੱਥੇ ਤੁਹਾਨੂੰ ਪੈਸਾ ਮਿਲ ਰਿਹਾ। ਜੇ ਤੁਸੀਂ ਆਪਣੇ ਪਾਸ ਕਾਲਰ ਨੇ ਉਹਨਾਂ ਦੀ ਗੱਲ ਸੁਣਦੇ ਤੁਸੀਂ ਮੈਨੂੰ ਲੱਗਦਾ ਪੈਨਸ਼ਨ ਦੀ ਗੱਲ ਨੂੰ ਕਿਤੇ ਹੋਰ ਅੱਛਾ ਰਿਲੇਟ ਕਰ ਰਹੇ। ਹੈਲੋ ਦੇਸ਼ਨਾਥ ਜੀ, ਸਤਿ ਸ਼੍ਰੀ ਅਕਾਲ ਸਿੰਘ ਸਾਹਿਬ। ਸਰ ਸਤਿ ਸ਼੍ਰੀ ਅਕਾਲ। ਹਾਂਜੀ ਸੁਣਿਆ, ਮੈਂ ਸੁਣਿਆ ਤੁਹਾਡੀ ਗੱਲ ਸੁਣਿਆ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਅੱਛਾ ਜੀ, ਤੁਸੀਂ ਗੱਲ ਕਰ ਰਹੇ ਆ ਨਾ ਵੀ ਮੈਂ ਮੰਨਦਾ ਵੀ ਉੱਥੇ ਹੋਰ ਕੋਈ ਹੀਲਾ ਨਹੀਂ ਰਹਿ ਗਿਆ, ਕਿਉਂਕਿ ਪੇਰੈਂਟਸ ਦਾ ਐਜੂਕੇਸ਼ਨ ਖਤਮ ਹੀ ਅੱਜ ਕੱਲ੍ਹ, ਤੇ ਲੋਕਾਂ ਨੇ ਉੱਥੋਂ ਨਿਕਲਣ ਦਾ ਬਹਾਨਾ ਵੀ ਬਣਾਇਆ ਹੈ, ਕੋਈ ਸ਼ੱਕ ਵਾਲੀ ਗੱਲ ਨਹੀਂ। ਹਾਂਜੀ 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 ਹਾਂਜੀ। ਪਰ ਇੱਕ ਚੀਜ਼ ਦੇਖੋ ਕੀ ਹੈ, ਜਿਹੜੇ ਸਟੂਡੈਂਟ ਆਉਂਦੇ ਆ ਨਾ ਉੱਥੋਂ ਉਹ ਕਿਸ ਤਰ੍ਹਾਂ ਹੀ ਕਰਦੇ ਆ, ਉਹ ਵੈਲਫੇਅਰ ਤੇ ਜਾ ਕੇ ਤੇ ਨਹੀਂ ਜਾਂਦੇ, ਉਹ ਕੰਮ ਕਰਦੇ ਆ। ਅੱਛਾ ਜੀ, ਠੀਕ ਹੈ। ਤੇ ਦੂਸਰੇ ਪਾਸੇ ਆਪਣੇ ਹੈਗੇ 2.5 ਸਾਲ ਹੋ ਚੱਲੇ ਆ, ਤੇ ਉਹ ਸੀਰੀਅਸ ਹਜੇ ਰੌਲਾ ਪਾਈ ਜਾਂਦੇ ਆ ਕਿ ਸਾਨੂੰ ਪੈਸੇ ਘੱਟ ਮਿਲ ਰਹੇ ਆ, ਸਾਡਾ ਇੱਥੇ ਗੁਜ਼ਾਰਾ ਨਹੀਂ ਹੁੰਦਾ, ਪੈਸਾ ਨੂੰ ਪੈਸੇ ਹੋਰ ਚਾਹੀਦੇ ਆ।
ਗੱਲ ਤੁਹਾਡੀ ਬਿਲਕੁਲ ਮੈਂ ਸਹਿਮਤ ਹਾਂ। ਸਟੂਡੈਂਟ ਸੋਚ ਹੀ ਨਹੀਂ ਸਕਦਾ ਕਿ ਵੈਲਫੇਅਰ ਜਾਣ ਲਈ, ਕਿਉਂਕਿ ਉਹਨੇ ਹਾਲੀ ਪੱਕਾ ਹੋਣਾ ਹੈ। ਸਟੂਡੈਂਟ ਨੇ ਆਪਣੇ ਘੰਟੇ ਪੂਰੇ ਕਰਨੇ ਆ, ਸਟੂਡੈਂਟ ਨੇ ਡਿਪਲੋਮਾ ਪੂਰਾ ਕਰਨਾ ਹੈ, ਸਟੂਡੈਂਟ ਨੇ ਆਪਣਾ ਰਿਕਾਰਡ ਪੂਰਾ ਕਰਨਾ ਹੈ, ਤੇ ਉਹਦੇ ਕੋਲ ਇੰਨਾ ਜ਼ਿਆਦਾ ਗੁੰਜਾਇਸ਼ ਹੀ ਨਹੀਂ ਹੈ ਕਿ ਵੀ ਆਪਣੀ ਉਹ ਲਕੀਰ ਤੋਂ ਹਟ ਕੇ ਕੁਝ ਹੋਰ ਕੰਮ ਕਰੇ। ਸੋ ਦੈਟਸ ਓਕੇ, ਉਹ ਸਬਸ਼ੀ ਹੈ ਉਹਨਾਂ ਦੀ, ਉਹ ਕਰ ਰਹੇ ਹੈ। ਮੈਂ ਆਪਾਂ ਸਮਝਦੇ ਹਾਂ ਕਿ ਪੀਆਰ ਲਈ ਉਹ ਤਪ ਕਰ ਰਹੇ, ਤਪੱਸਿਆ ਕਰ ਰਹੇ ਹੈ ਉਹ, ਤੇ ਹੌਲੀ ਹੌਲੀ ਜਦੋਂ ਪੀਆਰ ਬਣਨ ਬਾਅਦ ਸਿਟੀਜ਼ਨ ਬਣ ਜਾਣਗੇ, ਫਿਰ ਉਹਨੇ ਅਗਰ ਜੇ ਵੈਲਫੇਅਰ ਫੂਡ ਕਰਨਾ ਹੈ ਤੇ ਫਿਰ ਕਰ ਸਕਦੇ ਹਾਂ। ਉਸ ਤੋਂ ਪਹਿਲਾਂ ਉਹਨਾਂ ਕੋਲ ਕੋਈ ਟਾਈਮ ਹੀ ਨਹੀਂ ਹੈ, ਨਾ ਉਹਨਾਂ ਕੋਲ ਕੋਈ ਇੰਨਾ ਜ਼ਿਆਦਾ ਫਲੈਕਸੀਬਿਲਿਟੀ ਹੈ। ਜਿਹੜੇ ਆਪਣੇ ਬੱਚੇ ਸਟੂਡੈਂਟ ਆਉਂਦੇ ਆ ਨਾ, ਹਾਂਜੀ, ਹੁਣ ਅੱਗੇ ਵਾਲੀ ਮੁਸ਼ਕਲ ਵੀ ਘੱਟੋ ਘੱਟ ਉਹ ਇੰਗਲਿਸ਼ ਵਿੱਚ ਗੱਲ ਕਰ ਲੈਂਦੇ, ਉਹਨਾਂ ਨੂੰ ਇੰਨੀ ਇੰਗਲਿਸ਼ ਹੋਣਾ ਆਉਂਦੀ ਆ। ਨਹੀਂ ਠੀਕ ਹੈ, ਠੀਕ ਹੈ। ਆਪਣੇ ਮੈਜੋਰਟੀ ਦੇ ਲੋਕ ਹੈਗੇ ਆ, ਉਹ ਕੰਮ ਕਰਦੇ, ਮਿਹਨਤ ਕਰਦੇ ਆ। ਤੇ ਦੂਜੀ ਚੀਜ਼ ਇਹ ਕਿ ਉੱਥੋਂ ਦੇ ਹਾਲਾਤ ਤੁਸੀਂ ਵੇਖੋ ਜਾ ਕੇ, ਜਦ ਤੁਸੀਂ ਵਾਰ-ਵਾਰ IIT ਦੀ ਗੱਲ ਕਰ ਰਹੇ ਆ, ਤੇ ਮੈਨੂੰ ਨਾ ਇੱਕ ਇੰਟਰਵਿਊ ਸੁਣਨ ਦਾ ਮੌਕਾ ਮਿਲਿਆ ਉੱਥੋਂ, ਤੇ ਉਹਨਾਂ ਦਾ ਵੀਜ਼ਾ ਨਾ ਬਣਨਾ ਇਹੀ ਹੈ ਵੀ ਅਸੀਂ ਇੱਥੋਂ ਪੜ੍ਹ ਕੇ ਤੇ ਅਮਰੀਕਾ ਕੈਨੇਡਾ ਜਾਣਾ ਸੀ ਬਾਹਰ। ਅਗਰ ਜਦੋਂ ਉਹਦੀਆਂ ਮੈਂ ਹੋਰ ਗੱਲਾਂ ਸੁਣੀਆਂ ਨਾ, ਮੈਂ ਉਹ ਇਹ ਤੇ ਨਹੀਂ ਕਹਿ ਸਕਦਾ, ਔਰ ਉਹਨਾਂ ਦੀ ਪੜ੍ਹਾਈ ਬਿਲਕੁਲ ਜਿਵੇਂ ਕਹਿੰਦੇ ਉਹ ਥੱਲੇ ਵਾਲੀ ਹੈਗੀ ਆ, ਉਹ ਸੋਚੀ ਕੋਈ ਫਰਕ ਨਹੀਂ ਪਿਆ ਉਹਨਾਂ ਦੇ ਵਿੱਚ। ਅੱਛਾ ਅੱਛਾ ਅੱਛਾ। ਮਤਲਬ ਇੰਨਾ ਉਹਨਾਂ ਦੇ ਅੰਦਰ ਧਰਮ ਦਾ ਤੇ ਹੋਰ ਪੁੱਠੀਆਂ ਸਿੱਧੀਆਂ ਗੱਲਾਂ ਵੜੀਆਂ ਨਾ, ਤੇ ਉਹ ਬਹੁਤ ਲੋ ਲੈਵਲ ਦੇ ਲੋਕ ਹੈਗੇ ਆ। ਮੈਂ ਦੇਖੋ, ਮੈਂ ਗੱਲ ਤੁਹਾਡੀ ਸਾਰੀ, ਆਪਾਂ ਇਸ ਚੀਜ਼ ਨੂੰ ਦੇਖਦੇ ਆ, ਜਾਣਦੇ ਆ, ਸਹਿਮਤ ਹੈ ਮੈਂ ਤੁਹਾਡੀ, ਕਿਉਂਕਿ ਐਕਚੁਅਲੀ ਇੰਡੀਆ ਦੇ ਹਾਲਾਤ ਠੀਕ ਨਹੀਂ ਹੈ। ਅੱਗੇ ਫਿਊਚਰ ਲਈ ਜੌਬਸ ਵਗੈਰਾ, ਇਕਨੋਮੀ ਜੋ ਵੀ ਕੁਛ ਹੈ, ਲੋਕਾਂ ਨੂੰ ਇੱਕ ਕੌਨਫੀਡੈਂਸ ਨਹੀਂ ਹੈ ਕਿ ਵੀ ਉਸ ਕੰਟਰੀ ਵਿੱਚ ਉਹਨਾਂ ਦਾ ਫਿਊਚਰ ਹੋ ਸਕਦਾ ਹੈ। ਇਹਦਾ ਫਾਇਦਾ ਕੈਨੇਡਾ ਲੈਂਦਾ ਐਕਚੁਅਲੀ। ਇੱਥੇ ਸਾਨੂੰ 3 ਲੱਖ ਮਿਨੀਮਮ ਇਮੀਗ੍ਰੈਂਟਸ ਚਾਹੀਦੇ ਆ ਹਰ ਇੱਕ ਸਾਲ, ਤੇ ਸਟੂਡੈਂਟ ਦਾ ਇੱਕ ਪੋਪੂਲੇਸ਼ਨ ਹੈ, ਉਹ ਤੋਂ ਸਾਨੂੰ ਕਈ ਇਮੀਗ੍ਰੈਂਟ ਮਿਲਦੇ ਆ ਐਕਸਪ੍ਰੈਸ ਐਂਟਰੀ ਦੇ ਥਰੂ ਜਾਂ ਵਰਕ ਪਰਮਿਟ ਦੇ ਥਰੂ। ਸੋ ਇੱਕ ਲੱਕਲੀ ਇਦਾਂ ਦਾ ਇੱਕ ਸਬਬ ਬਣ ਗਿਆ ਜੀ। ਉੱਥੇ ਜੀ ਹਾਲਾਤ ਖਰਾਬ ਹੈ ਜੀ, ਸਾਨੂੰ ਇਮੀਗ੍ਰੈਂਟ ਦੀ ਲੋੜ ਹੈ ਜੀ, ਕੈਨੇਡਾ ਅਮਰੀਕਾ ਦੀ ਦੋਸਤੀ ਪੈ ਗਈ, ਸੌਰੀ ਕੈਨੇਡਾ ਤੇ ਇੰਡੀਆ ਦੀ ਦੋਸਤੀ ਸ਼ੁਰੂ ਹੋ ਗਈ। ਇਸ ਤਰ੍ਹਾਂ ਕੰਮ ਹੋ ਗਿਆ ਜੀ। ਸੋ ਇਟ ਜਸਟ ਕੋਇਨਸੀਡੈਂਸ ਹੋ ਗਿਆ ਵੀ ਕਿਸ ਤਰ੍ਹਾਂ ਹੋ ਗਿਆ, ਬਸ ਇਹ ਹੋ ਗਿਆ ਕਿਸੇ ਤਰੀਕੇ ਨਾਲ। ਸਹੀ ਗੱਲ। ਦੋਸਤੋ ਫੋਨ ਹੁਣ ਤਾਂ ਇਹ ਆਪਣਾ ਸਮਾਂ ਹੋ ਗਿਆ, ਖਬਰਾਂ ਦਾ ਸਮਾਂ ਹੋ ਗਿਆ, ਉੱਪਰ ਹੋ ਚੁੱਕਾ। ਸੋ ਧੰਨਵਾਦ ਤੁਹਾਡਾ ਹੀ, ਸਮਾਂ ਕੱਢਿਆ ਤੁਸੀਂ, ਪਰ ਅੱਜ ਬੜੇ ਸਵਾਲ ਨਹੀਂ ਆਏ ਜ਼ਿਆਦਾ। ਕੋਈ ਸਵਾਲ ਮੇਰੇ ਖਿਆਲ ਹੈ ਲੋਕਾਂ ਨੂੰ ਸਵਾਲਾਂ ਦੇ ਜਵਾਬ ਪਤਾ ਹੀ ਹੈ। ਅਸਲੀ ਸਵਾਲ ਤੇ ਲੋਕਾਂ ਦਾ ਬਸ ਇਹੀ ਹੈ ਕਿ ਵੀਜ਼ਾ ਦਾ ਕੋਈ ਸੀਕ੍ਰੇਟ ਹੈ, ਵੀਜ਼ਾ ਕਿੱਦਾਂ ਮਿਲਣਾ, ਅਸਲੀ ਸਵਾਲ ਤਾਂ ਇਹੀ ਹੈ। ਬਾਕੀ ਹੋਰ ਸਵਾਲ ਤਾਂ ਛੋਟੇ ਮੋਟੇ ਸਵਾਲ ਹੈ। ਇੰਟਰੈਕਟਲੀ ਸਾਰੇ ਸਵਾਲ, ਜਿੱਦਾਂ ਸਾਰੇ ਦੁਨੀਆ ਦੇ ਧਰਮ ਮਿਲਦੇ ਆ, ਇੱਕੋ ਹੀ ਪਰਮਾਤਮਾ ਚ ਮਿਲਦੇ ਆ, ਉਦਾਂ ਹੀ ਦੁਨੀਆ ਭਰ ਦੇ ਸਾਰੇ ਸਵਾਲ ਏਦਾਂ ਹੀ ਮਿਲਦੇ ਕਿ ਵੀਜ਼ਾ ਕਿੱਦਾਂ ਮਿਲਣਾ, ਬਸ ਇਹੀ ਸਵਾਲ ਹੈ ਇਮੀਗ੍ਰੇਸ਼ਨ ਦੇ, ਹੈ ਕਿ ਨਹੀਂ? ਬਿਲਕੁਲ। ਹਾਂ ਦੋਸਤੋ ਲਓ ਫਿਰ ਹੁਣ ਤੁਹਾਡੇ ਲਈ ਅਸੀਂ ਖਬਰਾਂ ਪੇਸ਼ ਕਰਾਂਗੇ। ਅਗਲੇ ਸੋਮਵਾਰ ਨੂੰ ਫਿਰ ਮੁਲਾਕਾਤ ਹੋਏਗੀ। ਤੁਹਾਡੇ ਕੋਲ ਕੋਈ ਵੀ ਸਵਾਲ ਹੋਇਆ ਤਾਂ ਤੁਸੀਂ ਜ਼ਰੂਰ ਆਪਣਾ ਸਵਾਲ ਜਿਹੜਾ ਰੱਖਿਓ ਬਣਾ ਕੇ, ਅਮਰਜੋਤ ਸਿੰਘ ਹੋਰਾਂ ਤੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ। ਜੇ ਤੁਸੀਂ ਇਹਨਾਂ ਨਾਲ ਪਰਸਨਲ ਗੱਲਬਾਤ ਕਰਨੀ ਹੈ ਤੇ ਇਹਨਾਂ ਦਾ ਸੈੱਲ ਨੰਬਰ ਨੋਟ ਕਰ ਲਓ, 780 707 4831 70748331। ਸੋ ਜਨਾਬ ਬਹੁਤ ਬਹੁਤ ਤੁਹਾਡਾ ਧੰਨਵਾਦ ਸਮਾਂ ਦੇਣ ਲਈ। ਲਓ ਫਿਰ ਹੁਣ ਆਗਿਆ ਲੈਂਦੇ ਹਾਂ, ਅਗਲੇ ਸੋਮਵਾਰ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।